ਸੀ ਜਿਹੜਾ ਮਿਰਜ਼ਾ ਜੂਨੀਅਰ ਜੇਲਮੀ ਦਾ ਫਾਲੋਵਰ ਸੀ, ਉਹ ਕੋਈ ਮੌਲਾ ਅਲੀ ਦੇ ਉੱਤੇ ਗੱਲ ਕਰ ਰਿਹਾ ਸੀ। ਨੋਟੀਫਿਕੇਸ਼ਨ ਵਾਲਾ ਜਿਹੜਾ ਨਹੀਂ, ਨੋਟੀਫਿਕੇਸ਼ਨ ਨਹੀਂ, ਉਹ ਇੱਕ ਜਿਹੜਾ ਆਇਆ ਸੀ ਨਾਮ ਕੀ ਸੀ ਉਹਦਾ, ਇਬਰਾਹੀਮ ਗਾਲਬਨ ਅਲੀ ਭੱਟ ਸੀ ਜਾਂ ਜੀ ਅਲੀ ਭੱਟ ਸੀ ਜਿਹਨੂੰ ਨੰਬਰ ਲੈ ਕੇ ਗਿਆ ਸੀ ਤੁਹਾਡਾ ਆਹੋ। ਹਾਂਜੀ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਆਓ ਭਾਈ ਕੋਈ ਗੱਲ ਕਰੋ ਮਜ਼ੀਦ ਅੱਗੇ ਕੋਈ ਵੈਸੇ ਵੀ ਅੱਜ ਕੱਲ੍ਹ ਈਦ ਚੱਲ ਰਹੀ ਹੈ, ਈਦ ਖਮ ਤੇ ਗਦੀਰੇ ਖਮ, ਈਦ ਗਦੀਰੇ ਖਮ। ਹਾਂਜੀ ਮਲਕ ਸਾਹਿਬ ਕੁਝ ਕਹਿ ਰਹੇ ਨੇ। ਮੈਂ ਕੁਝ ਕਹਿ ਨਹੀਂ ਰਿਹਾ, ਅਰਜ਼ ਕਰ ਰਿਹਾ ਕਿ ਮਾਸ਼ਾਅੱਲਾ ਤੁਸੀਂ ਅਲਫਾਜ਼ ਹੈ ਕਿ ਕਿਹਾ ਗਦੀਰੇ ਖਮ ਇਹਦਾ ਤੋਂ ਯਾਰ ਇਹ ਅਸਲ ਦੇ ਵਿੱਚ ਨਾ ਬੜੇ ਔਖੇ ਪਿੰਡ ਨੇ ਇਹ ਨਾ, ਯਕੀਨ ਮੰਨੋ ਇਹ ਜਿਹੜੇ ਇਹ ਈਦ ਮਨਾਉਂਦੇ ਜੇ ਨਾ ਤੇ ਉਹਨਾਂ ਨੂੰ ਹੀ ਨਹੀਂ ਜੇ ਪਤਾ। ਆਹੋ ਸੱਚੀ ਤੁਹਾਨੂੰ ਮੈਂ ਦੱਸਾਂ ਵੱਲਾ, ਇਹ ਉਹਨਾਂ ਨੂੰ ਵੀ ਨਹੀਂ ਜੇ, ਉਹਨਾਂ ਨੂੰ ਵੀ ਨਹੀਂ ਪਤਾ ਇਹ ਹੈ ਕੀ ਸ਼ੈ ਵੇ। ਬਸ ਅੰਨੇ ਬਾਜ ਹੋਇਆ ਹਿਸਾਬ ਕਿਤਾਬ। ਤੇ ਉਹ ਅੱਜ ਹੀ ਨਾ ਗੁਫ਼ਤਗੂ ਹੋ ਰਹੀ ਸੀ ਤੇ ਉਹ ਭਾਈ ਰਮਾ ਕਿ ਮੌਜੂ ਮੇਰਾ ਕੋਈ ਹੋਰ ਹੈ, ਤੁਸੀਂ ਵਿੱਚ ਆ ਕੇ ਲੱਗ ਤੂੰ ਜਨਾਬ ਕੋਈ ਇੱਕ ਨਵਾਂ ਹੀ ਕੱਟਾ ਖੋਲ ਛੜੇ ਹੈ। ਲੇਕਿਨ ਨਹੀਂ, ਉਹ ਇੱਕ ਹੁੰਦਾ ਨਾ ਹੱਥ ਤੋਂ ਮਜਬੂਰ ਵੀ ਤੇ ਕੋਈ ਹੁੰਦਾ ਨਾ, ਉਹਨਾਂ ਨੇ ਆਪਣੀ ਆਦਤ ਪੂਰੀ ਕਰਨੀ ਹੈ। ਤੇ ਆਂਦਾ ਜੀ ਮੌਲਾ ਹਜ਼ੂਰ ਅਲੈਹਿਸਸਲਾਮ ਨੇ ਗਦੀਰੇ ਖਮ ਦੇ ਮੌਕਾ ਦੇ ਉੱਤੇ ਨਾ ਹਜ਼ਰਤ ਅਲੀ ਮੌਲਾ ਅਲੀ ਰਜ਼ੀ ਅੱਲਾਹ ਅਨਹੁ ਨੂੰ ਮੌਲਾ ਕਿਹਾ ਸੀ ਤੇ ਉਹ ਇਹਦੀ ਮਨਾਉਂਦੇ ਨੇ ਅਸਲ ਦੇ ਵਿੱਚ ਈਦ। ਜਦਕਿ ਇਹਦੇ ਪਿੱਛੇ ਵੀ ਨਾ ਥੋੜ੍ਹੇ ਜਿਹੇ ਮਾਮਲਾਤ ਨੇ ਕਿ ਇਹ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਅਨਹੁ ਦੀ ਸ਼ਹਾਦਤ ਦੀ ਹੈ ਜਿਹੜੀ ਹੈ ਨਾ ਖੁਸ਼ੀਆਂ ਸਮਝ ਲਓ ਮਨਾਉਂਦੇ ਨੇ। ਤੇ ਨਾਮ ਇਹਨਾਂ ਨੇ ਉਹ ਰੱਖਿਆ ਈਦੇ ਗਦੀਰੇ ਖਮ ਦਾ ਨਾਮ ਰੱਖਿਆ। ਔਰ ਲੋਕਾਂ ਨੂੰ ਇਸ ਤਰ੍ਹਾਂ ਵਹਾਉਂਦੇ ਨੇ ਕਿ ਲੋ ਜੀ حضرت علی نو میرے آقا صلی اللہ علیہ وسلم نے فرمایا سی کہ جس کا میں مولا اس کا علی مولا، علی مولا، علی مولا، علی حیدر، علی حیدر۔ تو یہ والا رولا تھا۔ تو بات کر رہے تھے بھائی صاحب، تو میں نے کہا کہ دیکھو چلو مان لیتے ہیں غدیر خم کے موقع کے اوپر نبی عالم صلی اللہ علیہ وسلم نے مولا علی رضی اللہ عنہ کو مولا فرمایا، ٹھیک ہے میں بھی مانتا ہوں، مولا آپ بھی مانتے ہیں، اس میں تو اختلاف ہی کونی ہے۔ لیکن ایک چیز میں ضرور اختلاف ہے کہ جس کو خدا نے مولا کہا اس کو آپ مولا نہیں مانتے۔ اس کی میں نے ان کو پھر سورہ التحریم کی آیت نمبر 4 کا حوالہ دیا جناب۔ میں نے کہا کہ دیکھو سورہ التحریم اٹھا کے دیکھ لو، اس کے اندر اللہ پاک نے حضرت ابو بکر صدیق کو مولا کہا ہے، ٹھیک ہے۔ اب جو ہی میں نے حوالہ دیا تو انہوں نے توتے اڑ گئے، کیا کی ہو گیا، کہہ رہے نہیں اللہ کے نبی نے فرمایا تھا نا کہ علی مولا۔ میں نے کہا یار میں تو اختلاف کر ہی نہیں رہا، میں تو مان رہا ہوں، یا تو میں اختلاف کروں نا تو پھر کہہ کہ بھائی تو مبشر شاہ تو مان نہیں رہا۔ میں نے کہا میں نہیں اختلاف کر رہا، بالکل قسم لے لو میرے کو میں اختلاف نہیں کرتا پیا۔ تم ہی علی نو مولا مننا تے میں بھی علی نو مولا مننا وا، ایک عقیدے دے وچ اسی دوویں ہی مشترک ہاں۔ لیکن مینوں اس چیز دا جواب چاہیے کہ نبی وڈا کہ اللہ وڈا؟ جنوں اللہ نے مولا کیا تے انہوں تسی نہیں مندے، نبی نے مولا جنوں کیا انہوں تے چلو تسا من لیا، ٹھیک ہو گیا، تے لیکن جنوں اللہ نے مولا کہہ دیتا ہے انہوں کیوں نہیں جے مندے پہ؟ بالکل مولا ابو بکر، مولا عمر فاروق، مولا عثمان غنی، ذوالنورین، جی ذوالنورین، ذوالنورین، انہاں نوں اللہ نے خود مولا فرمایا ہوا ہے۔ تے او دا جواب منگیا تے او بھائی یاراں کول جواب تے کوئی آیا کوئی نہ،
ਤੇ ਉਹ ਪਤਾ ਨਹੀਂ ਬਸ ਫਿਰ ਕੋਈ ਨਾਰਾਜ਼ ਜਿਹੇ ਹੀ ਹੋ ਗਏ ਸਨ, ਕੋਈ ਨਾਰਾਜ਼ਗੀ ਜੀ ਬਣ ਗਈ ਸੀ। ਲੱਗ ਤੇ ਮੈਨੂੰ ਇੰਝ ਹੀ ਰਿਹਾ ਹੁਣ ਕੋਈ ਆਏ ਤੇ ਫੇਰ ਹੀ ਹੈ ਨਾ ਜੀ। ਹੁਣ ਕੋਈ ਭਾਈ ਜਿਹੜੀ ਸਾਹਮਣੇ ਆਉਣਗੇ, ਕੋਈ ਗੱਲ ਹੋਏਗੀ, ਕੋਈ ਗੱਲ ਨਿਕਲੇਗੀ, ਗੱਲ ਅੱਗੇ ਵਧੇਗੀ, ਹਾਂਜੀ, ਫਿਰ ਬਾਤ ਬਣੇਗੀ। ਇੱਕ ਮਿੰਟ ਜੀ, ਇੱਕ ਮਿੰਟ ਜਰਾ ਕਾਲ ਦੇ ਉੱਤੇ ਆ ਜਾ ਸੈਮੀ। ਤੂੰ ਥੱਲੇ ਜਿਹੜਾ ਮੈਸੇਜ ਕੀਤਾ ਨਾ, ਮੈਂ ਤੈਨੂੰ ਕਾਲ ਤੇ ਚੁੱਕ ਰਿਹਾ ਤੇ ਇਹ ਮੈਂ ਹੈਂਡ ਫ੍ਰੀ ਲਾ ਲਈ। ਯਾਰ ਹੈ ਨਾ NT ਸਾਹਿਬ ਨੂੰ ਹੀ ਕਾਲ ਤੇ ਲਵਾਉਂਦੇ ਨੇ ਪਏ ਝੂਠੋਂ ਪਏ ਲਾਨਤ। ਪਤਾ ਨਹੀਂ ਹੁਣ ਇਹਨਾਂ ਨੇ ਮਿਰਜ਼ਾ ਜੂਨੀਅਰ ਜੇਲਮੀ ਤੇ ਲਾਨਤ ਪਾਈ ਹੈ ਜਾਂ ਮਿਰਜ਼ਾ ਸੀਨੀਅਰ ਤੇ ਅੱਲਾ ਹੀ ਜਾਣਦਾ ਹੈ। ਕਾਲ ਤੇ ਆਓ ਸੈਮੀ, ਇੱਥੇ ਆ ਪੁੱਤਰ ਕਾਲ ਦੇ ਉੱਤੇ। NT ਸਾਹਿਬ ਨੂੰ ਲਵੋ ਯਾਰ, ਕਾਲ ਤੇ ਲਵੋ NT ਸਾਹਿਬ, NT ਨੂੰ ਕਾਲ ਤੇ ਲਵੋ। ਆਂਦਾ ਕਬ ਔਰ ਕਿਸ ਨੇ ਮੌਲਾ ਅਬੂ ਬਕਰ फरमाया? मौलवी साहब दादी नू मारो, लाख लाना दादे सादे लिख दे ला पहले से ही जी। आंटी अस्सलाम वालेकुम। 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 हाँ जी, कब और किस में मौला अबू बकर और ये वो कहा था? पूरा तहरीम आयत 4 निकाले। हाँ, निकालने 1 मिनट। 2 मिनट लवो जी, 2 मिनट, 2 ਤੁਹਾਡੇ 2 ਸਾਡੇ। जी कौन सी सूरह फरमाई थी? सूरह अत-तहरीम। ओके, सूरह अत-तहरीम आयत नंबर 4। निकल आई है कि नहीं जनाब? बस 1 मिनट। ਤੁਹਾਡੇ ਕੋਲ ਨਹੀਂ ਨਿਕਲੀ, ਸਾਡੇ ਕੋਲ ਨਿਕਲ ਆਈ ਹੈ, ਸਕਰੀਨ ਤੇ ਵੇਖ ਲਓ। सुभान अल्लाह, सुभान अल्लाह। जी सर फरमाएं। जी देख लें जनाब, आपके सामने है आयत। जी तर्जुमा बताएं इनका। जी फ़ा इन्नल्लाह हुवा मौला हुवा जिब्रील व सालिहुल मुमिनीन वल मलाइकतु बाद ज़ालिका ज़हीर। तर्जुमा कंदुल ईमान शरीफ। फरमाते बेशक इनका मददगार अल्लाह है और जिब्रील और नेक ईमान वाले और इसके बाद फरिश्ते मदद पर हैं। जी इसमें अबू बकर कहाँ? इसमें अबू बकर नहीं है। किधर लिखा है? आपके सामने ही है। अल्लाह फरमा रहा है कि अल्लाह भी मौला है, जिब्रील भी मौला है और तमाम सालिहुल मुमिनीन जो हैं ये मौला हैं। तो सालिहुल मुमिनीन में अली शामिल हैं कि नहीं? क्यों डंडी मारते? सालिहुल मुमिनीन में मौला अली शामिल हैं कि नहीं? तौबा तौबा हेलो, तौबा तौबा। अस्तगफिरुल्लाह, तौबा तौबा। अच्छा, तौबा तौबा। फिर तौबा ते करी दी मुता तो बाद, मुते तो बाद तौबा होंदी है। ये मुते तो पहले तो शुरू हो गए। अच्छा, कहाँ से आते हो यार तुम लोग? आपके घर से 5 मिनट पहले ही हम आए हैं। मेरे मुंह दी गल यार। हाँ, बैठे हैं, क्यों माइक लाए? ਹੁਣ ਅਗਲਾ ਕੇਸ ਤੁਹਾਡਾ ਟੈਗਰ, ਅਗਲਾ ਕੇਸ ਤੁਹਾਡਾ ਹੀ ਹੈ ਭਾਈ ਜੀ। जी मैं ताई माइक लाया ही।
मैं बुढ़ा बन के कुत्ते दे पुत्र ना जाए तो कहना कहाँ से आते हैं तेनू काल ते ले आया ठीक। गल करन वास्ते चले जी हम आगा 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 वाला लेते तेनू काल ते ले आया गल करन वास्ते अच्छा ये सैयद करके कोई आईडी है इन्ना अगे लिखे डंडे ना मारे आराम ना गल करनी है मेरी नहीं करनी किसी ने जी जनाब। मौलवी साहब पकड़े गए हो। अच्छा जी सही है जी। कोई पर्चा ना कराई खुदा दा ना ही पर्चा ना कराई मौलवी साहब पकड़े गए हो। अल्लाह गलत को मारे। गलत काम हो जांदा ही लड्डू वड्डो नहीं ओए खबरदार लाइवां ते ਇਹੋ ਜੀ ਗੱਲ ਨਹੀਂ ਕਰੀਦੀ ਹੁੰਦੀ ਹੈ ਬਗੈਰਤਾ ਘਰ ਦੀ ਗੱਲ एक ਤੇ ਨਹੀਂ मिनट ਕਰੀਦੀ एक मिनट मतलब एक मिनट ओए मौलवी साहब पकड़े गए ने तो तू पहचान बड़ी जल्दी लेना तू एक अख खोल के सुता होना ओए वाह यार। ਮੋਲੀ ਸਾਹਿਬ ਪਕੜ ਗਏ ਮੈਂ पर्चा ना कराई नहीं नहीं यार मलकत- अपने मुफ्ती मलकत साहब ते शरारत। झूठे इल्जाम ना लान चंगी गल है। ਮਲਕਾ ਤੂੰ ਸ਼ਰਾਰਤੀ ਹੈ ਕਸਮ ਵਾਲੀ ਗੱਲ ਉਹ ਨਹੀਂ ਉਹਨੇ ਗੱਲ ਦੀ ਉਹ ਜੀ ਕੀਤੀ ਕਹਿੰਦਾ ਗੱਲ ਹੀ ਇਹੋ ਜਿਹੀ ਕੀਤੀ ਹੈ। ਲਿਆਓ ਨਾ ਉਹਨੂੰ ਕਿੱਥੇ ਟੁਰ ਗਿਆ ਜੀ ਯਾਰ। ਉਹਨੇ ਬਦਤਮੀਜ਼ੀ ਕਰਨੀ ਹੈ ਛੱਡ ਦੇ हाँ जी नया नहीं काला मुफ्ती साहब गल आप बात ठीक इनको बता रहे हैं मगर आपके ना उल्टे इल्जाम लगा रहे हैं कि आप पकड़े गए हो। नहीं कोई बात नहीं है। असल में देखें भाई इधर देखो अल्लाह फरमा रहा है सूरह तहरीम आयत 4 है आपके सामने कुरान है भाई। चलो मेरे तर्जुमे पर तुम्हें यकीन नहीं है अपने किसी नकवी अलवी का कोई तर्जुमा खोल के दिखा दो मुझे भाई खुद तर्जुमा कर दो क्या मसला है क्यों भाई मलक ठीक है ना बिल्कुल ਭਾਈ ਆਪਣੇ ਤਰਜੁਮੇ ਕਰ ਲਓ ਕੋਈ ਗੱਲ ਨਹੀਂ ਅਸੀਂ ਉਹ ਵੀ ਮੰਨ ਲਾਂਗੇ ਕੋਈ ਗੱਲ ਨਹੀਂ ਤੇ ਉਹ ਆਇਤ ਦਾ ਤਰਜੁਮਾ ਦੱਸ ਦਿਓ। ਆਇਆ ਸਾਲਿਹੁਲ ਮੂਮਿਨੀਨ ਦੇ ਵਿੱਚ ਮੌਲਾ ਅਲੀ ਸ਼ਾਮਿਲ ਹੈ ਨੇ ਕਿ ਨਹੀਂ ਯਕੀਨੀ ਸੀ ਬਾਤ ਇਹਨਾਂ ਨੇ ਸ਼ਾਮਿਲ ਕਰਨਾ ਹੀ ਕਰਨਾ ਹੈ ਜੇ ਨਹੀਂ ਕਰਨਗੇ ਤੇ ਖੁਦ ਜਾਣ ਕੇ ਕੰਮ ਤੋਂ ਤੇ ਇਧਰੋਂ ਸਾਲਿਹੁਲ ਮੂਮਿਨ ਸਿਰਫ ਇੱਕ ਮੂਮਿਨ ਦਾ ਜ਼ਿਕਰ ਨਹੀਂ ਹੋਇਆ ਕਿ ਅਲ ਮੁਅਮਿਨੁ ਸਾਲੇ ਨਹੀਂ ਬਲਕਿ ਭਾਈ ਜੀ ਮੁਅਮਿਨੀਨ ਹੈ ਇੱਥੇ ਜਮਾ ਦਾ ਸੀਗਾ ਹੈ। हाँ जी जमा का सीगा तो जमा का इतलाक 3 या 3 तो ज्यादा तो हुंदा है। हाँ 2 बंदे भी नहीं सालिहीनी भी नहीं है इत्थे सालिहीना में सॉरी मोमिनीना में मोमिनैनी नहीं है वो तस्नीया का सीगा होना सी यानी 2 यह तो जमा है जमा का इतलाक 3 या 3 तो ज्यादा तो वेट करो जनाब उमर साहब जी उमर साहब जी 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 आन दो म्यूट खोल लो जनाब आ जाओ जी अस्सलाम वालेकुम मुफ्ती साहब क्या हाल है जी अल्हम्दुलिल्लाह कैसे हैं आप ठीक हैं जी अच्छा अल्हम्दुलिल्लाह जी अच्छा मैं आपको मतलब पहली बार आपको देखा था ये हमाचीमा नहीं है हमाचीमा जी उसके साथ शायद आपने वो डिबेट वगैरह की थी तो नहीं मेरे मैं- साथ उसने कोई डिबेट थी वो तो एवं ही बस लफंडर जे है वे सही है मैं सऊदी अरेबिया से बोल रहा हूँ तो अच्छा। मेरा एक जो क्वेश्चन था थोड़ा सा वो आपने सूरह तहरीम की आयत का हवाला दिया ना जी। तो उसमें ये भी सवाल मैंने वो आपकी वीडियो देखी थी तो उसमें ये भी क्वेश्चन बनता है कि इस आयत में पहले फरिश्तों का जिक्र है तो बाद में सालेहीन का जिक्र है तो मतलब पहले तो फिर जो प्रायोरिटी पे हैं फरिश्ते उनको मतलब बुलाना चाहिए जी जी हाँ बिल्कुल उसका आंसर जी तो किसने कहा नहीं बुलाना चाहिए हम तो कह रहे हैं बुलाना चाहिए मदद के लिए हाँ जी मदद के लिए क्योंकि अल्लाह ने फरमाया ना ये मदद की बात यहाँ पे नहीं हो रही सवाल मौला के ऊपर था। अच्छा आप मदद के ऊपर एतराज कर रहे हैं। हाँ मैंने अभी जस्ट थोड़ी देर पहले वो ज्वाइन की है तो मैं उसके पे पूछ रहा हूँ कि मदद के लिए मतलब फरिश्तों को हम तो मदद के लिए भी मतलब ये किसी को दलील है बुला ये तो नहीं आयत मदद के ऊपर भी है इस्तेमदाद के ऊपर भी है भाई सकते। क्योंकि वो सूरह मायदा है ना सूरह मायदा की 75 और 76 नंबर आयत है तो उसमें तो वो लिखा हुआ है कि मतलब हज़रत ईसा और उनकी माँ वो आपके नफ़े नुकसान के मालिक नहीं है। हजरत ईसा नफे नुकसान के मालिक नहीं है। हाँ जी अच्छा ये लिखा हुआ है तो वो खिताब किनको है मुसलमानों को किसको वो मुसलमानों को खिताब है। नहीं वो तो
कुफार को है, लेकिन अल्लाह ताला ने जनरली बताया हाँ, कि यही है ना, इमाम बुखारी वो आपके नफ़े नुकसान फरमाते के हैं, मालिक नहीं। इमाम बुखारी फरमाते हैं कि ये खारजियों की और मुल्हिदीन की ये अलामत है कि वो कुफार पर नाज़िल शुदा आयात को मुसलमानों के ऊपर चिस्पा करते हैं। ये इमाम बुखारी ने नहीं, फरमाया। मैं वो बात नहीं कर रहा, मैं किसी पे मतलब वो नहीं कर नहीं, रहा। मैं तो ये वाली बात कर रहा हूँ ना, हम्म, मैं तो ये वाली बात ही कर रहा हूँ ना, सही। ये भाई कुफार की अलामत है, बल्कि मुल्हिदीन की, मुलाहिदा की और खारजियों की ये अलामत है कि जो काफरों के ऊपर नाज़िल शुदा आयात होती थी ना, उनको आराम से उठा के वो मुसलमानों के ऊपर फिट कर देते। नहीं, ये मतलब कुफार को कहा गया या मुसलमानों को, वो मतलब मैं बात नहीं कर रहा, मैं बात कर रहा हूँ कि अल्लाह ताला ने जनरली बता दिया ना कि वो नफ़े और नुकसान का मालिक नहीं है। आप नहीं कर रहे, लेकिन मैं तो कर रहा हूँ ना, देखिए ना, मैं तो कर रहा हूँ, आप नहीं कर रहे। मुझे पता है आप इस मौजू की तरफ आएंगे ही नहीं, लेकिन मैं तो इसी मौजू पर हूँ ना कि भाई ये आयात जो है ये तो नाज़िल हुई है कुफार के बारे में। अभी आपने खुद भी तस्लीम कर लिया, जी तो ठीक है, आप भी इसके ऊपर मुत्तफिक हो गए, मैं भी मुत्तफिक हो गया, ठीक है। तो अब रोला ये है कि कुफार के ऊपर जब नाज़िल शुदा जो आयात हैं उनको उठा के फिट कर देना मुसलमानों के लिए या मुसलमानों के बारे, ये कौन सी दानिशमंदी है भाई? नहीं मुफ्ती साहब, मेरा क्वेश्चन हो रहा है, मैं स्टूडेंट आपसे सीख रहा हूँ। नहीं, मैं खुद स्टूडेंट हूँ भाई, मैं भी सीख रहा हूँ। मैं आपसे सीख रहा हूँ ये, नहीं, मैं भी तो आपसे सीख रहा हूँ ना, मैं कह तो रहा हूँ, मेरी बात नहीं समझ रहे भाई। जो आता है ना, जो आता है मिर्जा जूनियर जेलमी का फॉलोवर या मिर्जा सीनियर का फॉलोवर, वो भले कादियानी हो या मर्दई हो, उसकी एक ही ये तोतों की तरह रोटी और रटाई बातें होती हैं। जी मैं सीख रहा हूँ, मैं सवाल है मेरा, तो मैं ये है, तो भाई मेरे जो सवाल है भाई वो किधर जाएंगे, उनके जवाब कौन देगा? मैं उस तरह मुफ्ती साहब होता तो मैं मतलब इस तरह लड़ाई के मूड में, मैं आपसे सीख नहीं, मैं आप गलत समझे हैं कि मैं लड़ाई के मूड में हूँ। पहले तो आप ये गलत फहमी दूर करें ना, मैं लड़ाई के मूड में हूँ ही नहीं। सही, आपको किसने कहा मैं यहाँ लड़ने के लिए बैठा हूँ? भाई ये देखिए अभी कल की बात है, कल की बात, कल नहीं, मेरा क्वेश्चन आपने नहीं ना सुना। उमर म्यूट लगाओ जब तक बात मैंने कहा कि देखिए हमने कल एक वीडियो चलाई थी, मिर्जा जूनियर जेलमी की वीडियो है, और उस वीडियो का नाम है इस्लाम में सेक्स। उसके ऊपर 10 मिनट की तकरीबन वीडियो थी, 10 मिनट 33 सेकंड की। तो 10 मिनट 33 सेकंड के अंदर तकरीबन 21 सवालात हमारे बने हैं। मेरा ये अदना सा सवाल है कि उन 21 सवालों के जवाब कौन देगा या कहाँ से लेंगे? कोई एक बंदा बताइए कि फलां बंदे से जाके आप उन 21 सवालों के जवाब ले सकते हैं। ये तो बताएंगे आप मुझे? मैं आपसे एक क्वेश्चन पूछ, नहीं मेरे भाई, मैं आपका सवाल यहाँ सुनने के लिए नहीं बैठा, ना ही पाबंद हूँ कि मैं आप लोगों के सवाल लूँ। देखिए मुझे तो अभी तक मेरे भाई मेरे सवालों के जवाब नहीं मिल रहे। मैं तो देखें कभी मलक की लाइव पर आता हूँ अपने सवालों के जवाब लेने के लिए, कभी अपनी लाइव पर बैठता हूँ, मुझे मेरे सवालों के जवाब ही नहीं मिल रहे। मुझे बता दीजिए कि कहाँ पर मेरे सवालों के जवाब मिलेंगे? जब हम मिर्जा जूनियर जेलमी के घर में जाते हैं तो वो आगे से अपनी बीवी को बाहर भेज देता है, बंदा वैसे ही शर्मिंदा हो जाता है। या मतलब उसकी एकेडमी के अंदर सवाल करने जाएं तो वो घुसने नहीं देता, अंदर ही नहीं घुसने देता। तो यार सानू जवाब किथों लभन गए? कदी वो कहता जी मेरी अम्मी मार दी, मैनू मुनाजरा नहीं करना। अब जवाब कहाँ से मिलेगा ये बताइए ना। आप लोगों के सवाल सुन के तो कान पक गए हैं भाई। इतने सवाल आपदे तुहाडे तो सवाल ही नहीं मुकदे पे। मैनू लगता क़यामत आ जानी लेकिन तुहाडे सवाल नहीं जे मुकने। सही मोती साहब, मुझसे अगर सवाल पूछे तो मैं तो यही कहूँगा कि हज़रत ईसा अगर नहीं है नफ़े नुकसान के मालिक तो हाँ ये नहीं, पहला सवाल ये था मेरा, वो मिर्ज़ा साहब ने फरमाया था इस्लाम में सेक्स। पहला सवाल ये था कि फरमा रहे थे जी अलामत बुलूगत कुरान और हदीस से के अंदर लिखी हुई है। तो वो मैंने पूछना था कि वो कौन सी कुरान की आयत है या हदीस है जिसके अंदर इन्होंने अलामत बुलूगत बताई है कि उन्हें धुआं उग जान या कच्छां च बाल आ जान तो वह बालग हो जाता है। मैं क्या कुरान की कोई आयत या हदीस वगैरह सानू कोई दसो। मैं तो लभना पे लभदी हुई कोनी पे। उसका तो मुझे आइडिया नहीं, मैंने पहले ये सवाल किया ना। अच्छा ये दूसरा सवाल था, फरमा रहे थे कि बालग होने की जो उम्र है ना
وہ 12 یا 13 سال پہلے ہوتی تھی، جو اب 8 اور 9 سال رہ گئی ہے۔ تو یہ بھی قرآن کی آیت یا حدیث مجھے چاہیے تھی کہ یہ کہاں پہ لکھا ہوا ہے کہ یہ عمر بلوغت کی 12-13 سال 1400 سال پہلے ہونی چاہیے، اور 1400 سال بعد یہ گھسٹ کے رہ جائے گی 8-9 سال۔ قرآن دی آیت ایک عدد چاہیے، ایک عدد انٹرنیشنل بخاری دی حدیث چاہیے۔ سر وہ تو ہم روزمرہ کی زندگی میں کئی باتیں کرتے ہیں، ہر بات قرآن میں تو نہیں لکھی ہوئی۔ نہیں بھائی دیتے 2 سوال ہوئے جے، ابھی تو پارٹی شروع ہوئی ہے۔ وہ تو میں نے پہلے ایک سوال کیا، آپ نے اس کا بھی نہیں وہ نہ کوئی نہیں، وہ نہیں ملنا، قیامت تک نہیں چلا بنا جواب لے تسی جڑے مشن تے نکلے ہو نا کروں، ٹھیک ہے، وہ مشن آپ کے پاس وہ جواب مشن نہیں کبھی بھی نہیں پورا ہونا۔ لیو کر جاتا۔ ہاں لیو کر جو، بہتر ہے یوں نہ جاؤ بھائی، دوڑنے میں دوڑنے میں بہادری آپ ہے، سوال کا جواب دیں۔ دوڑنے میں بہادری ہے، ٹھیک ہے، نہیں میں دوڑتا، آپ جواب دیں۔ دوڑنے میں بہادری ہے، دوڑنے کی ہوتی ہے۔ نہیں میں نہیں بھاگتا، آپ جواب اچھا وہ پھر کیا ان کا جواب کیسے ملے گا مجھے؟ پہلے میں نے سوال پوچھا، نہیں میں نے میرا سوال پہلے میں سٹریم کل دی کی تھی، یہ تسی اج آئے ہو پہلے میں نے سوال پوچھے سر۔ بھائی میں پہلے کل دی سٹریم کی تھی جی، کل تے پرسوں 2 سٹریماں کی آپ نے 5 سال پہلے بھی کی ہو، مجھے تو نہیں پتا، میں تو آپ تو اب آئے ہیں نا میرے بھائی، جی ہمارے سوال پہلے کیے، آپ کے پہلے کیے، میں نے آپ سے پوچھا، آپ نے مجھ سے نہیں پوچھا۔ یہ ہوئی تے گل ہے نا، میں تے بھائی مرزیاں تے قادیانیاں نو سب نو بلا کے کہہ رہے ہیں کہ دسو مینوں سوالاں دے جواب چاہیے نے۔ کل بھی میں بیٹھا رہا ہوں گھنٹہ 1.5-2، کوئی نہیں آیا، کسی نے جواب نہیں ہے۔ اج مسا مر کے ایک کوئی آیا ہی آیا ہے، تے وہ بھائی یری جی ویسے ہی ناراض ہوندے نے پھر۔ ٹھیک ہے، مجھے آپ جواب دے دینا، پھر میں آپ کو جواب دے دوں۔ اچھا تے یہ تیجا بھی سوال ہے جی، ایک بولا مجھے جواب دے دیں، پھر آپ جتنے مرضی۔ انجینئر مرزا صاحب کی جو بیٹی ہے رجو، وہ جس کا انہوں نے بتایا تھا کہ اس نے پیڈ رکھا تھا اور پھر بعد میں مسوں نے اس کو انڈر ویئر پہنایا تھا، پوچھنا یہ تھا کہ اس ٹائم یہ ویڈیو جب ریکارڈ کی تھی تو عمر تھی رجو کی 13 سال، تو اب 4 سال ہو گئے ہیں، تو اب وہ جو پیڈ ہے اس کا سائز وہی ہے کہ وہ بدل گیا ہے؟ یہ سوال ہے علمی کتابی، یہ بھی جواب چاہیے۔ مفتی صاحب دیکھیں، آپ ہمارے لیے قابل احترام ہیں، اور اسلامی شخصیت کے منہ سے ایسی باتیں اچھی نہیں لگتی۔ بھائی یہ وہ باتیں ہیں اسلامی شخصیت کے منہ سے جو میں نے سنی ہیں، جو اسلامی شخصیت جیلم میں اکیڈمی بیٹھی ہے نا، تے اس کے منہ سے یہ سنی ہے، میں تو ناقل ہوں میرے بھائی، نقل کی ہیں، اس نے خود اپنی ویڈیو کے اندر بتایا ہے، یہ سارے اپنی بیٹی کو تو نہیں کہا نا؟ نہیں اپنی بیٹی، انہیں کسی دی بیٹی نہیں، اپنی بیٹی دے تذکرے وہ کر رہے ہیں، اس کے انڈر اس کے جو ہوتے ہیں پیڈ جو رکھتے ہیں اس کے وہ تذکرے وہ سارے کر رہے ہیں۔ اس نے کسی کے بارے میں تو نہیں کہا نا؟ ویڈیو دوبارہ شروع کروں؟ نہیں اس نے کہا اجازت دیتے ہیں ویڈیو دوبارہ شروع کر لوں؟ اس نے کہا بالکل پارٹی دوبارہ شروع کر لی جائے، لیکن اس نے کسی کی بیٹی کو تو نہیں کہا نا۔ چلو ٹھیک ہے، پارٹی بھائی دوبارہ شروع ہونے لگی جائے بھائی، شروع ریڈی بھائی، صحیح چلیں آپ مجھے میرے چون کے اسی اتنے رہنا ہے نا، موضوع نہیں بدلی دا ہوندا، موضوع نہیں بدلی۔ میں نہیں بدل رہا، میں نے پہلے سوال کیا، مجھے جواب دے دیں۔ ہاں بالکل ملتا ہے تمہیں، ہونی تسی دیکھو صحیح بندہ کی ہے، آپ مجھے جواب دے دیں۔ اگلا سوال ہے، کیا اسلام میں لڑکے اور لڑکی کے بالغ ہونے کی عمریں الگ الگ ہیں؟ الگ الگ تو لڑکوں کی آپس میں بھی الگ الگ ہو سکتی ہیں، لڑکیوں کی آپس میں بھی الگ، جس کے لیے جو اجماع امت چلتا آ رہا ہے نا، یعنی عملی تواتر سے تابعین کو اس طرح چلتا رہا، حدیث لیکن یہ اچھا یہ ذرا تھوڑا سا بتائیں گے آپ مجھے، یہ عملی تواتر کیا ہوتا ہے؟ سوری، یہ جو عملی تواتر کہہ رہے ہیں یہ کیا ہوتا ہے؟ یہ مجھے نہیں سمجھ آئی کہ نبی کریم صلی اللہ علیہ وسلم نے صحابہ کو سکھایا، صحابہ نے تابعین کو، تابعین نے تبع تابعین کو، انہوں نے پھر آگے، یہ کیا ہوتا ہے؟ یہ وہ تو دوسرا ٹاپک ہے نا مفتی صاحب، آپ مجھ سے یہ بھائی دوسرا ہو گیا، میں دوبارہ سن لو، میں پہنچوں کہ پھر کھوتی بورڈ تھلے یا لو سنو۔ اگلا سوال ہے، یہ تو کیا اسلام میں لڑکے اور لڑکی کے بالغ ہونے کی عمریں الگ الگ ہیں؟
अलग अलग तो लड़कों की आपस में भी अलग अलग हो सकती हैं, लड़कियों की आपस में भी अलग अलग। इसके लिए जो इजमाए उम्मत चलता आ रहा है ना, यानी अमली तवातुर से साहबा ने ताबईन को सिखाया, ताबईन कह रहे हैं जो इजमाए उम्मत चलता आ रहा है, और इजमाए उम्मत और अमली तवातर, ये दो चीज़ों को इसने मिक्स कर दिया यहाँ पर। मुझे इन दोनों की डेफिनेशन चाहिए कि ये क्या होती हैं। जो इजमाए उम्मत, आगे भी सुनो ना, मैंने ये वीडियो नहीं देखी। अच्छा नहीं देखी, अब नहीं, ये वीडियो नहीं के आगे यही ना, यही डंडी रोना था तुम लोगों का कि वीडियो ये चलाएं ना। दिखाओ। जी जी, इस पर भाई मैं ऑपरेशन कर चुका हूँ, इस पर मैं ऑपरेशन कर चुका हूँ, समझ आई कि नहीं? ये चलाए ना, मैं सुने तो रुके तो इस पर मैं ऑपरेशन पूरी वीडियो का कर चुका हूँ। 2 दिन मैंने वीडियो चलाई है, ये देखिए। वो वीडियो मैं यहाँ पर अपने चैनल पर भी अपलोड कर चुका हूँ, एक मुफ्ती मुबशर शाह ऑफिशियल के ऊपर भी। ये देखें, ये जेलम में सेक्स ट्रेनिंग सेंटर, ये है पार्ट 2, ठीक है, और ये है पार्ट 1, ठीक है। और ये देखिए 1 घंटा 17 मिनट का ये वीडियो है, ये 1 घंटा 34 मिनट की ये वीडियो है। और फिर ये अगर आ जाएं जनाब यहाँ पर ख़त्म नबूवत टाइम्स के ऊपर आ जाएं, तो यहाँ पर भी जनाब ये वीडियो लाइव के अंदर चले जाते हैं, ठीक है। लाइव के अंदर ये देखिए, लाइव वीडियो ये चली हैं ये, ठीक है, ये देखिए, ठीक है। ये 1 घंटा 9 मिनट की यहाँ पे है, और पार्ट 2 है 1 घंटा 31 मिनट का, हमारे दोनों चैनल। अब आप कह रहे हैं नहीं पहुँचो के दोबारा शुरू करो जी, आप क्या ये चाह रहे हैं? मैं कह रहा हूँ मैं सवाल लिख चुका हूँ, सवाल कायम कर चुका हूँ। वो मैंने ये देखें, ये डायरी है, ये देखें, ये डायरी, ये देखें, डायरी के अंदर ये सवाल ये देखें मैंने लिखे हुए हैं। मैं आपको कैमरे के अंदर भी दिखा देता हूँ, ये देखें, ये मैंने लिखे हुए हैं, देख रहे हैं ये सवालात हैं। हाँ जी, ये देखें, ये सवालात हैं, इनके जवाब चाहिए ना भाई मुझे। अब कैसे आप पहुँचोगे खोती बोर्ड थले? ये कौन सा तरीका है भाई, बताइए ना मुझे, इनके जवाब मुझे कहाँ से मिलेंगे? मोदी साहब आप ये इसकी वीडियो के अंदर से ये सवालात हमने अखज़ किए हैं। ठीक, आपने जवाब नहीं दिया। आप मुफ्ती हैं, मैं आपसे सीख रहा हूँ, आपने जवाब नहीं ना दिया। भाई मैं नहीं, भाई नहीं, मैंने आपके किसी सवाल का जवाब नहीं देना, मुझे मेरे सवालों के जवाब चाहिए। फिर आप कह देना कि ये शिरक करते हैं हम लोग। मुझे पता ही नहीं है शिरक करते या नहीं करते, मुझे इसके बारे में कोई लेना देना ही नहीं है। मुझे तो ये सेक्स का जो इस्लाम में सेक्स का जो इन्होंने वीडियो बनाई है, और अपनी बेटी का भी इन्होंने बताया जी 13 साल की थी, तो वो जब स्कूल गई तो कह रहे हैं बड़ा रो के कि भाई देखो मरजइयो अपनी कुड़ियां नूं स्कूल जान तो पहले 2-2 पैड उन्होंने बैग 'च रखा करो। भाई सवाल है मेरा सवाल बनता है कि नहीं? मैं एक तालिब इल्म हूँ, मैं सीख रहा हूँ कि भाई सुराख ते एक सी ते एक पैड ते चलो समझ आंदा होवे ते 2 पैड का दूं? वो किते पिछले टीवी ते लाना से नहीं उन्हें दिंदा पिया कि 2 रखने थे। देखें आप स्टूडेंट हैं, आप जिसके स्टूडेंट हैं आप उससे सवाल पूछेंगे, मैं आपसे पूछूं। मैं क्यों भाई, क्यों तो आप क्यों मुझसे पूछें, क्यों पूछें भाई? आप मुफ्ती हैं ना, आपने पढ़ा नहीं ना तो तुसी मैं ਤੁਹਾਡਾ नौकर लगा हैं ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਆਣਾ ਤੇ ਜਿਹੜੇ ਸਾਡੇ ਸਵਾਲ ਨੇ ਉਹ ਕਿੱਧਰ ਗਏ भाई? अगर किसी ने ज़कात का मसला पूछना होगा तो वो नहीं मैं नहीं सवालों ਦੇ ਕਿਸੇ ਦੇ जवाब नहीं देता भाई ना भाई ना। फिर मिर्जा सीनियर ते मिर्जा जूनियर जेल में मिर्जा सीनियर ना लगाएं अपने नाम की। क्यों जी? वजह कोई जवाब नहीं दे। आप कह रहे हैं मैं आपका नौकर लगाऊं, वजह दसो ना, कोई वजह भी तो दसो। फिर किस लिए इस्लाम? मैं आपसे सवाल पूछ रहा हूँ भाई, मैं मुफ्ती हूँ मिर्जा सीनियर और मिर्जा जूनियर को जूतियां लगाने के लिए। क्या इनको जो जूतियां लगाएगा वो मुफ्ती नहीं हो सकता क्या? बताइए सर। कोई कदया नहीं है, कोई नहीं, उससे मुझे गर्ज नहीं है। मैंने भाई आपको नहीं, मुझे तो है ना गर्ज, हमारी तो उम्र इन कामों के अंदर गुजरी है। सवाल का जवाब सर आपने दिया नहीं, क्या उम्र कहाँ किधर गुजार दिया? ठीक हो गया। फिर मुझे तो अभी तक आपने नहीं बताया कि रज्जो का अभी तक रज्जो के वो जो अंडरवेयर होता है उसका साइज वो ये कि बदल गया है, और ये 2 जो उसने बताए हैं कि भाई वो रख लिए पैड, 2 कहाँ पे? एक तो चलो समझ आया, 2 क्यों? वो आंदा पे बैग 'च 2 रखो। फिर उसने ये कहा है कि बच्चों के बैगों के अंदर रुमाल रखें। बच्चों के बैगों के रुमाल वो केड़ी गल्लों भाई? ये मेरे सवालों के जवाब दिओ ना भाई। हाँ हुण शर्म आ गई होएगी।
देखो सवाल मैं पूछ रहा हूँ आपसे, आपने जवाब नहीं भाई मेरा बेटा नहीं, वो ऐसे आपका नहीं, बंदा ऐसे नहीं, म्यूट कर ऐसे रहा था। नहीं। चले ये एक छोटे से सवाल का जवाब दे दें कि बच्चों के बैग के अंदर रुमाल समझ नहीं आ रहा। बच्चों के बैग के अंदर रुमाल रखना, बच्चे हाथ साफ कर सकते हैं, नाक साफ कर सकते हैं, कुछ इस तरह का होता अच्छा है, तेरी हाथ साफ वीडियो नहीं करते। में वीडियो ने हाथ ते रुमाल नक साफ करना से वीडियो बनाई है। नहीं, अगर कोई किसी अच्छा को नक कोई साफ बात कह करन दा दे नाम ਉਹਨੇ कि ਸੈਕਸ तुम ਰੱਖਿਆ ਹੈ। अपने ਨੱਕ ਸਾਫ਼ ਕਰਨ ਦਾ ਨਾਮ कि तू अपने ਉਹ ਕਿਧਰੇ बेटे के ਨੱਕ बैग ਜਿਹੜਾ ਵੀ में- ਉਹ ਜ਼ਕਰ ਚੋਂ ਜਿਹੜੀ ਚੀਜ਼ ਨਿਕਲਦੀ ਉਹਦਾ ਨਾਂ ਤੇ ਨਹੀਂ ਰੱਖ ਚੜਿਆ ਨੱਕ। देखिए कोई ਤੁਹਾਡਾ बंदा ਵੀ रुमाल ਕੋਈ रखता ਪਤਾ है, ਨਹੀਂ उसको ਯਾਰ आप ये ਤੁਸੀਂ नहीं ਮਨੀ कह ਦਾ सकते। ਮਨੀ ਦਾ ਨਾਮ ਕਿਧਰੇ ਨਾਕੀ ਨਾ ਰੱਖ ਦਿੱਤਾ ਹੋਵੇ। देखें कोई बंदा अपने पास रुमाल रखता है, आप उसको ये कहेंगे कि ओ भाई उसी जगह इस्तेमाल करता सेक्स है। इस्लाम में सेक्स वो आंदा है सेक्स की इसके में पूरी ट्रेनिंग दी है और उसने इसने इस वीडियो के अंदर ये बयान किया है कि मुझे बड़ी फिक्र है कि ये हमारे मर्दियों की लड़कियां और लड़कों को सेक्स तालीम से दूर रखा गया है। ये अभी 9-10 साल के हो जाए तो फौरी तौर पे उनको सेक्स सिखाएं। और कहता है मैं तो पूरी भाई एक वीडियो सीडी बनाऊंगा तो बस मेरी वीडियो उनको दिखा देना करना। जब 9-10 साल की कुड़ी हो जाए मुंडा हो जाए वीडियो दिखाया जाए उन्हें सेक्स की ट्रेनिंग हो जाएगी। वो वीडियो के अंदर बताता है मेरे तो भाई। फिर किसका काम है ये बच्चों को सिखाना अर्ली एज से? हाँ जी तो चलो तुसी सिखाओ ना फिर तुसा फिर सिखाया अपनी बाजी नू, बल्कि ਤੁਹਾਡਾ ਤੇ ਵਿਆਹ पता नहीं होया कि नहीं ਮੈਨੂੰ नहीं पता, बाजी या बेटी को सिखाया आपने सेक्स? ओ मुफ्ती साहब ਤੁਹਾਡੇ ਵਾਲੋ ਰਿਸ਼ਤਾ ਲਿਆ ਸੀ ਨਾ, ਵਿਆਹ ਹੋ ਗਿਆ ਸੀ। नहीं और ਆ ਤਾਂ ਜਿਹੜੀ ਛੱਡ ਕੇ ਗਿਆ ਸੀ ਉਹ ਵਾਪਸ ਕਿਉਂ ਲੈ ਕੇ ਗਿਆ? ਗੱਲ ਤੇ ਇਹੀ ਹੈ ਨਾ। अच्छा नहीं भाई इधर देखें आप हो गए, एक मिनट मलक एक मिनट देखिए आप हो गए नाराज। ये बातें देखिए आपका नाराज नहीं, आप एक मिनट गलत रुके बातें कर रहे हैं नो ना, रुके बाजी तो और ये किस तरह? देखिए रुके, मैं नहीं नाराज हुआ, आपने मुझे बात की है ना, मैं नाराज हुआ ही नहीं, बिल्कुल मैंने बिल्कुल नाराज नहीं हुआ। देखें ये देखें ये आप लोगों की गैरतों को झंझोड़ने के लिए ये चीजें हैं कि आप एक ऐसे बंदे के मुकल्लिद हैं, एक ऐसे बंदे पर ईमान लेके आए हैं कि जो बंदा इतना गलीज इंसान है कि वो अपनी आप लोगों की बेटियों को, आप लोगों की बहनों को, आप लोगों की माओं को, हत्ता कि अपनी बेटी तक की वो शर्मगाह के तज़किरे कर रहा है, अंडरवेयर के तज़किरे कर रहा है, अंडरवेयर। ए पहले बात खत्म हो ले तो फिर आगे बात शुरू करनी है। ठंड रख ला, गल तो हो ही नहीं रही अगले दिन। और चुप कर रहे तो बैठ जा थले फिर। ये बदतमीज सोशल है। चॉइस मर्जी थी, पहले मैंने ली है, अच्छी खासी ली है, वो वीडियो अपलोड हो गई है भाई, तो क्लास की बात कर लो। अच्छा तो गुजारिश ये है कि मरदई जी वारी वारी है ना, इंज नहीं वारी वारी हुन बंदा मैं एक हूँ तुम 5-7 आ जाओगे, मैं कि लवांगा क्लास, तो वारी वारी लैन दियो ना, थोड़ा सब्र रखी जाता है। अच्छा ये है तुम लोगों की सिर्फ गैरतों को झंझोड़ने के लिए ये है कि भाई ये तुम लोग अगले बंदों के सवालों के जवाब देते नहीं हो, मेरा ये सवाल है, मेरा ये सवाल है, इसलिए हमने फिर वो पूरी वीडियो दिखाई है और उसके अंदर सवालात कायम किए हैं, ठीक है, और वो लिख लिए हैं, और सिर्फ तुम लोगों को अकल दिलाने के लिए और कोई थोड़ा सा तुम्हारी दिमाग को की खिड़कियां खोलने के लिए ये चीज़ें हम कर रहे हैं ताकि तुम लोगों को थोड़ी सी अकल आ जाए। फिर वो इतनी गंदी गंदी बातें कर रहा है, खुदा की कसम आज तक ना कुरान में पढ़ा ना हदीस में पढ़ा, वो हत्ता कि अपनी बेटी तक वो हैज़ की बातें और मेंसेस की बातें और अंडरवेयर की बातें और पैड की बातें वो कर रहा है। इतना बगैरत आज़म दुनिया का आज तक ऐसा कोई बगैरत मैंने आज तक नहीं देखा। तुम लोग हो कि ऐसे मर्दई कि अल्लामान वाला फेज, तुम लोगों को हम समझाते हैं कि कुछ अकल के नाखून लो, ये देखो, और तुम लोगों को ये सवाल कायम करते हैं तो तुम उल्टा जवाब देने के तुम लोग गालियों के ऊपर आ जाते हो, ठीक है। ये तुम लोगों को क्योंकि सिखाया ये गया है, उमर फारूक मर्दई साहब तुम लोगों को सिखाया ये गया, तुम लोग मजबूर हो, ये काम अगर ना करो तो फिर कैसे पता चलेगा कि तुम एकेडमी के स्टूडेंट हो, है ना, वो तो ऐसे ही पता चलेगा। तो बहरहाल अब बात कीजिए। जी मुफ्ती साहब आप कह रहे हैं, हमें कहा है कि देखें बाजी पहले आपने कहा है, मैंने तो नहीं कहा। क्या कहा है? नहीं आपने मैं कहा था कि आप अपनी वो कहा था कि बाजी हाँ क्या हाँ वो आपने कुछ देखिए कहा ना, था।
भाई वो देखिए आपने वीडियो के पहले अंदर- आपने कहा था, वीडियो मैंने के मैंने अंदर- अभी तक आपको वीडियो कोई के- गाली दी? वीडियो के अंदर ऐसा ये गाली है कि भाई ये कहा जाए कि बच्चियों को 9 साल की उम्र में सेक्स सिखाओ, ये गाली है। किसको? बच्चियों को 9 नहीं, साल की आपने- उम्र में आपने- सेक्स सिखाओ, क्या ये गाली है? आपने ये नहीं कहा। आप मैं आपने एक ये मिनट कहा सुन कि रहे फिर मेरे तो सवाल का तुम जवाब अपनी दे, एक मिनट, नहीं, हाँ नहीं, या नहीं, ना नहीं, में जो आपने फिर बात की कर थी उस लीजिएगा पे। ना भाई, जो आपने ऐसे बात की है फिर बात कर लीजिएगा। पहले मुझे बता दें, ये कहना कि बच्चियों को 9 साल की उम्र में सेक्स सिखाओ, क्या ये गाली है? नहीं, ये गाली नहीं। बस रुक जाए, बस यही बात मिर्जा जूनियर जेल में ने कहा कि 9 साल की बच्ची को सेक्स सिखाओ। यही बात मैंने आपको की है कि आपने अपनी बेटी को अगर 9 साल की हो गई है उसको सेक्स बेटी सिखाया। बेटी देखिए नहीं रुक जाए मेरी बात बेटी नहीं कहा, पहले गलत रुक जाए। बात है। आपकी बेटी है या बहन है या अम्मी भी क्यों नहीं है, उसको कम से कम आपने सेक्स सिखाया कि नहीं सिखाया? क्या मैं हक बजानब हूँ कि नहीं आप लोगों को ये सवाल करूँ? जब मिर्जा जूनियर जेल लेकिन में आपने आप लोगों जो को कहा ये उस पे- चीज बता रहा है जी। लेकिन जो आपने कहा, आपने बेटी नहीं कहा, आपने चलो कहा- बेटी नहीं, तो आप अपनी बहन कर बाजी ले, सिखाओ। बहन को सिखाया ये है आपने। आपने ये क्या कहते हैं उसे, आपने कहा है कि आपकी तरबियत इस तरह हुई हुई है। आप ठीक लोगों है, ने मैंने अपनी अभी तक बहन आपको को कोई गाली आपने नहीं दी, अपनी आपने बहन मुझे को दी ये गाली। सेक्स सिखाया है अभी तक कि नहीं? चले मैं मुहज्जब सा सवाल, इल्मी किताबी सवाल कर रहा हूँ। सर एक तो बात है मेरी बहन नहीं है, दूसरा हम नहीं है इस बहन हक नहीं, में चले अम्मी को सिखाया उस- हो, अम्मी को। उस हक में है कि चले यार बच्चों को अम्मी तो early आपकी age बड़ी में- है ना, वो तो 9 साल से ज्यादा ही हो गई होंगी, उनको आपने सेक्स सिखाया है? उनको पता था तो मैं, आप वाला हिसाब नहीं है हमारा ना। हाँ नहीं ऐसा हो सकता है ना पता आप वाला हो। हिसाब नहीं है ना हमारा कि कहीं से आए और किसी को सिखा रहे हैं हम। उनको पता ਗੱਲ था तो ਸੁਣ मैं ਨਹੀਂ ਗੱਲ ਸੁਣ ਗੁੱਸਾ ਨਾ ਕਰ ਗੁੱਸਾ गुस्सा ਨਾ मैं नहीं कर रहा, ਕਰ मुफ्ती साहब कर रहे हैं, मुफ्ती साहब कर रहे ਨਹੀਂ हैं गुस्सा, ਮੁਫਤੀ मैं ਸਾਹਿਬ ਨੇ ਕਰਦੇ ਉਹਨੇ ਵੇਖ ਨਾ ਇੱਕ ਗੱਲ ਕੀਤੀ ਹੈ ਔਰ ਉਹੀ ਗੱਲ ਕੀਤੀ ਹੈ ਜਿਸ ਨੂੰ ਤੂੰ ਮੰਨ ਰਿਹਾ ਮਿਰਜ਼ੇ ਇੰਜੀਨੀਅਰ ਜਨਮੇ ਨੂੰ ਉਹਦੀ ਉਹ ਸਵਾਲ ਤੇ ਰੱਖਦੇ ਨੇ ਤੇ ਉਹੀ ਉਹਨੇ ਕਿਹਾ ਵੇਖੋ ਜਿਹਨੂੰ ਤੁਸੀਂ ਮੰਨਦੇ ਹੋ ਜਿਹਨੂੰ ਫਾਲੋ ਕਰਦੇ ਹੋ ਉਹਦੀ ਮੰਨੋ ਤੇ ਸਹੀ ਨਾ। भाई जी पहले सब तो पहले सवाल आ कि मैं कीता सी, मुफ्ती साहब ਉਹ जवाब दे ही ਭਾਈ नहीं ਤੂੰ सकते। ਸਵਾਲ ਕੀਤਾ ਤੂੰ ਕੌਣ ਬਣੇਗਾ ਕਰੋੜਪਤੀ ਚ ਆਇਆ ਦਾ ਕਿ ਇੱਥੇ ਕਿ ਨਾਲ ਲੈਂਦੇ ਨੇ ਤੂੰ ਸਵਾਲ ਕਰਨਾ ਤੇ ਅਸੀਂ ਉਹਦਾ ਜਵਾਬ ਦੇਣਾ ਤੇ ਫਿਰ ਸਾਨੂੰ ਕੋਈ ਪੈਸੇ ਲੱਭਣੇ ਨੇ नहीं भाई जी ਤੇ ਸਾਡੇ ਸਵਾਲਾਂ ਦੇ ਜਵਾਬ ਕਿੰਨੇ ਦੇਣੇ ਨੇ? ਇੰਨੀ ਦੇਰ ਤੋਂ ਤੁਹਾਨੂੰ ਸਮਝਾਉਣ ਦੇ ਨੇ ਆਰਾਮ ਸਕੂਨ ਦੇ ਨਾਲ। मैं ਤਾਂ ਦਿਆਂ ਮੈਂ ਆਪਣੇ ਨਾਂ ਦੇ ਨਾਲ ਮੁਫਤੀ ਲਾਇਆ ਹੋਵੇ, ਉਹਨਾਂ ਆਪਣੇ ਨਾਂ ਦੇ ਨਾਲ ਮੁਫਤੀ ਲਾਇਆ ਤੇ ਉਸ ਨਾਲ ਅੱਛਾ ਜਿਸ ਬੰਦੇ ਨੇ ਆਪਣੇ ਨਾਂ ਦੇ ਨਾਲ ਮੁਫਤੀ ਲਾਇਆ ਹੋਵੇ ਉਹ ਪਾਬੰਦ ਹੁੰਦਾ ਹੈ ਕਿ ਉਹ ਹਰ ਬੰਦੇ ਦਾ ਜਵਾਬ ਦੇਵੇ ਹੈ? ਨਹੀਂ ਮੁਫਤੀ ਫਿਰ ਕਿਸ ਨੂੰ ਕਹਿੰਦੇ ਨਾ, ਅਜੀਬ ਗੱਲ ਕਰ ਰਹੇ ਹੋ ਯਾਰ ਤੁਸੀਂ। ਨਹੀਂ ਹੁਣ ਤੂੰ ਆਪਣੇ ਅੱਬੂ ਨੂੰ ਕਿ ਨਾਂ ਲੈਂਦੇ ਨੇ ਅੱਬੂ ਕਹਿਣਾ ਵੇ ਉਹ ਪਾਬੰਦ ਹੋ ਗਿਆ ਕਿ ਹਰ ਬੰਦੇ ਨੂੰ ਜਿਹੜਾ ਨਾ ਆਉਣ ਜਾਣ ਵਾਲੇ ਨੂੰ ਜਿਹੜਾ ਨਾ ਉਹ ਚੀਜ਼ਾਂ ਲੈ ਕੇ ਦਿੰਦਾ ਰਹੇ ਕਿ ਤੂੰ ਵੀ ਮੇਰੇ ਪੁੱਤਰਾਂ ਬਜਾਏ ਤੇ ਤੂੰ ਵੀ ਮੇਰੇ ਪੁੱਤਰਾਂ ਬਜਾਏ। ਬੰਦੇ ਤੇ ਪੁੱਤਰਾਂ ਦੀ ਗੱਲ ਕਰੀਦੀ ਹੁੰਦੀ। ਇਹ ਕਿਹੜੀ ਲੌਜਿਕ ਹੈ? ਇਹ ਕਿੱਥੇ ਨਹੀਂ ਕਿੱਥੇ ਜਾ ਕੇ ਮਿਲਾਈ ਨੇ। ਲਾਜਿਕ ਤੈਨੂੰ ਸਮਝ ਤੇ ਲੱਗ ਗਈ ਹੈ ਨਾ, ਤੂੰ ਫੇਰ ਹੀ ਪੁੱਠੇ ਸਿੱਧੇ ਕੰਮ पे ਕਰਨਾ ਵੇ। ਜੇ ਤੈਨੂੰ ਸਮਝ ਨਹੀਂ ਆਂਦੀ ਪਈ ਤੇ ਸਿੱਧੇ ਤਰੀਕੇ ਨਾਲ ਕਹਿ ਓਕੇ ਭਾਈ ਇਹ ਲੈ ਸੁਣ ਲੈ यार सुनियो यार, सर समझ बिल्कुल मैंने ਸੁਣ ਲੈ एक जवाब नहीं था। ਤਾਂ ਮਿਊਟ ਲਾ ਨਾ ਸੁਣ ਲੈ। का यानी हैज का आना या जेर नाफ बाल और बगलों के बालों का उगना। हेलो जी, बलूगत की एक बात कर रहा है कि बलूगत की अलामत ये है। अब ये अलामतें देख लें और मुझे आराम से बड़े तसल्ली से कुरान और हदीस से साबित कर दो। बस एक कुरान की आयत एक हदीस दे दो, बस ज़्यादा रौला नहीं पाना। छड्डो मावा भैनों नूं विचों कड्डो, ਇਹ ਬਸ ਜਿਹੜੀਆਂ ਨੇ ਅਲਾਮਤਾਂ ਦੱਸ ਰਹੇ ਨਾ ਬਲੂਗਤ ਦੀਆਂ, ਇਹ ਮੈਨੂੰ ਜ਼ਰਾ ਸਾਬਤ ਕਰ ਦਿਆ ਜੀ। होगा औरत के लिए अलामात बलूगत में से है मेंसेस का यानी हैज का आना या जेर नाफ बाल और बगलों के बालों का उगना। मर्द के लिए भी यही है। या नाइट फॉल का हो जाना यानी जो एहतलाम हो जाना। तो ये अलामात है किसी को। जी अब सुन लिया आप लोगों ने कि औरत की और मर्द की अलामत बलूगत ये बता रहा है कि नाइट फॉल का हो जाना यानी इख्तलाम हो जाना, जेरे नाफ जिन्हों झूआ भी कहते हो, पता नहीं होर भी ਉਹਦੇ ਨਾਂ ਹੈ ਨੇ, या मतलब बगलों के वाल ए निकलन ते औरत नूं मैंसीज आ जान। अच्छा ये है औरत और मर्द दोनों का ही उसने इकट्ठा बता दिया। अब इसके ऊपर जो ये अलामत बलूगत है ना, इसके ऊपर एक कुरान की आयत चल जाएगी, या तो कह दो भाई कुरान के अंदर नहीं है, ठीक है, और हदीस के अंदर से साबित करना है, इधर उधर नहीं जाना। चलो जी शुरू हो जाओ।
ٹھیک ہو گیا مفتی صاحب. اس نے کب کہا ہے کہ قرآن میں یہ لکھا ہوا ہے کہ اس کی بلوغت کی ہے؟ ٹھیک ہو گیا، مان لیتے ہیں کہ یہ قرآن میں نہیں ہے. اچھا حدیث میں ہے. آپ اس نے کب کہا ہے کہ حدیث میں آپ مجھ سے ٹھیک ہو گیا، مان لیتے ہیں مان لیتے ہیں. سر میں وہ بھائی رک جائے نا، میں مان لیتا ہوں یار، نہ ہی قرآن میں نہ ہی حدیث میں. کیا یہ قرآن اور حدیث سے ہٹ کے یہ بات کر رہا ہے؟ ہاں یہ تو جنرل بات کر رہا ہے. ٹھیک ہو گیا، بس جی نوٹ کریے بھائی نوٹ پوائنٹ نوٹ کر رکھیے گا. آج کی نشست کا یہ پوائنٹ ہے کہ مرزا جونیئر جیل میں یہ جو ہے نا یہ علامات جو بتائی ہیں، کم از کم ایک چیز کلیئر ہو گئی ہے کہ یہ قرآن حدیث سے ہٹ کی ہے. یہ میں لکھ لوں یار، ایک منٹ. علامات بلوغت کا ذکر قرآن و حدیث میں نہیں ہے. چلیں جی نمبر ایک مسئلہ حل ہو گیا جی، الحمدللہ. آگے سنیں جی. 13 سال میں ہو جاتی ہے مردوں میں سے، بعض کو 12 سال میں. اور آج کل ہماری فاسٹ فوڈ ہے اور جو اس طریقے سے بے حیائی کے اوپر مبنی چیزیں آ چکی ہیں، لوگ جلدی ایجوکیٹ ہو گیا. 10 سال میں بھی لوگ بالغ ہو جاتے ہیں. عرب ملکوں میں لڑکیاں تو 8-9 سال کی بھی بالغ ہو جاتی ہیں. خود صحیح تھا. اچھا یہ جو ہے یہ قاعدہ کلیہ قرآن یا حدیث میں کہیں پہ ہے کہ عرب میں بلوغت جلدی ہو جاتی ہے اور یہاں ایشیا کے ممالک کے اندر بلوغت جو ہے لیٹ ہوتی ہے؟ کوئی ہے قرآن یا حدیث میں؟ پہلے جو سا آپ نے پوائنٹ لکھا تھا اس کو تھوڑا کریکٹ کر لیں. میں نے یہ نہیں کہا تھا کہ قرآن حدیث میں نہیں ہے. میں نے کہا اس نے جنرل بات کی ہے، اس نے قرآن حدیث کا نام نہیں دیا کہ ادھر لکھا ہو. اچھا یو ٹرن آ گیا. اچھا جی یہ دوسرا سوال تھا، اس کا جواب مجھے چاہیے، مجھے یہ بھول جانا ہے پھر. اچھا سوال یہ تھا علمی کتابی سوال کہ یہ جو عرب میں بلوغت کی جو علامات ہیں وہ بھائی جلدی ظاہر ہو جاتی ہیں جبکہ ایشیا کے ممالک میں دیر سے ہوتی ہیں. قرآن اور حدیث میں کہیں پہ یہ قاعدہ کلیہ لکھا ہوا ہے؟ اس نے کب کہا ہے کہ یہ قرآن میں لکھا ہوا ہے؟ ٹھیک ہو گیا، مطلب قرآن میں نہیں ہے. اس نے کب؟ میں نے یہ نہیں کہا نہیں ہے، میں نے کہا اس نے کب کہا ہے کہ جو آپ ریفرنس نکال دیں. دنیا میں 7 بر اعظم ہے، قرآن میں لکھا ہوا ہے. میرے سوال کا جواب دیجیے بھائی، مجھے نہیں پتا. نہیں آپ میرے سوال کا شروع میں پوچھا تھا آپ نے، ابھی تک اس کا جواب نہیں دیا. سیکس ایجوکیشن ان اسلام ویڈیو کے اوپر میں بات کر رہا ہوں. مجھے ادھر ادھر کے بر اعظم ایشیا تو افریقہ تو ادھر ادھر سے مجھے جانے کی ضرورت ہی نہیں ہے. ٹھیک ہے، یہ جو اسلام کے اندر جو سیکس ہے نا، اسلام میں جو سیکس ہے اس ویڈیو کے اوپر میں بات کر رہا ہوں. اور ابھی 1 منٹ 8 سیکنڈ کے اوپر یہ گفتگو پہنچی ہے. تو یہ میرا سوال ہے اور سوال معصوماً ہے، دوبارہ سننے کہ یہ جو بتا رہا ہے بلوغت کا یہ جو معیار بتا رہا ہے عرب کے لیے الگ ہے، ایشیا کے لیے الگ ہے. عرب میں جلدی بالغ ہو جاتے ہیں کڑی منڈا، اور یہ جو ایشیا کے کڑی منڈے بعد میں بالغ ہوتے ہیں. کیا یہ قرآن یا حدیث میں کہیں پہ ہے کہ نہیں؟ مفتی صاحب موٹی سی بات ہے، میرے تھوڑا اونچا بولیے گا، تھوڑا اونچا بولیے گا. میں کہہ رہا ہوں مفتی صاحب موٹی سی بات ہے. میرے سوال کا اگر آپ کے پاس جواب ہے نہیں بھائی میرے پاس نہیں ہے تو آپ میں لیو کر دیتا ہوں. میں کر دیں لیو، کوئی احسان کر رہے ہیں آپ؟ آپ کے پاس جواب نہیں ہے؟ نہیں ہے میرے پاس، نہیں ہے جواب. بس چلیں ٹھیک میں کب کا کہہ رہا ہوں نہیں ہے. ہوں تھوڑے کو نہیں ہے جواب تو تھی دوڑن لگے ہو جاتے. 1 منٹ ہے پارٹی شروع ہوئی ہے. ٹھیک ہے، آپ نے ابھی تو ویڈیو مان لیا کہ نہیں ہے جواب. 10 منٹ کی پوری ویڈیو. ٹھیک ہے، آپ نے مان لیا، میں نے یہی سننا تھا. نہیں تو پھر نہیں جی دسنا پھر رجو دے. ٹھیک ہے انڈر ویئر کا سائز نہیں جی دسنا. اپنی دھی کو پوچھ لو. نہیں یار ساڈیاں دھیاں اندیاں ہی نہیں. چلو بس انہیں کو گیم اوور ہو گئی ہے بھائی، سیدھی سی بات ہے. یار ہم کوئی زیادتی کر رہے ہیں یا تو اس بغیرت کو، یہ جو سامنے سور کا بچہ بیٹھا ہوا ہے اس کو جا کے کہو کہ تو نے یہ اتنی گندی گندی ویڈیو کیوں بنائی ہیں. یہ باتیں سرے عام کرنے والی ہیں. اسلام میں سیکس، السلام علیکم، 1 منٹ میوٹ لاؤ جناب. تعلیم ہے. جب ہم
जूनियर जेल में के स्टूडेंट से ये बातें करते हैं या सवालात पूछते हैं तो आगे से ये फिर नाराज हो जाते हैं। जी जनाब, अगले कॉलर ਨੂੰ ਲਵੋ ਜੀ। ਜੀ अस्सलाम वालेकुम। वालेकुम। जी ਤੁਹਾਨੂੰ ਵੀ अस्सलाम वालेकुम मुफ्ती साहब। ਮਾਸੂਮ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? आवाज आउंदी भी मैनू आउंदी ਤੁਹਾਡੀ ਬਸ आवाज। ਠੀਕ ਹੋ ਗਿਆ, ਓਕੇ ਹੋ ਗਿਆ, ਫਿਰ ਡਨ ਹੋ ਗਿਆ। ਇਹ ਮੁਫਤੀ ਸਾਹਿਬ ਕਿੱਥੇ ਜੇ? ਇਹਨਾਂ ਨੂੰ ਲਿਆਓ ਜਰਾ ਸਾਹਮਣੇ 2 ਮਿੰਟ। ਅੱਜ ਸਾਹਮਣੇ ਤਸਵੀਰ ਨਹੀਂ ਲੱਗੀ ਦੀ ਹੈਗੀ, ਉਹ ਕਿਹੜਾ ਕਿਨਾਰਾ ਮੁਫਤੀ ਸਾਹਿਬ ਬੋਲਦੇ ਹੀ ਨਹੀਂ ਪਏ। ਗਾਇਬਾਨਾ ਤੌਰ ਦੇ ਉੱਤੇ ਉਹ ਹਾਜ਼ਰ ਨੇ। ਓਏ ਯਾਰ ਥੱਲੇ ਬਹਿ ਜਾ, ਹੋਰ ਆਵੇ ਭਾਈ, ਕੋਈ ਹੋਰ ਆ ਜਾਏ ਕੋਈ। ਆਹੋ ਏਡਾ ਕਿਲ ਤੂੰ ਕਿਸੇ ਦੀ ਝੋਲੀ 'ਚ ਬੈਠਾ ਹੈ, ਉਹ ਤਾਂ ਹਿੱਲ ਤੇਰੀ ਆਵਾਜ਼ ਨਿਕਲੇ ਥੋੜੀ ਕੋ। ਅੱਛਾ यार इधर मलक जेड़ा होंदे नहीं ते ए 2 सवाल ते जवाब ते लओ ना यार, कम अज कम, ज्यादा दूर ते नहीं। 2 ते सवाल ते इत्थे जिक्र होया ना। नंबर 1 है कि अलामत ते बलूगत कुरान या हदीस दे विच वहानी ने। नंबर 2 जेड़ा इन्हां ने बलूगत दी उम्र इन्हें दसी है, अरबो अजम दी अलग अलग, यह भी कुरान दी दसनी। ए 2 सवाल ते कम अज कम इन्हां को जवाब लवो ना। हाँ, अगली गेम बाद चु करांगे जी। अस्सलाम वालेकुम। वालेकुम। कैसे हैं जनाब, ठीक ठाक हैं? जनाब 2 सवाल ने ਉਹਦੇ मेरे जवाब इल्म दियो। के मुताबिक मैं क्या ਜਿਹੜੇ 2 सवाल होए ने ਇਹਦਾ पीरियड्स आ जाएं तो बालिग हो जाती है, और मर्द को जब एहतलाम वगैरह या डिस्चार्ज होना शुरू हो जाए तो वो भी बालिग ही है। ये तो दोनों का ठीक है, निकाह हो लेकिन सकता है ये और कहाँ बच्चा पे पैदा लिखा हो है? सकता है। ਵੀਡੀਓ ਬੰਦ ਕੀਤੀ ਹੈ, ਤੁਹਾਨੂੰ ਨਾ ਰਿਪੋਰਟ ਲੱਗ ਰਹੀ ਹੈ। ਔਰ ਸਾਲਿਓ ਨਹੀਂ ਤੁਹਾਡੇ ਕੋਲ ਜਵਾਬ ਦੇਣਾ ਹੁੰਦਾ ਕਿਉਂ ਰਿਪੋਰਟਾਂ ਮਾਰ ਰਹੇ ਹੋ? अच्छा, एक मिनट जी। सिम साहब, गुजारा ये है कि सवाल ये है, सवाल सुनने पहले तसल्ली से, बड़े तहम्मुल से। सवाल ये है कि ये जो इसने अच्छा मुफ्ती साहब, मैं आपकी एक बात काट रहा हूँ, मौतबाना गुजारिश है। रिप्रेजेंटेटिव, ये इंग्लिश मेरी कमजोर है, ਇਹਦਾ मतलब ਕੀ ਹੁੰਦਾ ਹੈ ਜ਼ਰਾ? अलमदार हैं आप? दीन दे यानी ठेकेदार, जिन्हों दूजे लफ्ज़ां के नहीं ठेकेदार नहीं कहांगे, ऐसी ठेकेदार नहीं है कि तुसी। अच्छा, तुसी अगे अगे हो ते ऐसी पीछे पीछे हैं। नहीं जिस मान इजी लफ्ज़ हैं चाहिए कहांगे ना, लीडर है हो तुसी। देखो, मेरा काम सिर्फ और सिर्फ मिर्जा सीनियर गुलाम कादियानी और मिर्जा जूनियर जेल में तंबी लाना है, बस।
ਆਪਣਾ ਕੋਈ ਕੰਮ ਹੀ ਨਹੀਂ, ਹੋਰ ਇੱਧਰ ਉੱਧਰ ਮੈਂ ਜਾਂਦਾ ਹੀ ਨਹੀਂ, ਨਾ ਹੀ ਮੇਰਾ ਕੰਮ ਹੈ ਕੋਈ ਫਿਰਕਿਆਂ ਦੀ ਗੱਲ ਕਰਨੀ, ਨਾ ਹੀ ਕੋਈ ਭਾਈ ਜੀ ਨਮਾਜ਼ ਰੋਜ਼ਾ ਤੇ ਹੱਜ ਜ਼ਕਾਤ ਦੀ ਕੋਈ ਮਸਲੇ ਦੱਸਣੇ, ਨਾ ਹੀ ਮਤਲਬ ਕੋਈ ਰੂਹਾਨੀ ਤਸਵੁਫ ਦੀਆਂ ਕੋਈ ਗੱਲਾਂ ਤੇ ਕਰਾਮਤਾਂ ਦੇ ਇਹਨਾਂ ਦੀ ਤਲੀਮਾਤ ਮੇਰੇ ਨੋਕੇ ਜ਼ੁਬਾਨ ਨੇ, ਸਮਝ ਆਈ ਕਿ ਨਹੀਂ? ਤੇ ਇਹਨਾਂ ਦੀ ਮੈਂ ਤੰਬੀ ਦੇ ਅੰਦਰ ਜਿਹੜੀ ਹੈ ਨਾ, ਜਿਹੜਾ ਇਹਨਾਂ ਨੇ ਅੰਡਰਵੇਅਰ ਪਾਇਆ ਹੈ, ਤੇ ਉਹਦੇ ਸਾਈਜ਼ ਤੱਕ ਵੀ ਮੈਨੂੰ ਪਤਾ ਨੇ। ਤੇ ਸਮਝ ਆਈ ਕਿ ਨਹੀਂ? ਮੇਰੀ ਗੱਲ ਸਮਝ ਗਏ ਹੋਗੇ ਤੁਸੀਂ, ਬੜੇ ਸਮਝਦਾਰ ਇਨਸਾਨ ਹੋ ਤੇ ਬੜੇ ਮੈਂ ਮੁਫਤੀ ਸਾਹਿਬ ਵਾਲਾ ਚੀਜ਼ ਚੰਗੀ ਨਹੀਂ ਹੈਗੀ। ਠੀਕ ਹੋ ਗਿਆ ਨਾ, ਇਹ ਚੀਜ਼ ਚੰਗੀ ਜੇ ਇਸਲਾਮ ਦੇ ਅੰਡਰਵੇਅਰ ਵਗੈਰਾ ਇਸਲਾਮ ਗੰਦੀਆਂ ਗੱਲਾਂ। ਉਹ ਭਾਈ ਇਹ ਜਿਹੜੀ ਵੀਡੀਓ ਮੈਂ ਇੱਕ ਆਪਣਾ ਸਿਮ ਸਾਹਿਬ ਸਿਮ ਸਾਹਿਬ ਤੁਸੀਂ ਨਾ ਮਿਊਟ ਲਾਓ ਜਦੋਂ ਤੱਕ ਮੁਫਤੀ ਸਾਹਿਬ ਦੀ ਗੱਲ ਮੁਕੰਮਲ ਨਹੀਂ ਹੋਏਗੀ ਉਦੋਂ ਤੱਕ ਤੁਸੀਂ ਨਹੀਂ ਪਾ। ਭਾਈ ਇੱਕ ਅਦਾਲਤ ਦੇ ਵਿੱਚ ਜਿੰਨਾ ਤੀਕਰ ਤੁਸੀਂ ਮੁਕੱਦਮੇ ਨੂੰ ਪੂਰਾ ਸੁਣੋਗੇ ਨਹੀਂ ਤੇ ਜੱਜ ਸਾਹਿਬ ਫੈਸਲਾ ਕੀ ਨਹੀਂ ਕਰਨਗੇ ਯਾਰ? ਤੁਸੀਂ ਆਂਦੇ ਹੀ ਫੈਸਲਾ ਠੋਕ ਦਿੱਤਾ ਜੀ, ਮੁਫਤੀ ਜੀ ਤੁਹਾਡੀ ਜ਼ਬਾਨ ਚੋਂ ਇੰਜ ਦੀਆਂ ਗੱਲਾਂ ਜ਼ੇਬ ਨਹੀਂ ਦੇਣੀ, ਕਿਉਂ ਨਹੀਂ? ਤੁਹਾਨੂੰ ਪਤਾ ਹੀ ਕੱਖ ਨਹੀਂ ਕਿ ਤੇਰੀ ਮਾਂ ਨੂੰ ਲਾਮ ਨੂਨ ਤੇ ਆਗੇ ਮੈਂ ਨਾਕੇ ਨਾ, ਤੇ ਮੈਂ ਇਹ ਨਕਲ ਕਰਦਿਆਂ ਇਹੋ ਹੀ ਕਵਾਂਗਾ ਨਾ ਜੀ, ਸਿਮ ਸਾਹਿਬ ਨੇ ਮਿਰਜ਼ਾ ਜੂਨੀਅਰ ਜੇਲਮੀ ਦੀ ਮਾਂ ਨੂੰ ਲਾਮ ਨੂਨ ਕਿਹਾ, ਬਸ ਮੈਂ ਨਾਕੇ ਲਾਂ, ਮੇਰਾ ਤੇ ਕੁਝ ਨਹੀਂ ਵਿਗੜਿਆ ਨਾ। ਮੈਂ ਤੇ ਬਈ ਨਕਲ ਕੀਤੀ ਏ ਉਹ ਗੱਲ ਕਿ ਜਿਹੜੀ ਸਿਮ ਸਾਹਿਬ ਨੇ ਕਿਹਾ ਸੀ ਕਿ ਮਿਰਜ਼ਾ ਜੂਨੀਅਰ ਜੇਲਮੀ ਦੀ ਮਾਂ ਨੂੰ, ਸਮਝ ਆਈ ਕਿ ਨਹੀਂ? ਉਹ ਭਾਈ ਜਾਨ इस्लाम में सेक्स की तालीम साल पहले दी वीडियो मौजूद है, उस बंदे नूं अज तक किसी ने कुछ नहीं किया, अज तक किसी मरज़ई की गैरत के उत्ते रत्ती बराबर भी फर्क नहीं आया कि मिर्जा जूनियर जेलमी नूं लित्तर ला के पूछे कि अन्नी दिया बचिया अपनी कुड़ी दियां तू अंडरवेयरां दे जिक्र सारी कौम के सामने करना है पिया, तेरे नाम तेरी शर्म और गैरत मर गई है। ਉਹ ਯਾਰ ਉਹ ਜਿਹੜੇ ਦੱਲੇ ਹੁੰਦੇ ਨੇ ਹੀਰਾ ਮੰਡੀ ਦੇ ਕੋਠਿਆਂ ਦੇ ਥੱਲੇ ਖਲੋਤੇ ਹੁੰਦੇ ਨੇ, ਜਿਨ੍ਹਾਂ ਨੇ ਮੋਢੇ ਦੇ ਉੱਤੇ ਰੁਮਾਲ ਰੱਖਿਆ ਹੁੰਦਾ ਹੈ, ਉਹ ਵੀ ਆਪਣੀ ਬਾਜੀਆਂ ਦੇ ਅੰਡਰਵੇਅਰਾਂ ਦੇ ਜ਼ਿਕਰ ਨਹੀਂ ਕਰਦੇ ਲੋਕਾਂ ਨੂੰ। ਕਰੋ ਗੱਲ ਹੁਣ ਤੁਹਾਡੀ ਵਾਰੀ ਹੈ। एक्सेप्ट करो, मैं म्यूट तो हटाया था उन्होंने। जी सर जी सवाल आपने ये किया है कि हमारे नाकिस इल्म के मुताबिक जैसे कि हज़रत आयशा की शादी हुई 8 साल की उम्र में, तो उम्र में कर दी गई थी। दे ना दे हवाला दे, 8 साल की उम्र आप कह रहे हैं, हवाला दे। हवाला निकाल के देना पड़ेगा, अभी तो नहीं मालूम, मगर बच्चे को मालूम है 8 से 11 साल। बगैर हवाले बगैर दलील के हज़रत आयशा की शादी किस उम्र में हुई? मुझे नहीं पता।
مدعی آپ ہیں، دعویٰ آپ کر رہے ہیں کہ بھائی حضرت عائشہ کی عمر شادی جو ہے 8 سال میں ہوئی ہے، حوالہ آپ نے دینا ہے، میں نے تو نہیں دینا۔ صاحب کو آپ کیا سمجھتے ہیں؟ کافرس جو ساری دنیا سمجھتی ہے، کیا ساری دنیا سمجھتی ہے؟ جو ہم مسلمان سمجھتے ہیں، کیا سمجھتے ہیں؟ آپ کیا سمجھتے ہیں؟ کافر ہی سمجھتے نہیں، ہیں تو آپ ہم بھی کافر ہی اپنا سمجھتے ہیں۔ بتائیے مجھے، آپ کے میں بھی کافر ہی سمجھتا ہوں، اس سوال میں کے بھی جواب کافر کے اوپر سمجھتا مجھے ڈاؤٹ ہوا ہے کہ آپ کہیں قادیانی تو نہیں ہیں، کیونکہ ہوں۔ یہ جواب قادیانیوں کا ہوتا ہے کہ نعوذ وہ باللہ، مدعی اللہ خود نہ ہوتے ہیں، کرے۔ دعویٰ خود کرتے ہیں، دلیل میں کافر اگلے بندے کو کہتے ہیں کہ دلیل قرآن کی تم نے بولتا دینی ہوں، ہے۔ دیکھیں میں ابھی اس کو دعویٰ آپ نے میں کیا اس کہ کو حضرت رضی اللہ عائشہ تعالیٰ نہیں صدیقہ، بول رہا یا علیہ السلام نہیں بول رہا، حضرت اس کو لانتی عائشہ جو بول رہا ہوں ہیں، اور کافر بول رہا ہوں۔ آپ کو حضرت اگر اردو سمجھ آتی ہو، حضرت ہر وہ بات حوالے کے ساتھ سیم کریں۔ صاحب آپ نے جو بات یہ تو کی ہے حضرت یہ تو ہم عائشہ رضی مسلمانوں اللہ کو پتہ تعالیٰ ہی ہے عنہ نا، کے بارے میں، حضرت بات عائشہ سنو نا، رضی اللہ حضرت تعالیٰ عائشہ کے عنہ کی بارے شادی میں 8 سے ہماری اماں 11 جان سال کے کی عمر بارے میں میں ہوئی۔ آپ نے بات کی، بات سنیں نا، جب آپ بات کر رہے ہیں تو آپ وہ حوالہ بھی تو دیں نا۔ اب مفتی بے صاحب نے شک جو مجھے بات کی حوالہ ہے، مجھے دیکھیں حوالہ جو انہوں نے بات کی مجھے ہے، حوالہ انہوں دینا نے چاہیے، باقاعدہ اسے ویڈیو دینا سے چاہیے مجھے۔ میں اپنی آپ غلطی سے ایکسیپٹ سوال کرتا کی ہے، ہوں، میں اپنی غلطی ایکسیپٹ کر رہا ہوں نا کہ یعنی مجھے کہ اس کا حوالہ مطلب دینا آپ کے چاہیے۔ پاس وہ حوالہ موجود میرے نہیں پاس ہے، حوالہ آپ نہیں نے ہے۔ ویسے ہی کہہ دیا۔ آ کر بھی آپ کہہ رہے نہیں جی حوالے سے بات کریں، کون کس قسم کا حوالہ آپ کو چاہیے میاں؟ بھائی میں تو مرزا جونیئر جیل میں کی ویڈیو دکھا کے کہہ رہا ہوں کہ وہ کہہ رہا ہے، ٹھنڈے دل سے سنیے گا یار، آپ تو باتوں سے تو گفتگو سے تو بڑے انتہائی زیرک انسان لگ رہے ہیں، لیکن یہ میرا جو ہے نا حسن زن ٹوٹ نہ جائے کہیں، گزارا یہ ہے کہ دیکھیے وہ بندہ کہہ چوہے کہتے ہیں وہ نکل آنا، جناب لڑکی جو ہے اس کو مینسز آ جائیں، لڑکے کو احتلام ہو جائے، اچھا اچھا یہی ہے۔ تو بس میں نے آج سوال کیا کہ یہ قرآن میں ہے کہ حدیث میں ہے بلوغت کی؟ یہ میں حق بجانب ہوں کہ نہیں؟ ذرا صرف ہاں یا نہ میں جواب دیجیے گا، اگلی بات میں نے ابھی کرنی ہے۔ سم صاحب میں حق بجانب ہوں کہ نہیں، پوچھوں کہ نہیں کہ یہ بالکل قرآن میں ہے کہ حدیث میں؟ جی بالکل ہیں، بس ٹھیک، بس میوٹ کریں میوٹ کریں۔ اچھا یہ سوال فقہ کے اندر کی ہوئی ہے نا، یہ انہی باتوں کو بیان کر رہا ہے اور ان کو بیچ میں بیان نہیں کر رہا، اور ان کو کہہ رہا ہے کہ جی بابوں کا خدا کوئی اور، یہ بندے سارے مشرک تھے۔ امام اعظم ابو حنیفہ، امام شافعی، امام مالک، امام حنبل، یہ 4 فقہیں بڑی ہیں، ان چاروں کے بارے میں اس نے کہا ہے کہ ان کا خدا کوئی اور ہے، بابوں کا خدا کوئی اور ہے، یعنی یہ مشرک لوگ ہیں۔ سوال یہاں پر یہ تھا کہ جو وہ فقی مسائل انہوں نے مستنبط کیے، استنباط کیا ادلہ اربع سے، قرآن، سنہ، اجماع اور قیاس، یہ منطق، اب سمجھیں آپ سم جی صاحب؟ جی بالکل بالکل، یہ ناراض ہونے والی باتیں نہیں ہیں اس میرے میں بالکل بھائی۔ نہیں، آپ بالکل صحیح بات کر رہے ہیں کہ اگر یہ قرآن و حدیث میں نہیں ہے، کیونکہ میں تو اتنا بڑا عالم نہیں ہوں قرآن و حدیث کا، اور یہ اگر ان کے مسئلے ہیں اور بیان کیے جا رہے ہیں اور ان کا ذکر نہیں کیا جا رہا تو واقعی غلط ہے۔
یہ پیور فقہ کے مسائل ہیں. ایک طرف میرے بھائی یہ دیکھیں، ایک طرف آپ لوگ کہیں کہ بھائی نہیں کہ ہم فقہ کو مانتے نہیں ہیں، ٹھیک ہو گیا، نہیں مانتے. صحیح، میں سمجھ گیا ہوں آپ کی بات. بھائی آپ کا دکھ ہوتا ہے، تھوڑی دیر بالکل، پہلے واللہ میں سمجھ گیا ہوں. واللہ تھوڑی دیر پہلے ابھی میں ایک لائیو پر تھا، وہ تھی کوئی ایک خاتون ہے، کرنے والے کچھ لڑکے بٹھائے ہوتے ہیں، اور آج تو ایک لڑکی بھی میں نے دیکھی ہے اور بھی ساتھ بیٹھی تھی، وہ حدیث کے اوپر اتنی پھپتیاں کس رہے تھے. میں خود تو لائیو میں نہیں کیا، میں نے ایک لڑکا تھا میرے پاس، میں نے اس کو کہا کہ ابھی جوائن کر توں، تو سوال میں نے بتائے اس کو، تو وہ اس نے سوالات کیے. میں نے کہا کہ ان کو کہو کہ پوری نماز جو آپ پڑھتے ہیں نا وہ قرآن کے اندر سے دکھا دو. چلو جی، پھنس گئی جان شکنجے اندر جی میں بیلنے چ گنا. وہ بھائی جی ہاتھ اٹھانا ہی نہ مشکل ہو گئے. ابھی حج گزرا ہے، یا تم زکوٰۃ جو دیتے ہو، جو تم پوری عبادات وہ ساری کی ساری قرآن کے اندر سے نکال کے دکھا دو، نہیں ملیں گی تمہیں. ایڑی چوٹی کا زور لگا لو، تمہیں نہیں ملیں گی. یار یہ بڑی بغیرتی نہیں ہے کہ تم جو نماز پڑھو تو وہ حدیث کے تحت پڑھو لیکن حدیث کو مانو ہی نہیں. یار یہ کتنی بڑی بغیرتی ہے یار. یہی بات میں کہہ رہا ہوں کہ جو تم جناب جو کڑوی ہیں، جو اگرچہ آپ لوگوں کو کڑوی لگتی ہیں، لیکن الحق مرن، سچ کڑوا ہوتا ہے. مجھے یہ کہنا مجبوری ہے میری. یہ جو میں کہہ رہا ہوں بار بار انڈر ویئر اور پیڈ کا سائز، بھائی یہ تم لوگوں کی صرف غیرتوں کو جھنجھوڑنے کے لیے کہ یہ تمہارے بغیرت اعظم نے اپنی ویڈیو کے اندر یہ باتیں کی ہیں. ہمارے نزدیک اگر پوچھتے ہو یہ حرام کاری ہے، یہ غلط ہے، یہ اس طرح سر عام اس طرح کی باتیں کرنا یہ بہت بڑی بغیرتی ہے اور کمینگی ہے، اور جو بھی اس کو نام دے دو. او بھائی میں اپنی ویڈیو کے اندر میں بارہا کہہ چکا ہوں کہ یقین جانے میں حکیم ہوں، میں طبیب ہوں. میں مطلب ایک عرصہ تک میں نے طبابت کی ہے. میرا کلینک تھا اسلامی دعاخانے کے نام سے، پورے ورلڈ میں میرا کلینک مشہور ہوا. میری پروڈکٹس جو ہیں ہمدرد اور کرشی کے لیور کے اوپر چلتی رہی ہیں. تو اب میں نے بہرحال چھوڑ چکا ہوں. اچھا، کہنے کا مقصد یہ کہ ہمارے پاس جب یقین جانے آتے رہے ہیں، حالانکہ حکیم یا ڈاکٹر یا مطلب جو پیشنٹ ہوتا ہے اس کا کوئی پردہ نہیں ہوتا، تو ہم جو ان کو طریقے بتاتے رہے ہیں وہ بھی چھپے چھپے الفاظ میں بتاتے رہے ہیں. یقین مانیں ہمیں شرم آتی رہی ہے. پھر باپ اور بیٹے کا جناب وہ اتنا پردہ ہوتا ہے کہ وہ نہیں بول سکتا. اچھا، پھر ماں اور بیٹی کا اتنا پردہ ہوتا ہے کہ بیٹی کھل کے ماں کے سامنے یہ چیزیں نہیں بیان کر سکتی. حتیٰ کہ یار شادی شدہ مرد جو بھی شادی جن کی ہوئی ہے ان کو اس چیز کا ایکسپیرینس ہوگا کہ زوجہ جو ہے نا اس کے جو معاملات ہوتے ہیں وہ اپنے شوہر کے ساتھ ڈسکس نہیں کرتی. انتہائی کوئی مطلب کوئی لفنڈر ٹائپ کی ہوگی تو اس کا نہیں میں کچھ کہہ سکتا، کوئی زوجہ تو وہ تو پھر کرتی ہیں نا. تو لیکن پردے دار ہوتی ہیں خواتین، اور ایک عورت کی اپنی ایک ہوتی ہے وہ حیا ہوتی ہے، وہ نہیں بھائی کرتی بیان. حتیٰ کہ اس کی اگر بیٹیاں 4-5 ہیں تو وہ باپ کو پوری عمر پتہ ہی نہیں چلتا کہ میری بیٹیاں کب بالغ ہوئیں کب نہیں ہوئیں. یہ شرم و حیا کے معاملے. اور وہ بندہ کہ جو کہتا ہے کہ دین تم نے سیکھنا تو میری اکیڈمی میں آؤ. مائک میوٹ کریں بھائی، شور آ رہا ہے. تو گزارش یہ ہے کہ وہ بندہ جو کہتا ہے کہ دین صرف اور صرف میری اکیڈمی کے اندر تمہیں ملے گا، اس کے علاوہ پوری دنیا کے اندر دین کہیں نہیں ہے، وہ جناب یہ تمہاری وہ بیٹیوں کے انڈر ویئر کی اور خون والی شلواروں کے ذکر کر رہا ہے، اور جناب پیڈوں کے ذکر کر رہا ہے، اور رومالوں کے ذکر کر رہا ہے، اور عجیب و غریب. میں اللہ دی قسم میں خود سن کے میں حیران تے پریشان تے میرے خود توتے اڈے نے کہ بندہ کی یہ پیا یار ہے، قوم نو کیڑی طرف لے کے ٹردا ہے پیا.
ਛੋਟੇ ਛੋਟੇ ਬੱਚੇ ਨੇ। ਹੁਣ ਜਿਹੜਾ ਬੱਚਾ ਆਇਆ ਸੀ ਇਹਦੀ ਆਵਾਜ਼ ਤੋਂ ਜਿਹੜੀ ਹੈ ਮੈਂ ਸ਼ਨਾਖਤ ਕਰ ਸਕਣਾ ਕਿ ਤਕਰੀਬਨ ਇਸ ਬੱਚੇ ਦੀ ਉਮਰ ਹੋਣੀ ਹੈ ਕੋਈ 19 ਜਾਂ 20 ਸਾਲ। ਟੀਨ ਏਜਡ ਬੱਚਾ ਹੈ ਉਹ, ਦੇਖ ਲਓ ਟੀਨ ਏਜਡ ਬੱਚੇ ਉਹ ਕਿੱਥੇ ਟੁਰ ਪਏ ਨੇ ਯਾਰਾ। ਸਿਮ ਸਾਹਿਬ ਮੇਰੀ ਇਹ ਸਾਰੀ ਗੁਫ਼ਤਗੂ ਤੋਂ ਕੁਝ ਸਮਝ ਆਇਆ ਜੇ ਕਿ ਨਹੀਂ ਦੱਸਿਆ ਜੇ, ਵੱਲਾ सही दसिया जे, झूठ ना बोलिया जे। जी मुझे समझ आई है, जैसा कि असल जो मुकदमा है आपका, और ये हर किसी का होना चाहिए कि जिनकी बातें हैं उनका रेफरेंस क्यों नहीं बयान किया जा रहा। ये एक लॉजिकल क्वेश्चन होना चाहिए हम सब का। बाकी मैंने ये वीडियो सुनी नहीं है, अब आपने कितनी, कोई लंबी है कि कोई आधे घंटे की है? आधे घंटे से ज्यादा? सिर्फ 10 मिनट की। और ये वीडियो क्यों, ये भी सवाल है ये कि ये वीडियो पूरी क्यों आप लोगों ने दिखाई और इसके ऊपर तबसरा किया। असल में ये हुआ था कि हमने बनाए हुए क्लिप मिर्ज़ा जूनियर जेलमी के कुफरियात, शिरकियात और इसकी बगैरतियात और लफंडरियात और सेक्सियात के ऊपर। तो भाई वो जब क्लिप हम पेश करते थे ना, आगे से मर्दई ये कहता था नहीं जी नहीं मौलवी जी पूरी वीडियो चलाओ, आधा घंटा आगे तो आधा घंटा पीछे चलो। वो यह नहीं पा के बह जाता सी वो यार जी गल है वो जवाब दे भला तू। वो नहीं जी नहीं आधा घंटा पीछे तो आधा घंटा अगे चलाओ तो गल फिर मौलवी जी समझ आनी है। अब मजबूरन मुफ्ती मुबशर ने यह किया है कि यार तुम लोगों की मैं पूरी वीडियो लूँगा तो पूरी वीडियो के ऊपर मैं तबसरा करूँगा। वो भावें हुण 5 दिन चले तो भावें 10 दिन तबसरा चले तो पूरी वीडियो लैके अव्वल तो लैके आखिर तक मैं पूरी सुनावांगा। तो उहदे चों जिन्ने सवाल कायम होणगे ना फिर पुत्तर मेरा उहदे जवाब देने जे तरतीब दे नाल। पहले तो एक सवाल असीं तुहाडे कोल कीता सी ते तुसां क्या कि पूरी वीडियो चलाओ, तो चलो हुण पूरी चलाने तो हुण जिन्ने भी सवाल फिर कायम होणगे हुण फिर सारियां दे जवाब दिओगे। वो यह रौला बनिया जी पूरी वीडियो का। 10 मिनट ते 33 सैकंड की वीडियो है जनाब, जिहड़ी इहदे चैनल इंजीनियर मुहम्मद अली मिर्ज़ा ऑफिशियल के उत्ते वीडियो पई है। सही हो गया। मुफ्ती साहब फिर मैनू इजाजत दिओ, मैं जरा सुन लवां वीडियो। वीडियो सुनने तो बाद फिर गल करने हैं। और कोई पास ना कोशिश करें हैंड फ्री लगा के सुनिएगा, कोई खवातीन पास ना हो क्योंकि बड़ी गलत बात। जो वाइफ है वो उर्दू नहीं भाई जी, ओ भाई जी नहीं है, वाइफ नूं भी सुनाने वाली नहीं है। नहीं वो अरबी है, ओनू उर्दू पंजाबी नहीं आती। अच्छा जी, अच्छा। चलो ठीक बेहतर है जी। आप सुनो तो फिर मैनू आके अगली किसे साहब ਅਸੀਂ ਫਿਰ ਤੁਹਾਡਾ ਨਾ ਇੰਤਜ਼ਾਰ ਕਰ ਰਹੇ ਹਾਂ। अगली किसे नहीं 10 मिनट देगी तो फिर ते मैं आया। हुणे सुन लो जाके फिर आ जाओ तुसी। ठीक है, ओके सर। वालेकुम। अच्छा जी, अली भाई आए ने से नाटो कादियानी वाले। अस्सलाम वालेकुम अली भाई, की हाल है? नहीं अली भाई नूं ना ही अज लवो, नवे बंदियां नूं लवो भाई काल ते जी। नवे स्टार आ जाए जी। ओके जी, कट गए ने। एम जी आ जाओ जनाब। ये जेडे इन्ने बड़े बैठे जे कौन ने? ये अपना ही ने। अच्छा हाँ जी, 2 डब्बे उन्होंने वास्ते खाली छड्डे देना कि एक गल मुकम्मल हो ले फिर उस तो बाद दूसरा। अस्सलाम वालेकुम मुफ्ती साहब। मुझे बस छोटी सी बात करनी थी। वो आपको याद है लास्ट टाइम मैंने आपको कहा था अपने फॉलोअर्स कैसे हाइड करने, तो मैंने आपको वीडियो बना के आपको टैग किए, तो आप वो वहाँ से देख सकते हैं कि फॉलोअर्स कैसे हाइड करते हैं। तो बस यही आपसे कहना था। मतलब ए जेड़ा आंदे ने पे की ये फॉलोवर भाई हाइड करन दा कोई तरीका है कोई की है? वो फॉलोअर टैग करने ने नहीं हाइड आंदे ने और लोकां नूं नजर नहीं आणगे फिर तुहाडे फॉलोवर। हाँ जी, वो मैं कर देना तो सेंड कर देना। वो फिर मैनू दस्या जे फिर ते सही है। जी जी, जज़ाकल्लाह एमजे साहब। दूसरा मैंने कहा था मुफ्ती साहब आप अपना ना वेरीफाइड अकाउंट के लिए भी अप्लाई करें, आपका इजीली अप्रूव हो जाएगा क्योंकि आपका यूट्यूब चैनल भी आ रहा और वेबसाइट भी। तो आप वेरीफाइड यार है मतलब है सारे तरीके सीख भाई ना को मैनू समझाने जे। आहो तो मैं क्या कहते हैं वीडियो भी बना के आपको टैग कर दूंगा। और बिल्कुल मुझे टैग कर दीजिएगा। जी जी ठीक होगा, चलो कर दूंगा। चलें बस ਤੁਸੀਂ ਐਮ ਜੇ ਭਾਈ ਮੈਨੂੰ ਨਾ ਇਹਨਾਂ ਇਹ ਤਕਨੀਕੀ ਚੀਜ਼ਾਂ ਦਾ ਇੰਨਾ ਇਲਮ ਨਹੀਂ ਤੇ ਮਲਕ ਨੂੰ ਨਾ ਥੋੜਾ ਤੁਸੀਂ ਦੱਸੋ ਤੇ ਇਨਸ਼ਾਅੱਲਾ ਫਿਰ चले ठीक होगा, कोई नहीं, मैं इनको सेंड कर दूंगा। अल्लाह जी आप दे प्यार को बताओ अल्लाह शुक्रिया। अच्छा जी, आओ भाई हुन तो कोई भी नहीं हैगा मुफ्ती साहब चले काल दे उत्ते कोई भी नहीं।
कोई हिम्मत करके मरसटे आ जाओ। कादियानी मिर्जा कादियानी तो मनन वाले आ जाना, कोई गल नहीं। हाँ सही, उदों तक फिर असीं गल कर ली, फिर अली भाई भी ने जी अस्सलाम वालेकुम वरहमतुल्लाहि वबरकातुहू। तमाम देखने वाले मुसलमान वीरां भैन भरावां नूं लख दी लानत मिर्जे कादियानी सूर ते गौर शाहियां ते मिर्जे जेलमी जनवी ते उन्हां दे मनण वालियां ते सुनाओ की हाल, ठीक ठाक हो? अल्लाह दा शुक्र रहना चाहिए। देखो जी जवाब तो फिर नहीं ना है उन्हां कोल, जवाब कित्थों उन्हां ने देना? हाँ जी ते पहले जदों नाल बैठ के गल्लां करदे ना इकट्ठे, ठीक है, जदों वो बंदा उधर नहीं ना गया हुंदा, जिस तरह मेरा कादियानी सी, फिर बिल्कुल सही गल्लां करदे ने। फिर आहिस्ता 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 फिर जदों जिस तरह गोरियां ने उन्होंने प्लांट किया ना, जदों फंडिंग होनी शुरू हो जाती, प्लांटिंग शुरू हो जाती है, फिर ना दिमाग फिर जाता। जिस तरह गोर शेह का फिर बाद च फिर मिर्जा इंजीनियर का फिरया है, ते फिर उन्होंने अजीबो गरीब जी गल्लां शुरू कर दित्तियां। ते यही गल जवाब नहीं फिर उन्होंने होंदे आ, जवाब दे भी इन्हां गल्लां दे कित्थों जवाब दे सकदे? अस्तगफुरुल्लाह माज़अल्लाह। है जी कोई बंदे कोल बहंदे ने, बह के पहले कहंदे ने बहंदे ने, बह के ते जिहड़ा तुहाडे नाल ही गल्लां करदे ने, ठीक है, फिर होर किधर जाके बहन लग पैंदे ने ते जनाब फिर जिहड़ा कहंदे ने जी इंज ते उंज, फिर गालां कढदे ने, ठीक है, कढ के फिर दुआ मंगाण लग पैंदे ने। हाँ जी लग गई, गालां कढ के फिर दुआ मंगाण लग पैंदे ने, आपू गालां कढदे ने, मैं मां नूं इंज करांगा, मैं मां नूं इंज करांगा। यार मेरे एक मलक टिकटॉक ग्रुप च जा के तस्वीर एक भेजी आ, वो ला दे। ठीक हो, चलो गल जारी रखो, गल जारी रखो। अच्छा मसला असल दे विच भी जेहड़े फिर बाद दे विच जिन्हां मुनाफिक मैं ते कहना, ठीक है, वो चिट्टी दाढ़ी वो मलक भाई कहंदे सन, ना ना दाढ़ी नहीं, वो वाल वध गए ने, वाल वधा ले ने उन्होंने, ठीक है, जिन्हां दी दाढ़ियां होंदियां ना, इस तरह नाल गल करदे ना, ओदा पास हुंदा, उन्हां नूं साहस हुंदा, ठीक है ना, ते मतलब कहंदे ना यार मैनू एक गल नहीं समझ आती, एक गल नहीं समझ आती यार, बंदा ला ले लित्र ते तुहानू पा ले लम्मा, तुहानू केड़ी तुहाडे मैनम पछवाड़े च खारिश हुंदी है कि यार अली मलक ये गल कोई करदा, अगर मरदइयां नू लित्र परेड करदा, तुहानू कादी खारिश हुंदी है यार? मैनू अज तक कह नहीं जे समझ आई, केड़ी उन्हें तुहाडी उंगल दे थल्ले तुहानू कमाल हो गई यार, मैनू नहीं समझ आउंदी पई। मुझसे पहले कोल बहंदे सन, नाल बैक कर दिंदे सन, मैनू नहीं समझ, मैनू अफल पहले कहंदे सन कोल बैक कहंदे सन ना बई ए जेड़ा ना कोल बहंदे सन, कहंदे सन 20 आयतां दे 20 आयतां जेहड़ियां ने ओ मनसूख ते नस्ख हो गईयां ना कुरान पाक दियां, उन्होंने डर करदा यार जदों वो बैक गल सामने करदा की हो गया कर मतलब मैनू तेरे नाल प्यार है इस वजह तो कि तू भाई कादियानी ओनू लित्र परेड करना है यार, मैनू मलक नाल प्यार है कि भाई एदा तारुफ मैनू ऐसे चीज़ नाल है कि भाई मरदइयां दी लित्र परेड करदा है। मैनू हर उस मुंडे दे नाल प्यार वे कि जिहड़ा भाई लित्र परेड करे इन्हां दी, बस छोटे वड्डे मिर्दे नू पा ले लम्मे। ओ यार फितरती तौर ते थानू ना मज़ा आंदा है ऐसे बंदियां नाल यारी रख के। ओ यार तुसी किंजदे हो यार, मैनू तो ये नहीं समझ आती। वो पहुंचो कि तुसी अपने मोर्चों के उत्ते जिहड़ा बंब सुट्टदे हो पे ते अपनी सपाई तुसी हला करी जा रहे हो। नहीं मुफ्ती साहब पता की गल है, हुण मैं मेरी उस बंदे नाल ना डायरेक्ट गल हुई फोन ते, पता की मैं हो जा मैं दोगला बंदा नहीं, मैं जिस अगर मैं मलक साहब दे नाल गल करनी है ना ते मैं ये नहीं कहना मैं 6 बंदे नूं जाके कहांगा ओ मलक साहब ने इंज गल कीती, ना 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 ना, मैं फौरी उस बंदे नूं फोन करना हुंदा,
ਮੇਰੇ ਕੋਲ ਨੰਬਰ ਮੈਂ ਫੋਨ ਕਰਨਾ, ਨਹੀਂ ਤੇ ਮੈਂ ਦੂਜੇ ਬੰਦੇ ਨੂੰ ਕਰਨਾ ਨਾ। ਤੇਰਾ ਮੈਨੂੰ ਇਸ ਬੰਦੇ ਦਾ ਰਾਬਤਾ ਨੰਬਰ ਲੈ ਕੇ ਦਿਓ। ਮਲਕ ਸਾਹਿਬ ਨੂੰ ਬੜੇ ਚੰਗੇ ਤਰੀਕੇ ਨਾਲ ਜਾਣਦੇ ਨੇ, ਮਾਸ਼ਾਅੱਲਾ 3 ਸਾਲ ਤੋਂ ਜਾਣਦੇ ਨੇ। ਮੈਂ ਸਾਹਮਣੇ ਗੱਲ, ਮੈਂ ਉਸ ਬੰਦੇ ਨੂੰ ਡਾਇਰੈਕਟ ਕਾਲ ਮਿਲਾਈ, ਮੈਂ ਕਿਹਾ ਜੀ ਤੁਹਾਨੂੰ ਮਸਲਾ ਕੀ ਹੈ ਜੀ? ਪਹਿਲੇ ਤੁਸੀਂ ਸਾਡੇ ਨਾਲ ਬਹਿੰਦੇ ਸੋ ਤੇ ਹੁਣ ਤੁਸੀਂ ਸਾਡੀ ਗੋਦੀ 'ਚ ਬਹਿ ਗਏ ਹੋ, ਇਹ ਕੀ ਗੱਲ ਹੋ ਗਈ? ਠੀਕ ਹੈ ਜੀ। ਉਹਨਾਂ ਨੇ ਕਿਹਾ ਜੀ ਮੈਨੂੰ ਹੁਣ ਕੋਈ ਮੁਫਤੀ ਜਿਹੜਾ ਹੈ ਨਾ, ਉਹਨਾਂ ਨੇ ਫਤਵਾ ਦੇ ਦਿੱਤਾ ਹੈ ਕਿ ਤੁਸੀਂ ਜਿਹੜਾ ਜੀ ਮਰਦਈਆਂ ਨਾਲ ਮਨਾਜ਼ਰਾ ਨਹੀਂ ਕਰ ਸਕਦੇ। ਮੈਂ ਕਿਹਾ ਜੀ ਉਹ ਮੁਫਤੀ ਸਾਹਿਬ ਜਿਹੜੇ ਨੇ ਨਾ, ਜ਼ਰਾ ਉਹਨਾਂ ਨੂੰ ਮੇਰੇ ਸਾਹਮਣੇ ਲੈ ਆਵੋ, ਮੇਰੇ ਕੁਝ ਸਵਾਲ ਨੇ। ਮੈਂ ਜੀ ਮੁਫਤੀ ਸਾਹਿਬ ਮੇਰੇ ਸਵਾਲਾਂ ਦੇ ਜਵਾਬ ਦੇ ਦੇਣ। ਤੇ ਮੈਂ ਕਿਹਾ ਜੀ ਮੈਂ ਤੁਹਾਨੂੰ ਕਿਸੇ ਸੋਸ਼ਲ ਮੀਡੀਆ ਤੇ ਨਜ਼ਰ ਨਹੀਂ ਆਉਣ ਲੱਗਾ। ਗੱਲ ਹੀ ਖਤਮ ਹੋ ਗਈ ਭਾਈ। ਇੱਥੇ ਮੇਰੇ ਵੀ ਇੱਕ ਹੁਣ ਗੱਲ ਹੈ ਵੀ ਮੁਫਤੀ ਸਾਹਿਬ ਨੇ ਅੱਗੇ ਯਾਰ ਇੱਕ ਮਿੰਟ ਗੱਲ ਸੁਣੋ, ਤੁਸੀਂ ਇੰਜ ਕਰ ਲਓ ਹਾਂ, ਤੁਸੀਂ ਇਹਨਾਂ ਨੂੰ ਖੁਸ਼ ਕਰੋ ਬਾਈ। ਤੁਸੀਂ ਕੋ ਚਲੋ ਬਾਈ ਅਸੀਂ ਮੁਨਾਜ਼ਰਾ ਕਰਨਾ ਹਰਾਮ ਹੈ, ਕੁਫਰ ਹੈ, ਸ਼ਿਰਕ ਹੈ ਤੇ ਬਿਦਅਤ, ਠੀਕ ਹੈ? ਨਹੀਂ ਬਾਈ ਅਸੀਂ ਨਹੀਂ ਬਾਈ ਨਹੀਂ ਅਸੀਂ ਅੱਛਾ ਚਲੋ ਇਹਨਾਂ ਨੂੰ ਕਹੋ ਕਿ ਗੱਲ ਕਰ ਸਕਨੇ ਆ, ਗੱਲ ਬਸ ਇਹਨਾਂ ਕੋ ਪੁੱਛ ਲਿਆ ਜੇ ਉਹਨਾਂ ਕੋ ਗੱਲ ਕਰ ਸਕਨੇ ਆ ਕਿ ਨਹੀਂ? ਮੁਕਾਲਮਾ, ਚਲੋ ਮੁਕਾਲਮਾ ਉਹਦਾ ਪੁੱਛਿਆ ਜੇ, ਮੁਨਾਜ਼ਰਾ ਛੱਡੋ ਵਿੱਚੋਂ, ਮੁਕਾਲਮਾ ਪੁੱਛਿਆ ਜੇ ਕਿ ਭਾਈ ਆਇਆ ਮੁਕਾਲਮਾ ਕਰ ਸਕਨੇ ਆ ਕਿ ਨਹੀਂ? ਜੇ ਮੁਕਾਲਮੇ ਦਾ ਵੀ ਕਹਿਣ ਨਾ ਕਿ ਭਾਈ ਨਹੀਂ ਕੁਫਰ ਤੇ ਸ਼ਿਰਕ ਤੇ ਬਿਦਅਤ ਹੈ, ਤੇ ਫਿਰ ਅਗਲਾ ਸਵਾਲ ਆਏਗਾ ਮੁਬਾਹਸਾ ਕਰ ਸਕਨੇ ਆ ਕਿ ਨਹੀਂ? ਅੱਛਾ ਉਹਦਾ ਵੀ ਕੁਫਰ ਸ਼ਿਰਕ ਅਗਰ ਆ ਜਾਏ ਤੇ ਆਖਰੀ ਸਵਾਲ ਹੈ ਪੁੱਛ ਲਿਆ ਜੇ ਮੁਜਾਦਲਾ ਕਰਨਾ ਜਾਇਜ਼ ਹੈ ਕਿ ਨਹੀਂ? ਇਹ ਤਰਤੀਬ ਵਾਰ ਹੈ, 3 ਚੀਜ਼ਾਂ ਪੁੱਛਣੀਆਂ ਜੇ, ਮੁਕਾਲਮਾ, ਮੁਬਾਹਸਾ ਤੇ ਮੁਜਾਦਲਾ। ਮੁਫਸਰ ਪਤਾ ਕੀ ਗੱਲ ਹੈ, ਦੇਖੋ ਮਾਜ਼ਰ ਖਾਨ ਤੁਹਾਡੀ ਗੱਲ ਕੱਟ ਰਿਹਾ ਜੀ ਜੀ ਮਲਕ ਭਾਈ ਕਰੋ। ਮੈਂ ਸਿਰਫ ਇੱਥੇ ਗੱਲ ਕਰਨੀ ਹੈ ਕਿ ਮੁਫਤੀ ਸਾਹਿਬ ਨੇ ਪੁੱਛਿਆ ਨਾ ਕਿ ਭਾਈ ਮੈਨੂੰ ਨਹੀਂ ਸਮਝ ਆਉਂਦੀ ਪਈ ਕਿ ਕਿਸ ਵਜ੍ਹਾ ਤੋਂ ਜਿਹੜਾ ਨਾ ਮੁਫਤੀ ਸਾਹਿਬ ਅਲੀ ਭਾਈ ਮਾਸ਼ਾਅੱਲਾ ਮੈਨੂੰ ਜਾਣਦੇ ਨੇ, ਔਰ ਜਿਹੜੇ ਪੁਰਾਣੇ ਨੇ ਮੈਨੂੰ ਅੱਛੇ ਤਰੀਕੇ ਨਾਲ ਜਾਣਦੇ ਨੇ। ਇੱਕ ਤਾਂ ਮੈਂ ਕਦੀ ਕਿਸੇ ਬੰਦੇ ਦੇ ਕਹਿਣ ਦੇ ਉੱਤੇ ਵੀਡੀਓ ਨਹੀਂ ਪਾਈ ਹੈ ਕੀ ਹੈ ਕਿ ਮਿਸਾਲ ਹੈ ਕਿ ਕਿਸੇ ਬੰਦੇ ਨਾਲ ਕਿਸੇ ਦਾ ਮੈਟਰ ਚੱਲ ਰਿਹਾ ਨਾ, ਭਾਵੇਂ ਕੋਈ ਫਿਰਕਾ ਵਾਰੀਅਤ ਤੇ ਚੱਲ ਰਿਹਾ ਹੈ, ਮੈਂ ਉਹਦੇ ਉੱਤੇ ਵੀਡੀਓ ਨਹੀਂ ਪਾਈ ਹੈ। ਮੈਂ ਪਾਈ ਆਪਣੀ ਮਰਜ਼ੀ ਨਾਲ ਮਾਸ਼ਾਅੱਲਾ। ਜਿਨ ਤੁਸੀਂ ਖੁੱਲੇ ਹੋ ਨਾ, ਇੰਜ ਮੇਰਾ ਵੀ ਜਨਾਬ ਜੀ ਉਹ ਜ਼ਿਹਨ ਖੁੱਲ੍ਹਾ ਹੀ ਹੈ ਕਿ ਨਾ ਅਲੀ ਭਾਈ ਨੇ ਵੀ ਕਿਸੇ, ਯਾਨੀ ਸਾਡੇ ਜਿੰਨੇ ਵੀ ਅਸੀਂ ਬਹਿੰਦੇ ਹਾਂ, ਅਸੀਂ ਨਾ ਕਦੀ ਫਿਰਕੇ ਵਾਰੀਅਤ ਦੇ ਉੱਤੇ ਪਾਈਏ। ਹਾਂ ਜਦੋਂ ਕੋਈ ਐਸੇ ਮਾਮਲਾਤ ਹੁੰਦੇ ਨੇ, ਜਦੋਂ ਕੋਈ ਬਹੁਤਾ ਦਿਲ ਦੁਖੇ, ਕੋਈ ਇੱਕ ਅੱਧੀ ਵੀਡੀਓ ਪਾ ਦੀ ਹੈ, ਪਰ ਇਹ ਕਿ ਯਾਨੀ ਕਿ ਉਸ ਚੀਜ਼ ਨੂੰ ਲੈ ਕੇ ਨਹੀਂ ਚੱਲੀਦਾ। ਔਰ ਉਹਨਾਂ ਬੰਦਿਆਂ ਨੂੰ ਸਿਰਫ ਔਰ ਸਿਰਫ ਪ੍ਰੋਬਲਮ ਇਹ ਹੋ ਰਹੀ ਹੈ ਕਿ ਆਇਆ ਜਿਹੜਾ ਨਾ ਇਹ ਕੰਮ ਕਿਉਂ ਪੇ ਕਰਦੇ ਨੇ, ਠੀਕ ਹੈ? ਉੱਤੋਂ ਕਹਿ ਰਹੇ ਨੇ ਕਿ ਅਸੀਂ ਕਾਦੀਆਨੀਆਂ ਨੂੰ ਕਾਫਰ ਸਮਝਦੇ ਹਾਂ, ਕਾਦੀਆਨੀਆਂ ਨੂੰ ਇੰਜ ਕਰਨੇ ਆ, ਪਰ ਵਿੱਚੋਂ ਜਿਹੜਾ ਨਾ ਹਮਾਇਤ ਪੂਰੀ ਉਹਨਾਂ ਦੀ ਹੋ ਰਹੀ ਹੈ। ਔਰ ਜਿਹੜੇ ਬੰਦਾ ਆਪ ਗੱਲ ਕਰਦਾ ਸੀ ਕਿ ਭਾਈ ਜਿਹੜਾ ਨਾ ਤੁਸੀਂ ਜਿਹਦੀ ਇਹ ਨਾਂ ਲੈ ਰਹੇ ਨੇ ਅਹਿਮਦ ਅਵਾਨ, ਡਾਕਟਰ ਅਹਿਮਦ ਅਵਾਨ ਉਰਫ ਇਲਿਆਸ, ਉਹ ਬਕਾਇਦਾ ਸਾਡੇ ਨਾਲ ਖੁਦ ਬਹਿ ਕੇ ਉਹਨੇ ਮਨਾਜ਼ਰਾ ਕੀਤਾ। ਔਰ ਹੁਣ ਉਹ ਕਹਿ ਰਿਹਾ, ਅਲੀ ਭਾਈ ਨੇ ਵੀ ਦੱਸਿਆ ਹੈ ਕਿ ਭਾਈ ਉਹ ਬੰਦਾ ਕਹਿੰਦਾ ਜੀ ਫਤਵਾ ਲੱਭਿਆ ਮੁਫਤੀ ਸਾਹਿਬ ਕੋਲ ਨਾ, ਤੇ ਭਾਈ ਜੇ ਫਤਵਾ ਲੱਭਿਆ ਹੈ ਤੇ ਵੇਖੋ ਜਿਹੜਾ ਗੁਨਾਹ ਹੁੰਦਾ ਹੈ ਅੱਲਲ ਐਲਾਨੀਆਂ ਦੀ ਅੱਲਲ ਐਲਾਨੀਆਂ ਤੋਬਾ ਹੁੰਦੀ ਹੈ, ਠੀਕ ਹੈ? ਤੇ ਛੁਪੇ ਗੁਨਾਹ ਦੀ ਛੁਪ ਕੇ ਤੋਬਾ ਹੁੰਦੀ ਹੈ, ਜਿਹੜਾ ਛੁਪ ਕੇ ਕੀਤਾ। ਤੇ ਭਾਈ ਸਾਨੂੰ ਅਗਰ ਕੋਈ ਬੰਦਾ ਕਾਫਰ ਪੈ ਕਹਿੰਦਾ ਹੋਵੇ ਤੇ ਸਭ ਤੋਂ ਪਹਿਲਾਂ ਡਾਕਟਰ ਅਵਾਨ ਸਾਹਿਬ ਤੁਸੀਂ 3 ਬੁੜੀਆਂ ਦਾ ਕਿ ਨਾਂ ਲੈਂਦੇ ਨੇ ਨਕਾਹ ਤੇ ਇੱਥੇ ਵੀਡੀਓ ਪਾ ਕੇ ਕਹੋ ਭਾਈ ਮੈਂ ਮੁਸਲਮਾਨ ਹੋ ਗਿਆ ਵਾਂ, ਮੈਂ ਆਪਣੀਆਂ ਬੀਵੀਆਂ ਨਾਲ ਤਜਦੀਦੇ ਨਿਕਾਹ ਕਰ ਲਿਆ, ਤਜਦੀਦੇ ਈਮਾਨ ਕਰ ਲਿਆ। ਭਾਈ ਤੁਸੀਂ ਸਬੂਤ ਦੇ ਦਿਓ। ਤੁਹਾਡੀ ਹਲੇ ਤੱਕ ਵੀਡੀਓ ਕੋਈ ਨਹੀਂ ਆਈ ਹੈ। ਉਹ ਰਹਿੰਦੇ ਯਾਰ ਫਤਵਾ ਦੇ ਛੜਿਆ, ਇਹਨਾਂ ਦੇ ਫਤਵਿਆਂ ਨੂੰ ਕੌਣ ਜਾਣਦਾ ਹੀ ਕੋਈ, ਐਵੇਂ ਹੀ ਵਿਹਲੇ ਬਹਿ ਕੇ ਫਤਵੇ ਲਿਖੀ ਜਾਓ ਜਿੰਨੇ ਮਰਜ਼ੀ ਹੋ। ਉਹ ਸਾਡੇ ਕੋਲ ਹੀ ਲਿਖਾ ਲਓ, ਹਾਂ ਪਰ ਲਿਖਾ ਨਹੀਂ ਜੇ ਨਾ ਫਤਵਾ ਹੀ ਲਿਖਾਣੇ ਜੇ ਨਾ, ਤੇ ਕੱਲ ਤੂੰ ਸਾਡੇ ਮੁੰਡੇ ਵੀ ਕਹਿਣਾ ਸ਼ੁਰੂ ਕਰ ਦੇ ਅਸੀਂ ਵੀ ਫਤਵਾ ਲਿਆ ਜੀ। ਹਾਂਜੀ ਤੇ ਫਤਵਾ ਹੀ ਹੈ ਨਾ, ਉਹ ਕੋਈ ਗੱਲ ਹੈ ਮੁਹੰਮਦ ਅਲੀ ਫਤਵਾ ਹੀ ਹੈ ਨਾ, ਤੇ ਫਤਵਾ ਲੈ ਲਾ, ਮੈਂ ਲਿਖ ਦਿੰਦਾ ਯਾਰ। ਨਹੀਂ ਗੱਲ ਪਤਾ ਕੀ ਮੋਦੀ ਸਾਹਿਬ, ਗੱਲ ਅਸਲ ਚ ਹੈ ਦੇਖੋ ਪਤਾ ਕੀ ਕਹਿੰਦੇ ਨੇ, ਉਹ ਆਂਦੇ ਨੇ ਜੀ ਇਹਨਾਂ ਨੂੰ 1974 ਦੇ ਵਿੱਚ ਨਾ ਕਾਫਰ ਕਰਾਰ ਦੇ ਦਿੱਤਾ ਸੀ। ਹੁਣ ਕਾਦੀਆਨੀ ਉੱਠ ਕੇ ਆਵੇ ਹਰਾਮਜ਼ਾਦਾ, ਉਹ ਆ ਕੇ ਮਿਰਜ਼ੇ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦੇ। 20 ਬੰਦੇ ਬੈਠੇ ਹੁਣ ਮਹਿਫਲ ਚ, ਮੈਂ ਵੀ ਬੈਠਾ, ਮਲਕ ਸਾਹਿਬ ਵੀ ਬੈਠੇ ਨੇ, 18 ਬੰਦੇ ਹੋਰ ਬੈਠੇ ਨੇ, ਇੱਕ ਕਾਦੀਆਨੀ ਬੈਠਾ, ਉਹ ਉੱਠ ਕੇ ਮਿਰਜ਼ੇ ਦੀਆਂ ਗੱਲਾਂ ਤਾਰੀਫਾਂ ਬਿਆਨ ਕਰਨੀ ਸ਼ੁਰੂ ਕਰ ਦੇ, ਤੇ ਮੈਂ ਕਿਉਂ ਕਹਾਂ ਨਹੀਂ ਜੀ ਤੁਹਾਨੂੰ 1974 ਵਿੱਚ ਕਾਫਰ ਕਰਾਰ ਦੇ ਦਿੱਤਾ। ਉਹ ਅਗਲੇ ਬੰਦੇ ਜਿਹੜੇ 18-20 ਬੈਠੇ ਹੋਣਗੇ ਉਹ ਕਹਿਣਗੇ ਤੇ ਝੁੱਡੋ ਪਾਗਲ, ਜੁੱਤੀਆਂ ਮਾਰੋ, ਕੰਜਰ ਨੂੰ ਕੱਢੋ ਬਾਹਰ ਤੋਂ ਮਹਿਫਲ ਚ।
ਉਹਨੇ ਗੱਲ ਉਹ ਜਿਹੜਾ ਇੱਥੇ ਮਤਲਬ ਕਿ ਮਿਰਜ਼ੇ ਦੀਆਂ ਗੱਲਾਂ ਦੱਸਦਾ ਪਿਆ, ਇਹ ਉਹਨੂੰ ਮਤਲਬ ਜਿਹੜਾ ਹੈ ਰੱਦ ਕਰਨ ਦੀ ਬਜਾਏ, ਉਹਦੀ ਮੁਖਾਲਫਤ ਕਰਨ ਦੀ ਬਜਾਏ, ਉਹਨੂੰ ਛਿੱਤਰ ਮਾਰਨ ਦੀ ਬਜਾਏ ਉਹਨੂੰ ਕਹਿਣ ਡਿਆ ਸੀ ਤੈਨੂੰ 1974 ਦੇ ਵਿੱਚ ਜਿਹੜਾ ਕਾਫਰ ਕਰਾਰ ਦੇ ਦਿੱਤਾ ਸੀ। ਇਹ ਕੀ ਜਵਾਬ ਹੋਇਆ? ਹਾਂਜੀ, ਉਹ ਭਾਈ ਕਾਫਰ ਕਰਾਰ ਦਿੱਤਾ ਹੈ, ਸਾਨੂੰ ਪਤਾ ਉਹ ਕਾਫਰ ਨੇ, ਲੇਕਿਨ ਜਿਹੜੀ ਉਹ ਬ੍ਰੇਨ ਵਾਸ਼ਿੰਗ, ਠੀਕ ਹੈ, ਉਹ ਜਿਹੜੀਆਂ ਦਿਮਾਗਾਂ ਨਾਲ ਲੋਕਾਂ ਦੇ ਨਾਲ ਖੇਡਣ ਦੇ ਨੇ, ਕਮ ਸੇ ਕਮ ਅਸੀਂ ਉਹਨਾਂ ਦੀਆਂ ਜਿਹੜੀਆਂ ਹਰਾਮਜ਼ਾਦੀਆਂ ਨੇ ਅਸੀਂ ਉਹਨਾਂ ਨੂੰ ਵੀ ਤਾਂ ਦੱਸਣਾ ਨਾ, ਅੱਗੇ ਕਿ ਨਹੀਂ ਦੱਸਣਾ? ਠੀਕ ਹੈ, ਫਿਰ ਜ਼ਾਰੀ ਗੱਲ ਜਦੋਂ ਮਿਰਜ਼ਾ ਕਾਣਾ ਸੂਰ ਸੀ, ਹੁਣ ਉਹ ਲੋਕਾਂ ਦੇ ਬ੍ਰੇਨ ਵਾਸ਼ ਕਰਦਾ ਸੀ ਤੇ ਉਹਨੇ ਫਿਰ ਅੱਗੂ ਗੱਲ ਕੀਤੀ ਤੇ ਪੀਰ ਮੇਰ ਅਲੀ ਸ਼ਾਹ ਸਾਹਿਬ ਨੇ ਉਹਦਾ ਮੁਕਾਬਲਾ ਕੀਤਾ ਕਿ ਨਹੀਂ ਕੀਤਾ? ਉਹਦਾ ਤੋੜ ਕੀਤਾ ਕਿ ਨਹੀਂ ਕੀਤਾ? ਉਹਨਾਂ ਨੇ ਤਾਂ ਨਹੀਂ ਕਿਹਾ ਵੀ ਤੂੰ ਕਾਫਰ ਨਹੀਂ, ਤੈਨੂੰ ਕਾਫਰ ਕਰਾਰ ਦੇਤਾ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਸੀ ਮੇਰੇ ਬਾਅਦ ਜਿਹੜਾ 30 ਝੂਠੇ ਕਾਫਰ ਦਜਾਲ ਜਿਹੜੇ ਨੇ ਝੂਠਾ ਨਬੂਵਤ ਦਾ ਦਾਵਾ ਕਰਨਗੇ, ਉਹਨਾਂ ਨੇ ਤਾਂ ਨਹੀਂ ਕਿਹਾ ਵੀ ਮੈਂ ਹਦੀਸ ਪੜ੍ਹੀ ਤੂੰ ਤਾਂ ਕਾਫਰ ਛੱਡ ਦੇ। ਮੁਹੰਮਦ ਅਲੀ ਸਾਡੇ ਦਫਾ ਕਰ, ਵੇਖੋ ਨਾ ਚੰਗੀ ਭਲੀ ਅਸੀਂ ਲਿੱਤਰ ਪਰੇਡ ਕਰਦੇ ਸਾਡੇ ਫਿਰ ਛੋਟੇ ਤੇ ਵੱਡੇ ਮਿਰਜ਼ੇ ਦੀ, ਤੇ ਉਹ ਇਹ ਨਾ ਪੈ ਗਿਆ ਨਾ ਵਿੱਚ ਆ ਗਿਆ ਨਾ, ਵੇਖਿਆ ਜੇ ਉਹ ਮੈਂ ਨਾ ਮੈਂ ਤੁਹਾਨੂੰ ਸਹੀ ਕਹਿਣਾ ਮਲਕ, ਤੁਸੀਂ ਇਹ ਨਾ ਛੱਡ ਦਿਓ, ਸਾਰੇ ਮੁੰਡੇ ਛੱਡ ਦਿਓ, ਦਫਾ ਮਾਰੋ ਨੇ ਉਹਨਾਂ ਨੂੰ ਸਾਈਡ ਤੇ ਕਰੋ ਬਸ ਨਾ। ਇਹ ਛੋਟੇ ਵੱਡੇ ਮਿਰਜ਼ੇ ਨੂੰ ਨਾ ਇਹਨਾਂ ਦੀ ਲਿੱਤਰ ਪਰੇਡ ਕਰਕੇ ਰੱਖੋ ਤੇ ਦੁਸ਼ਮਣ ਨੂੰ ਸਾੜੋ, ਉਹਨਾਂ ਕੋ ਫਤਵੇ ਲਾਓ ਯਾਰ ਜਿੰਨੇ ਮਰਜ਼ੀ, ਉਹ ਪਰਾਂ ਜਾ ਕੇ ਕਰਿਆ ਜੇ ਫਤਵੇ ਆਪਣੇ, ਤੇ ਉਹ ਆਪਣੇ ਕੋਲ ਰੱਖੋ। ਤੇ ਅਸੀਂ ਜੰਨਤ ਜਾਣਾ ਜਾਂ ਜਹੰਨਮ 'ਚ ਜਾਣਾ ਉਹ ਸਾਡੇ ਨਾਲ, ਤੇ ਅਸੀਂ ਜਾਣੀਏ ਤੇ ਸਾਡਾ ਅੱਲਾ ਜਾਣੇ ਤੇ ਸਾਡੇ ਹਜ਼ੂਰ ਜਾਣ ਬਸ, ਤੇ ਸਾਡਾ ਤੁਹਾਡੇ ਕੋਲ ਨਾਲ ਨਹੀਂ ਕੋਈ ਲੈਣਾ ਦੇਣਾ। ਤੇ ਜਾਓ ਜਿੰਨੇ ਫਤਵਾ ਲਾਣਾ ਜੇ ਜਾਓ, ਤੁਸੀਂ ਰੋਜ਼ੀ ਰੋਟੀ ਨੂੰ ਧੱਕਾ ਦਿੱਤਾ ਹੈ ਤੇ ਆਪਣੀਆਂ ਲਾਈਵਾਂ ਬਰਾਡਾਂ ਤੁਸੀਂ ਚਲਾਉਂਦੇ ਹੋ, ਤੇ ਕਰੋ ਜਾ ਕੇ ਹਿਸਾਬ ਕਿਤਾਬ ਕਰੋ ਆਪਣਾ ਸਿੱਧਾ, ਤੇ ਦਿਹਾੜੀ ਛਾਪੋ ਤੁਸੀਂ ਲੋਕ, ਤੇ ਦਿਹਾੜੀ ਤੁਹਾਡੀ ਲੱਗ ਜਾਂਦੀ ਏ। ਤੇ ਤੁਹਾਡੀ ਤੇ ਪੁੱਤਰ ਲਾਈਵਾਂ ਵੀ ਸਾਡੇ ਗਾਲਾਂ ਕੱਢਿਆਂ ਬਗੈਰ ਤੁਹਾਡੀਆਂ ਚਲਦੀਆਂ ਹੀ ਨਹੀਂ, ਜਿੰਨਾ ਤੱਕ ਤੁਸੀਂ ਸਾਨੂੰ ਮੌਜੂਏ ਬਹਿਸ ਨਾ ਬਣਾਓ ਤੇ ਤੁਹਾਨੂੰ ਕੋਈ ਸੁਣਦਾ ਹੀ ਕੋਈ ਨਹੀਂ। ਹਾਂਜੀ, ਤੇ ਨੱਪ ਕੇ ਰੱਖੋ, ਤੇ ਜਿੰਨੀ ਪੁੱਤਰ ਤੁਸੀਂ ਸਾਡੇ ਉੱਤੇ ਸਟਰੀਮਾਂ ਕਰੋਗੇ ਨਾ ਉਨੀ ਅੱਲਾ ਇੱਜ਼ਤ ਸਾਨੂੰ ਦੇਵੇਗਾ। ਉਹ ਕਹਿੰਦੇ ਨੇ ਨਾ ਕਿ ਬਦਨਾਮ ਹੋਗੇ ਕਿ ਨਾਮ ਵੀ ਨਾ ਹੋਗਾ। ਕਸਮ ਵਾਲੀ ਗੱਲ ਹੈ ਕਿ ਵੇਖੋ ਅੱਲਾ ਦੀ ਮਸ਼ੀਅਤ ਵੇਖੋ ਕਿ ਮੈਂ ਟਿਕਟਾਕ ਤੇ ਹਜੇ ਆਇਆ ਹੀ ਜੇ ਤੇ ਮੈਨੂੰ ਕੋਈ ਨਹੀਂ ਸੀ ਜਾਣਦਾ, ਤੇ ਇਹਨਾਂ ਲੋਕਾਂ ਨੇ ਮੈਨੂੰ ਇੰਜ ਮਸ਼ਹੂਰ ਕੀਤਾ ਦਿਨਾਂ ਦੇ ਵਿੱਚ, ਜਿਹੜਾ ਬੰਦੇ ਨੂੰ ਨਹੀਂ ਸੀ ਵੀ ਪਤਾ ਉਹਨੂੰ ਵੀ ਪਤਾ ਚੱਲ ਗਿਆ ਮੁਫਤੀ ਬਸ਼ਰ ਕੋਈ ਹੈ ਜੇ। ਇਹ ਅੱਲਾ ਦੀ ਵੀ ਤੇ ਕੋਈ ਮਸ਼ੀਅਤ ਹੈ। ਨਹੀਂ ਮਲਕ ਤੈਨੂੰ ਮੈਂ ਸਹੀ ਕਹਿਣਾ, ਅੱਲਾ ਦੀ ਗੱਲ ਨਹੀਂ, ਅੱਲਾ ਦੀ ਮਸ਼ੀਅਤ ਨੂੰ ਤੁਸੀਂ ਸਮਝ ਹੀ ਨਹੀਂ ਸਕਦੇ। ਹਾਂ, ਅੱਲਾ ਦੀ ਮਸ਼ੀਅਤ ਜਿਹੜੀ ਹੈ ਨਾ, ਉਹ ਸਾਡੇ ਸਾਈਂ ਜੀ ਕਿਬਲਾ ਫਰਮਾਉਂਦੇ ਨੇ ਕਿ ਅੱਲਾ ਆਪਣੇ ਬੰਦੇ ਦੀ ਆਵਾਜ਼ ਨੂੰ ਖੁਦ ਪਹੁੰਚਾਉਂਦਾ ਹੈ, ਉਹਦਾ ਫਿਰ ਜ਼ਰੀਆ ਤੇ ਵਸੀਲਾ ਕੋਈ ਬਣਾ ਦਿੰਦਾ ਹੁੰਦਾ ਹੈ। ਉਹ ਬਸ ਠੀਕ ਹੈ, ਅੱਲਾ ਪਾਕ ਸਾਡੀ ਆਵਾਜ਼ ਖੁਦ ਪਹੁੰਚਾ ਰਿਹਾ ਨਾ, ਤੇ ਕੋਈ ਮਸਲਾ ਨਹੀਂ। ਤੇ ਆਪਣਾ ਕੰਮ ਨੱਪ ਕੇ ਰੱਖੋ, ਇਹਨਾਂ ਦੋ ਮਿਰਜ਼ਿਆਂ ਨੂੰ ਲਿੱਤਰ ਥੱਲੇ ਰੱਖੋ, ਨਹੀਂ ਤੇ ਤੁਸੀਂ ਇਸ ਕੰਮੋਂ ਵੀ ਜਾਂਦੇ ਆ ਨਾ, ਜੇ ਮੈਂ ਤੁਹਾਨੂੰ ਦੱਸ ਰਿਹਾ। ਇਹ ਮਿਸ਼ਨ ਇਹਨਾਂ ਦਾ ਇਹੋ ਹੀ ਹੈ ਕਿ ਇਹਨਾਂ ਦੀ ਤਵੱਜੋ ਭਾਈ ਆਪਣੀ ਤਰਫ ਕਰਾਓ, ਤੇ ਇਹ ਨਾ ਆਪਣੇ ਕੰਮ ਤੋਂ ਹਟ ਜਾਣ। ਨਹੀਂ ਅੱਲਾ ਖੈਰ ਕੀਤੀ, ਔਰ ਨਾ ਕਦੀ ਹੋਈ ਹੈ ਤਵੱਜੋ। ਬੜੇ ਇਹੋ ਜਿਹੇ ਪਹਾੜ ਆਏ ਨੇ ਤੇ ਬੜੇ ਡਾਹ ਦਿੱਤੇ ਨੇ, ਇਹ ਤੇ ਰੋੜਾ ਵੀ ਨਹੀਂ ਹੈਗੇ। ਅੱਲਾ ਖੈਰ ਕੀਤੀ। ਤੇ ਅਗਰ ਇਜਾਜ਼ਤ ਦਿਓ ਤੇ ਇਸ ਮੌਜੂ ਦੇ ਉੱਤੇ ਇੱਕ ਥੋੜੀ ਜਿਹੀ ਗੱਲ ਤੁਸੀਂ ਕਰ ਲਈਏ ਹੁਣ। ਹਾਂਜੀ ਕਰੋ ਜੀ ਕਰੋ। ਨਾਲੇ ਗੱਲ ਸੁਣਿਓ ਜੀ, ਇੱਕ ਕੰਮ ਹੈ ਵੀ ਇਹ ਮਲਕ, ਇਹ ਆਪਣੀਆਂ ਬਰਾਡਾਂ ਦਾ ਨਾ ਕੋਈ ਇੱਕ ਤਰੀਕਾ ਬਣਾਓ ਯਾਰ। ਇੱਕ ਤੇ ਇਹ ਵੇ ਕਿ ਇੱਕ ਤੇ ਟਾਈਮ ਫਿਕਸ ਕਰੋ ਯਾਰ, ਤਾਂ ਕਿ ਉਸ ਟਾਈਮ ਤੋਂ ਟਾਈਮ ਇੱਕ ਪਤਾ ਹੋਵੇ ਨਾ, ਤੇ ਲੋਕਾਂ ਨੂੰ ਵੀ ਪਤਾ ਹੋਏ, ਸਾਰੀ ਦੁਨੀਆ ਤੱਕ ਆਵਾਜ਼ ਪਹੁੰਚੇ ਜੀ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ। ਮੈਂ ਖੁਦ ਕੋਸ਼ਿਸ਼ ਕਰਨੀ ਚਾਹ ਰਿਹਾ ਵਾਂ, ਯਕੀਨ ਜਾਨੋ, ਤੇ ਮੈਂ ਉਹ ਹਜੇ ਤੱਕ ਨਹੀਂ ਹੋ ਪਾ ਰਿਹਾ। ਅੱਜ ਕੱਲ੍ਹ ਉਹ ਕੁੜੀਆਂ ਦਾ ਮਦਰਸੇ ਬਣਾਉਣ ਦੀ ਤਰਫ ਕੰਪੇਨ ਚੱਲ ਰਹੀ ਹੈ, ਤੇ ਉਹਦੀ ਤਰਫ ਨੱਸ ਭੱਜ ਲੱਗੀ ਹੈ, ਤੇ ਕੋਈ ਟਾਈਮ ਨਹੀਂ ਬਣ ਪਾ ਰਿਹਾ। ਤੇ ਬਹਰਹਾਲ ਤੁਸੀਂ ਇਹ ਨਾ ਕੋਈ ਯਾਰ ਆਪਣੀਆਂ ਬਰਾਡਾਂ ਦੀ ਇਹ ਨਾ ਕੋਈ ਟਾਈਮ ਫਿਕਸ ਕਰੋ, ਤੇ ਰੋਜ਼ਾਨਾ ਦੀ ਬਰਾਡ ਦਾ ਕੋਈ ਇੱਕ ਮੌਜੂ ਹੋਣਾ ਚਾਹੀਦਾ। ਇਹ ਹੁਣ ਵੇਖੋ ਤੁਹਾਡੀਆਂ ਬਰਾਡਾਂ ਨੂੰ ਮੈਂ ਰਿਕਾਰਡ ਕਰਨਾ ਵਾ, ਇਹ ਵੀ ਹੁਣ ਰਿਕਾਰਡਿੰਗ ਹੋ ਰਹੀ ਹੈ, ਤੇ ਉਹਨੂੰ ਫਿਰ ਮੈਂ YouTube ਦੇ ਚੈਨਲ ਖਤਮੇ ਨਬੂਵਤ ਟਾਈਮ ਦੇ ਉੱਤੇ ਅਪਲੋਡ ਕਰ ਰਿਹਾ ਵਾਂ। ਤੇ ਕਮ ਅਜ਼ ਕਮ ਸੁਣਨ ਵੇਖਣ ਵਾਲਿਆਂ ਨੂੰ ਇੱਧਰੋਂ ਮੈਂ ਕੀ ਕਰ ਰਿਹਾ ਸਾਂ, ਹੁਣ ਤੁਹਾਨੂੰ ਪਤਾ ਹੈ ਮੈਂ ਇੱਧਰੋਂ ਤੁਹਾਡੀ ਬਰਾੜ ਤੇ ਆਇਆ ਵਾਂ, ਤੇ ਉਧਰੋਂ ਨਾਲ ਸ਼ਡਿਊਲ ਤੇ ਲਾਈ ਸੀ ਵੀਡੀਓ, ਉਹ ਜਿਹੜੀ ਤੇਰੀ ਬਰਾੜ ਤੇ ਗੁਫ਼ਤਗੂ ਜਿਹੜੀ ਹੋਈ ਸੀ ਗਦੀਰੇ ਖੰਮ ਵਾਲੀ ਜੀ, ਤੇ ਉਹ ਲੱਗੀ ਸੀ, ਤੇ ਉਹ ਮਾਸ਼ਾਅੱਲਾ ਵੇ ਬੜੀ ਆਵਾਮ ਬੈਠ ਕੇ ਸੁਣ ਰਹੀ ਸੀ। ਸਮਝ ਆਈ ਕਿ ਨਹੀਂ? ਤੇ ਇਹ ਜੀ ਇਹ ਕਿ ਭਾਈ ਜਿਹੜੀ YouTube ਦੀ ਕੌਮ ਤੱਕ ਪੈਗਾਮ ਪਹੁੰਚੇ, ਤੇ ਉਹਨਾਂ ਨੂੰ ਕੁਝ ਸਿਖਾਉਣ ਦਾ ਮੌਕਾ ਮਿਲੇ। ਕਮ ਅਜ਼ ਕਮ ਕੋਈ ਮੌਜੂ ਹੋਏ, ਉਸ ਉਨਵਾਨ ਪੂਰਾ ਇੱਕ ਬੰਨੋ, ਉਸ ਉਨਵਾਨ ਦੇ ਉੱਤੇ ਫਿਰ ਉਸ ਪੂਰੀ ਬਰਾਡ ਦੇ ਉੱਤੇ ਉਸ ਇੱਕ ਚੀਜ਼ ਦੇ ਉੱਤੇ ਗੁਫ਼ਤਗੂ ਹੋਏਗੀ। ਭਾਈ ਹੁਣ ਇੱਧਰ ਉੱਧਰ ਨਹੀਂ, ਇਹ ਇੱਕ ਤਰੀਕਾ ਕੋਈ ਕਰੋ ਯਾਰ।
ਤੇ ਤਾਂ ਕਿ ਅਸੀਂ ਵੀ ਨਾ ਇੱਧਰ ਸੋਹਣਿਆ ਅਸੀਂ ਆਪਣੀ YouTube ਦੀ ਵੀਡੀਓ ਦਾ ਕੋਈ ਉਨਵਾਨ ਦਈਏ ਨਾ ਤੇ ਉੱਤੇ ਫਿਰ ਲਿਖੀਏ ਕਿ ਭਾਈ ਇਸ ਉਨਵਾਨ ਤੇ ਗੁਫ਼ਤਗੂ ਹੋਈ ਜੀ ਜੀ इंशाल्लाह ਇੰਜ ਦਾ ਕੰਮ ਕਰੋ। ਚਲੋ ਆਪਣੀ ਗੁਫ਼ਤਗੂ ਕਰ ਲਓ ਜੀ ਠੀਕ। ਵਾਲੇਕੁਮ ਸਲਾਮ ਵਰਹਿਮਤੁல்லாਹ। ਸਰਕਾਰ ਇੱਕ ਸੈਕਿੰਡ ਤੁਹਾਡੇ ਨਾਲ ਗੱਲ ਕਰਨੀ ਸੀ ਅਗਰ ਇਜਾਜ਼ਤ ਹੋਵੇ ਤਾਂ। ਜੀ मैं बिस्मिल्लाह करा बहुत शुक्रिया। अच्छा सरकार ना अपना मैं मुस्तफा भाई ने भी मैसेज किया ते मगर चलो इत्थे गुफ्तगू नहीं सी उन्हां दे बारे च चल रही कादियानिया दे बारे च ते मैं कहा चलो सरकार को मैं भी 2 मिनट ले लवां टाइम ते बड़ी मेहरबानी। डिबेट अगर चलती होंदी तो फिर मैं कभी भी नहीं सी दखलअंदाजी करनी। ते सरकार गल इस तरह हैगी ना बच्ची एक साढ़े ना खानदान च एक बच्ची पैदा हुई है अज जुम्मा सी असर दे टाइम ਤੇ ਮੈਨੂੰ ਉਹਨਾਂ ਨੇ ਕਿਹਾ ਜੀ ਆਪਣਾ ਨਾਮ ਮੁੰਤਖਬ ਕਰਕੇ ਤੇ ਦਿਓ ਤੇ ਮੈਂ ਤੇ ਮੇਰੇ ਕੋਲ ਨੰਬਰ ਅਗਰ ਤੁਹਾਡਾ ਹੁੰਦਾ ਤੇ ਮੈਂ ਉਸੇ ਟਾਈਮ ਤੁਹਾਨੂੰ ਕਾਲ ਕਰ ਲੈਣੀ ਸੀ ਮਗਰ ਮਾਦਰਤ ਮੇਰੇ ਕੋਲ ਨੰਬਰ ਕੋਈ ਨਹੀਂ ਸੀ ਹੈ ਤੇ ਜਜ਼ਾਕੱਲਾ ਅਗਰ ਇਜਾਜ਼ਤ ਕੋਈ ਹੋਵੇ ਇੰਜ ਵੇ ਮੂਸਾ ਭਾਈ ਕਿ ਆਪ ਨਾ ਮੇਰੇ WhatsApp ਦੇ ਉੱਤੇ ਇਹ ਬੱਚੀ ਦੀ ਵਾਲਦਾ ਦਾ ਨਾਮ ਉਹਦੇ ਵਾਲਦ ਦਾ ਨਾਮ ਤੇ ਕਿਹੜੇ ਦਿਨ ਪੈਦਾ ਹੋਈ ਹੈ ਕਿਹੜੇ ਟਾਈਮ ਪੈਦਾ ਹੋਈ ਹੈ ਤੇ ਇਹ ਚੀਜ਼ਾਂ ਕੋਈ 2-3 ਜਿਹੜੇ ਸਵਾਲ ਨੇ ਨਾ ਇਹ ਲਿਖ ਕੇ ਭੇਜਿਆ ਜੇ ਤੇ ਫਿਰ ਮੈਂ ਇਨਸ਼ਾਅੱਲਾ ਅਰਜ਼ ਕਰਾਂਗਾ ਕੁਝ। ਮੁਸਤਫਾ ਤੁਹਾਨੂੰ ਨੰਬਰ ਦੇ ਦਿੰਦਾ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਜ਼ਬਰਦਸਤ ਹੋ ਗਿਆ। ਮੈਂ ਸਰਕਾਰ ਹੁਣੀ ਜਿਹੜਾ ਨਾ ਆਪਣਾ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਨਾ ਕਿ ਹੁਣੀ ਜਿਹੜਾ ਨਾ ਮੈਂ ਸੈਟਿੰਗ ਕਰਕੇ ਭੇਜ ਦਿਆਂ ਤੁਹਾਨੂੰ ਠੀਕ ਹੈ ਨਾ। ਅਸਲ 'ਚ ਪਤਾ ਕੀ ਹੈ ਮੂਸਾ ਭਾਈ ਨੇ ਇਹਨੂੰ ਕਹਿੰਦੇ ਨੇ ਖਾਸਾਂ ਦੀਆਂ ਗੱਲਾਂ ਆਮਾਂ ਅੱਗੇ ਕਰਨੀਆਂ ਨਹੀਂ ਮੁਨਾਸਬ ਤੇ ਮਿੱਠੀ ਖੀਰ ਪਕਾ ਮੁਹੰਮਦ ਤੇ ਕੁੱਤਿਆਂ ਅੱਗੇ ਧਰਨੀ ਤੇ ਭਾਈ ਜੀ ਇਹ ਉਹ ਗੱਲਾਂ ਨੇ ਜਿਹੜੀਆਂ ਸ਼ਾਇਦ ਇਸ ਪੂਰੀ ਬਰਾੜ ਦੇ ਵਿੱਚ 1-2 ਚ ਉਹਨੂੰ ਸਮਝ ਆਉਣ ਵਾਲੀਆਂ ਨੇ। ਭਾਜੀ ਹਾਜ਼ਮੇ ਕਮਜ਼ੋਰ ਨੇ ਇਤਨੇ ਕਮਜ਼ੋਰ ਇਹਨਾਂ ਨੇ ਕਰ ਦੇਣੀ ਉਲਟੀਆਂ ਰੋਲੇ ਪੈ ਜਾਣੇ ਨੇ ਬੜੇ ਵੱਡੇ ਇਹ ਗਮ ਕੁਝ ਹੋਰ ਨੇ ਤੇ ਬਹਰਹਾਲ ਉਮੀਦ ਹੈ ਸਮਝ ਗਏ ਹੋਵੋਗੇ। ਹਾਂਜੀ ਜੀ ਸਰਕਾਰ ਮੈਂ ਬਿਸਮਿਲ੍ਲਾ ਕਰਾਂ ਮੈਂ ਹਕੀਕਤ ਗੱਲ 'ਚ ਮੈਂ ਅਗਰ ਡਿਬੇਟ ਚੱਲਦੀ ਹੁੰਦੀ ਮੈਂ ਕਦੀ ਵੀ ਨਹੀਂ ਸੀ ਆ ਕੇ ਤੁਹਾਡੇ ਨਾਲ ਜ਼ਿਕਰ ਕਰਨਾ ਮਗਰ ਮੈਂ ਮੁਸਤਫਾ ਭਾਈ ਨੂੰ ਮੈਸੇਜ ਦੇ ਛੜਿਆ ਸੀ ਆਪਣਾ ਤੇ ਮੈਂ ਉਹਨਾਂ ਨੂੰ ਕਹਿ ਛੜਿਆ ਸੀ ਕਿ ਮੈਸੇਜ ਤੁਸੀਂ ਛੱਡ ਦਿਆ ਤੇ ਜਿਉਂ ਹੀ ਆਪਣਾ ਉਹ ਫਾਰਗ ਹੁੰਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਬਰੋਡ ਤੇ ਬੈਠੇ ਨੇ ਤੇ ਤੁਸੀਂ ਜਾ ਸਕਦੇ ਹੋ। ਮੈਂ ਕਿਹਾ ਕੋਈ ਮਸਲਾ ਨਹੀਂ ਹੈ। ਮੈਂ ਕਿਹਾ ਚਲੋ ਜਾ ਕੇ ਚਲੋ ਮੈਂ ਬਿਆਨ ਕਰ ਦੇਣਾ ਵਾ ਦੱਸ ਛੱਡਣਾ ਵਾ ਤੇ ਅੱਗੋਂ ਤੁਹਾਡੀ ਇਜਾਜ਼ਤ ਇਨਸ਼ਾਅੱਲਾ ਜਿਸ ਤਰ੍ਹਾਂ ਤੁਸੀਂ ਹੁਕਮ ਲਾਇਆ ਮੈਂ ਇਨਸ਼ਾਅੱਲਾ ਬੜੀ ਮਿਹਰਬਾਨੀ ਸਰਕਾਰ ਬਹੁਤ ਸ਼ੁਕਰੀਆ। ਠੀਕ ਹੋ ਗਿਆ ਹੁਣ ਕਰ ਲਈ ਜੀ ਕਰੋ। ਅੱਛਾ ਅਲੀ ਭਾਈ ਮੈਂ ਨਾ ਤੁਹਾਨੂੰ ਇੱਕ ਵੀਡੀਓ ਕਰ ਲਈ ਵੀਡੀਓ ਲਾਓ ਜ਼ਰਾ ਵੀਡੀਓ ਲਾਓ ਤੇ ਜ਼ਰਾ ਵੀਡੀਓ ਵਿਖਾਓ ਔਰ ਇਹ ਜਿਹੜੇ ਬੰਦੇ ਬਹਿ ਕੇ ਲੱਗੇ ਤੇ ਨੇ ਨਾ ਕਹਿੰਦੇ ਕਿ ਤੁਸੀਂ ਕੰਮ ਨਹੀਂ ਕਰਨਾ ਔਰ ਤਹਿਰੀਕੇ ਲਬਾਈਕ ਨੂੰ ਨੁਕਸਾਨ ਹੋ ਰਿਹਾ ਹੈ। ਇਹ ਆਪਣੇ ਨਾ ਜਿਸਮ ਦੇ ਸਾਰੇ ਸੁਰਾਖ ਖੋਲ ਕੇ ਸੁਣਨਾ ਸਾਰੇ ਠੀਕ ਹੈ ਕੰਨਾਂ ਤੇ ਨੱਕ ਦੇ ਸੁਰਾਖ ਨੂੰ ਛੱਡ ਕੇ ਬਾਕੀ ਸਾਰੇ ਜਿਸਮ ਦੇ ਸੁਰਾਖ ਖੋਲ ਕੇ ਉਹ ਬੰਦੇ ਸੁਣਨ ਇਹ ਵੀਡੀਓ। ਮਰਜ਼ਈ ਕੀ ਪੇ ਕਰਦੇ ਨੇ ਸਾਨੂੰ ਰੋਕਣ ਦੀ ਬਜਾਏ ਨਾ ਕਿਸੇ ਮੈਂ ਹੁਣ ਇਹ ਤੁਸੀਂ ਵੀਡੀਓ ਸੁਣੋ ਅਲੀ ਭਾਈ ਤੁਹਾਨੂੰ ਵੀਡੀਓ ਵਿਖਾਉਂਦੇ ਨੇ ਮਰਜ਼ਈ ਕੀ ਪੇ ਕਰਦੇ ਨੇ ਮੁਫਤੀ ਸਾਹਿਬ ਤੇ ਮੁਸਲਮਾਨ ਜਿਹੜੇ ਨੇ ਨਾ ਉਹ ਜਾ ਰਹੇ ਨੇ ਉਹ ਗੱਲਾਂ ਕਰ ਰਹੇ ਨੇ ਹੋਰ ਤਰੀਕੇ ਦੀਆਂ। ਮੁਸਲਮਾਨ ਜਾਂਦੇ ਨੇ ਉਹਨਾਂ ਕੋਲ ਉਹ ਜਾ ਕੇ ਕਿਸ ਤਰੀਕੇ ਨਾਲ ਬਹਿ ਰਹੇ ਨੇ। ਅਲੀ ਭਾਈ ਵੀਡੀਓ ਵਿਖਾਇਓ ਕਿਸੇ ਨੂੰ ਜਿਹੜਾ ਨਾ ਉਹ ਕੋਈ ਪ੍ਰੋਬਲਮ ਨਾ ਹੋਵੇ ਕੋਈ ਬੰਦਾ ਨਾ ਕਵੇ ਕਿ ਭਾਈ ਜਿਹੜਾ ਨਾ ਮਲਕ ਹੈ। ये देखियो जी आपको लगता है कि आप मैंने तो कहा जिसको जो सच बोलेगा उसके साथ ये अली भाई पहले अपना नेट ठीक करे अली भाई नेट ठीक करे बोलेगा मैं उसके साथ हूँ। मुझे नहीं पता आपका फिरका क्या है। अगर आपको लगता है कि आप सच नहीं बोलते आप झूठ बोलते हैं तो मैं आपके साथ नहीं हूँ। हमारे लीडर जो है ना अल्लामा साद रिजवी दामत चराता आपको लगता है सुन लो अली भाई ਤੁਹਾਡਾ ਅਲੀ ਭਾਈ ਨੈਟ ਦਾ ਮਸਲਾ ਹੈ ਤੁਹਾਡਾ ਇੱਕ ਮਿੰਟ ਬਾਅਦ ਬੈਠਾ ਰਹੇ ਹਾਂਜੀ ਯਾਨੀ ਕਿ ਮੁਸਲਮਾਨਾਂ ਨੂੰ ਕਿਸ ਤਰੀਕੇ ਨਾਲ ਮਰਜ਼ਈ ਪੇ ਘੇਰਦੇ ਨੇ। ਮੈਂ ਦੋ ਐਸੇ ਮੁਸਲਮਾਨਾਂ ਨੂੰ ਜਾਣਦਾ ਹਾਂ ਬਜ਼ਾਤੇ ਖੁਦ ਮੈਂ ਖੁਦ ਉਹਨਾਂ ਨਾਲ ਯਾਨੀ ਗੱਲਸ਼ਲ ਕਰਨਾ ਹਾਂ ਔਰ ਉਹ ਖੁਦ ਵੀ ਇੱਥੇ ਆ ਕੇ ਬਹਿੰਦੇ ਸੀ ਬਕਾਇਦਾ ਉਹ ਅੱਜ ਉੱਥੇ ਫਸੇ ਦੇ ਸੀ
ਔਰ ਮੈਂ ਫਿਰ ਉਹਨਾਂ ਨੂੰ WhatsApp ਦੇ ਉੱਤੇ ਮੈਸੇਜ ਕੀਤਾ, ਮੈਂ ਕਿਹਾ ਸਾਰੇ ਮਰਜ਼ਈ ਜੇ। ਆਂਦਾ ਯਾਰ ਇਹ ਤੇ ਕਿਨਾਰ ਲੈਂਦੇ ਨੇ ਜਿਹੜਾ ਨਾ ਦੇਖਿਓ जरा तहरीक मौलवी साहब आपने अब मैंने आपने अनम्यूट नहीं करना, ठीक है जी। जी खान साहब क्या क्यों जब बात नहीं सुननी तुम लोगों ने कादियानी मैं बोले नहीं देगा सिर्फ करें यार नबूवत का आ गया मौलवी साहब ने ना जिथे वो गल करदा स्टार्ट दे उत्ते एक ਤੁਹਾਡਾ ਨੈਟ ਨਹੀਂ ਮਾਰਦਾ मैंने बताया कि जो सच है ये कादियानी को मैंने हमेशा सच बोलते देखा मैं सिर्फ ये कह रहा हूं जो सच बोलेगा मैं उसके साथ हूं। आप मुझे नहीं पता आपका फिरका क्या है। अगर आपको लगता है कि आप सच नहीं बोलते, आप झूठ बोलते हैं, तो मैं आपके साथ नहीं हूँ। हमारे लीडर जो है ना अल्लामा साद रिजवी दामत चराता पता नहीं क्या तो मार दिया यार हाँ जी बेटे है ना वो तो चले गए ਜਿਹੜਾ ਦਰਮਿਆਨ ਚ ਬੰਦਾ ਬੈਠਾ ਇਹਨੇ ਬੰਦ ਕਰਦੇ ਹੋ। अब मैंने ਉਹਨੇ ਜਿਹੜੇ ਦਰਮਿਆਨ ਦੇ ਵਿੱਚ ਬੰਦਾ ਬੈਠਾ ਹੀ ਹੈ ਮੁਸਲਮਾਨ ਹੈ ਔਰ ਅਹਿਲੇ ਸੁਨਨਤ ਦੇ ਨਾਲ ਇਹਦਾ ਤਲਕ ਹੈ, ਹਨਫੀ ਬਰੇਲਵੀ ਹੈ। ਤੇ ਮੈਂ ਉਹਨੂੰ ਦੇਖਿਆ ਵੇ ਤੇ ਮੈਂ ਨਾ ਪਰੇਸ਼ਾਨ ਹੋ ਗਿਆ ਤੇ ਮੈਂ ਜਿਹੜਾ ਨਾ ਮੈਂ ਚੁੱਪ ਕਰਕੇ ਮੈਂ ਪਹਿਲੇ ਸੁਣਦਾ ਰਿਹਾ ਵਾਂ। ਫਿਰ ਮੈਂ ਬਕਾਇਦਾ ਫਿਰ ਮੈਂ ਮੈਸੇਜ ਮਾਰਿਆ, ਮੈਂ ਕਿਹਾ ਯਾਰ ਇਹ ਮਰਜ਼ਈ ਨੇ। ਕਹਿੰਦਾ ਯਾਰ ਇਹ ਤੇ ਫਿਰ ਕਹਿੰਦੇ ਅਸੀਂ TLP ਵਾਲੇ ਆ। ਯਾਨੀ ਕਿ ਤੁਸੀਂ ਉਹਨਾਂ ਦੀ ਹਰਕਤਾਂ ਤੁਸੀਂ ਚੈੱਕ ਕਰ ਲਓ, ਸਾਨੂੰ ਤੁਸੀਂ ਫਿਰ ਮਨਾ ਕਰਦੇ ਹੋ ਤੁਸੀਂ ਜਨਾਬ ਜੀ ਉਹ ਕੰਮ ਨਹੀਂ ਕਰਨਾ ਤੇ ਤੁਸੀਂ ਇਹ ਨਹੀਂ ਕਰਨਾ ਹੈਗਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜਨਾਬ ਜੀ ਤਹਿਰੀਕ ਦੀ ਅਸੀਂ ਬੰਦੇ ਆ। ਭਾਈ ਤਹਿਰੀਕ ਦੇ ਇਹ ਕੰਮ ਨਹੀਂ ਹੁੰਦੇ, ਸਾਫ਼ ਸਿੱਧੀ ਗੱਲ ਹੈ। ਮੈਂ ਕੋੜਾ ਵਾਂ, ਮੈਂ ਕੋੜਾ ਹੀ ਰਵਾਂਗਾ। ਕੋਈ ਬੰਦਾ ਜਾ ਕੇ ਜਿਹੜਾ ਨਾ ਉਹ ਤਹਿਰੀਕ ਦਾ ਤੁਸੀਂ ਨਾਂ ਲੈ ਕੇ ਬੱਚਿਆਂ ਦੀਆਂ ਔਰਤਾਂ ਦੀਆਂ ਤੁਸੀਂ ਤਸਵੀਰਾਂ ਲਾ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ, ਤਹਿਰੀਕ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ। ਔਰ ਬਕਾਇਦਾ ਮੈਂ ਖੁਦ ਗੱਲ ਕੀਤੀ ਹੈ, ਠੀਕ ਹੈ। ਮੈਂ ਲਾਈਵ ਦੇ ਉੱਤੇ ਬਹਿ ਕੇ ਗੱਲ ਕਰ ਰਿਹਾ, ਮੈਂ ਖੁਦ ਜਿਹੜੇ ਨੇ ਸ਼ੂਰਾ ਦੇ ਬੰਦਿਆਂ ਨਾਲ ਖੁਦ ਗੱਲ ਕੀਤੀ ਹੈ, ਠੀਕ ਹੈ। ਸਾਧ ਭਾਈ ਨਾਲ ਗੱਲ ਕੀਤੀ ਹੈ, ਅਨਸ ਭਾਈ ਨਾਲ ਮੇਰੀ ਗੱਲ ਹੋਈ। ਕਿਸੇ ਨੂੰ ਪ੍ਰੂਫ ਚਾਹੀਦਾ ਹੋਏ ਮੇਰੇ ਕੋਲ ਆਵੇ, ਜੇ ਮੈਂ ਨਾ ਦਿਆਂ ਤੇ ਆਖਿਓ ਕਿਸੇ ਇੱਕ ਪਿਓ ਦੀ ਸਾਟੀ ਨਹੀਂ। ਲਾਈਕ ਫਾਲੋਵਰ ਦੇ ਚੱਕਰਾਂ 'ਚ ਹੁੰਦਾ ਨਾ ਮੈਂ ਹਰ ਸ਼ੈ ਸਾਹਮਣੇ ਲਾ ਦੇਣੀ ਸੀ। ਪਰ ਬੰਦੇ ਦੇ ਪੁੱਤਰ ਬਣ ਜਾਓ। ਤੁਹਾਨੂੰ ਸਹੀ ਪਏ ਮੈਂ ਦੱਸਣਾ, ਜਿਸ ਬੰਦੇ ਨੇ ਇਹ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਉਹਦੀ ਭੈਣ ਕੱਢ ਦਿਆਂਗਾ, ਕਿਸੇ ਕੁੱਤੀ ਦੀ ਉਹ ਬਚਿਓ। ਇਹ ਤੁਹਾਡੀ ਤਹਿਰੀਕ ਨੂੰ ਕਿਨਾਰ ਲੈਂਦੇ ਨੇ, ਜਿਹੜਾ ਨਾ ਉਹ ਲੱਗੇ ਦੇ ਨੇ ਕਹਿਣ ਮੁਸਲਮਾਨਾਂ ਨੂੰ ਗੁੰਮਰਾਹ ਪੇ ਕਰਦੇ ਨੇ। ਤੁਸੀਂ ਆਪਸ ਦੇ ਵਿੱਚ ਮੁਸਲਮਾਨਾਂ ਦੀ ਜਿਹੜਾ ਨਾ ਉਹ ਤੁਹਾਡੇ ਵਿੱਚ ਕੋਈ ਹਿਆ ਸ਼ਰਮ ਨਹੀਂ ਹੈ। ਆਪ ਸਾਲੇ ਇੱਥੇ ਬਹਿ ਕੇ ਤੁਸੀਂ ਮਨਾਜ਼ਰੇ ਕਰਦੇ ਰਹੇ ਹੋ, ਆਪ ਤੁਸੀਂ ਬੁਲਾਉਂਦੇ ਰਹੋ। ਜਿਹੜਾ ਝੂਠਾ ਤੁਸੀਂ ਉਹ ਲੈ ਕੇ ਬੈਠੇ ਹੋ ਮੀਨਾ ਚੂਹਾ ਜੰਜੂਆ ਜਿਹਨੂੰ ਮੁਫਤੀ ਕਹਿੰਦੇ ਹੋ, ਉਹ ਸਾਲਾ ਕਿ ਨਾਂ ਲੈਂਦੇ ਨੇ ਜਿਹੜਾ ਨਾ आप सानू फोन करके बुलाता रहा है आप यहाँ पे आके कादियानियों की बैंड बजाएं। उदों उन्होंने फतवा याद कोई नहीं सी कि उदों मुफ्ती कोई नहीं सी। जरा उठो कि नाम लेंदे ने जिहड़ा ना वो इस्लाम का नाम लैके भाई नहीं पानी मैं वीडियो किसी के कहने दे उत्ते जी फिरके वारियत दे उत्ते वो फलाना जनाब जी शिया फलाना लदीस उन्हें इंज करता उन्हें इंज कर दिता। सऊदीया दे विच दो बंदियां ने कीता की कर लिया जे बड़े तुसीं नारे लांदे हो। नाले मलक भाई वो फिकी मसाइल ने साडे अपने मसाइल ने असीं हल कर लांगे बैठ गल खत्म हो गई। वो जड़े बाहर दे काफर हरामजादे ने कादियानी मरज़ई गौर शाही जड़े ने उस तो बाद मिर्जा जेल में है जड़े दीन इस्लाम नूं नुकसान पहुंचा रहे ने। असीं पहले उन्हां नाल गल करनी, पहले बाहर दे दुश्मन नाल लड़ीदा है या तुसीं अपने घर अग ला के बह जाना। अपने घर दे मसाइल जड़े हुंदे ने वो टेबल टॉक नाल जड़े ने वो हल हो जांदे ने, लेकिन बाहर दे जड़े दुश्मन हुंदे ने उन्हां ने जंग वास्ते प्लानिंग करी दी। ਉਹਨਾਂ ਦੇ ਖਿਲਾਫ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਹਰਾਣਾ ਤੁਸੀਂ ਉਸੇ ਦੀ ਪਲਾਨਿੰਗ ਕਰਦੇ ਹੋ, ਨਾ ਕਿ ਤੁਸੀਂ ਪਹਿਲੇ ਆਪਣੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ। ਅੱਜ ਤੁਸੀਂ ਆਪਣੇ ਬੰਦੇ ਮਾਰਨੇ, ਕੱਲ ਤੁਸੀਂ ਜੰਗ ਦੇ ਨਾਲ ਕਿਸ ਤਰ੍ਹਾਂ ਕਰੋਗੇ? ਤੁਸੀਂ ਆਪਣੇ ਸਿਪਾਹੀ ਮਾਰਨੇ ਸ਼ੁਰੂ ਕਰ ਦੇਣੇ ਜਾਇਜ਼ ਤੇ। ਉਹ ਸਾਡੇ ਭੈਣ ਭਰਾ ਨੇ, ਫਿੱਕੀ ਮਸਾਇਲ ਨੇ ਛੋਟੇ ਛੋਟੇ, ਉਹ ਅਸੀਂ ਆਪਸ ਬਹਿ ਕੇ ਹੱਲ ਕਰ ਸਕਨੇ, ਗੱਲ ਖਤਮ ਹੋ ਗਈ। ਠੀਕ ਹੈ। ਦੇਖੋ ਅਲੀ ਭਾਈ ਹੁਣ ਅਲੀ ਲੰਡਨ ਦੀ ਜਿਹੜੀ ਗੱਲ ਹੈ
ਉਹ ਸਾਰਾ ਬਹਿ ਕੇ ਕਿਨਾਂ ਲੈਂਦੇ ਨੇ, ਕਦੀ ਕਿਸੇ ਦੇ ਕੁਫਰ ਦਾ ਫਤਵਾ, ਕਦੀ ਕੋਈ ਕਾਫਰ ਹੋ ਗਿਆ, ਕਦੀ ਕੋਈ। ਯਾਰ ਤੁਹਾਡੇ ਇਹਨਾਂ ਫਤਵਿਆਂ ਦੇ ਉੱਤੇ ਮੈਂ ਲਗਾ ਫਿਰਨਾ ਸਹੀ ਹੈ ਨਹੀਂ? ਨਾਲੇ ਮਸਲਾ ਅਸਲ ਵਿੱਚ ਗੱਲ ਕਰਦੇ ਹੋ ਸਹੀ ਹੈ। ਇਹ ਉਹ ਅਲੀ ਲੰਦਨ ਹੈ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਤੁਹਾਡੀ ਮੇਰੀ ਵੀ ਝਗੜਾ ਹੋਇਆ ਸੀ ਇਸ ਬੰਦੇ ਦੀ ਵਜ੍ਹਾ ਤੋਂ। ਹੁਣ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗ। ਇਹ ਉਹ ਭੈਣ ਹੀ ਆ ਕੇ ਕਿ ਜਿਸ ਬੰਦੇ ਦੀ ਵਜ੍ਹਾ ਤੋਂ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੀਆਂ ਤਸਵੀਰਾਂ ਲਾ ਕੇ ਬੰਦੇ ਗਾਲਾਂ ਕੱਢਦੇ ਰਹੇ ਨੇ। ਔਰ ਇਹ ਮੈਨੂੰ ਕਹਿੰਦੇ ਜਨਾਬ ਜੀ ਚੀਮਾ ਤੇਰੇ ਕੋਲ ਆ ਕੇ ਬਹਿੰਦਾ, ਵਸੀ ਤੇਰੇ ਕੋਲ ਆ ਕੇ ਬਹਿੰਦਾ, ਜਿਲਮ ਆ ਕੇ ਬਹਿੰਦਾ। ਉਹ ਭਾਈ ਮੈਂ ਉਹਨਾਂ ਨੂੰ ਬਿਠਾਣਾ ਆਪਣੇ ਕੋਲ। ਜਿਲਮ ਨੇ ਪੂਰੇ 8-9 ਮਹੀਨੇ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੀਆਂ ਤਸਵੀਰਾਂ ਲਾ ਕੇ ਗਾਲਾਂ ਕੱਢੀਆਂ ਨੇ, ਸਾਧ ਭਾਈ ਦੀਆਂ ਲਾ ਕੇ ਗਾਲਾਂ ਕੱਢੀਆਂ ਨੇ, ਠੀਕ ਹੈ। ਮੈਂ ਉਹਨਾਂ ਦੀ ਲਾਈਵ ਦੇ ਉੱਤੇ ਗਿਆ, ਵਸੀ ਦੀ ਲਾਈਵ ਤੇ ਬੈਠਾ ਦਾ ਸੀ। ਮੈਂ ਉਹਦੇ ਲਾਈਵ ਦੇ ਉੱਤੇ ਗਿਆ, ਮੈਂ ਕਿਹਾ ਬੈਠਾ ਦਾ ਸੀ ਉੱਤੇ। ਮੈਂ ਕਿਹਾ ਜਿਲਮ ਤੇਰੀ ਅਲੀ ਲੰਦਨ ਦਾ ਮੈਂ ਕਿਹਾ ਮਸਲਾ, ਮੈਂ ਕਿਹਾ ਖੁੱਲ ਕੇ ਟੰਗ, ਮੈਂ ਕਿਹਾ ਕੋਈ ਤੈਨੂੰ ਨਹੀਂ ਵਿੱਚ ਰੋਕਦਾ। ਮੈਂ ਕਿਹਾ ਜਿਹੜਾ ਤੈਨੂੰ ਰੋਕਣਾ ਆਏਗਾ ਮੈਂ ਤੇਰੇ ਅੱਗੇ ਖਲੋਤਾ। ਤੂੰ ਮੇਰਾ ਭਰਾ ਹੈ। ਤੂੰ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੀ ਤਸਵੀਰ ਨਹੀਂ ਲਾਣੀ ਹੈਗੀ, ਸਾਧ ਭਾਈ ਦੀ ਨਹੀਂ ਲਾਣੀ, ਕਿਸੇ ਸ਼ੂਰਾ ਦੀ ਨਹੀਂ ਲਾਣੀ ਹੈਗੀ। ਉਹਨੇ ਕਿਹਾ ਮਲਕ ਭਾਈ ਮੈਨੂੰ ਤੁਸੀਂ ਵੀਡੀਓ ਲੈ ਦਿਓ। ਉਹ ਮੈਂ ਕਿਹਾ ਵੀਡੀਓ ਉਹਨਾਂ ਬੰਦਿਆਂ ਦੀ ਲਾਈ ਦੀ ਹੁੰਦੀ ਹੈ ਜਿੰਨਾ ਕੋਈ ਅਹੁਦਾ ਹੋਵੇ। ਮੈਂ ਕਿਹਾ ਇਸ ਸਾਲੇ ਕੋ ਕਿਹੜਾ ਅਹੁਦਾ? ਮੈਂ ਕਿਹਾ ਕਾਰਕੁਨ ਹੈ, ਸਹੀ ਹੈ। ਉਹਨੇ ਕਿਹਾ ਮਲਕ ਭਾਈ ਤੁਹਾਡਾ ਮੇਰਾ ਵਾਅਦਾ ਰਿਹਾ, ਮੈਂ ਇਸ ਤੋਂ ਬਾਅਦ ਨਾ ਖਾਦਮ ਹੁਸੈਨ ਰਿਜ਼ਵੀ ਸਾਹਿਬ ਦੀ ਤਸਵੀਰਾਂ ਲਾਵਾਂਗਾ, ਨਾ ਮੈਂ ਸਾਧ ਭਾਈ ਦੀ, ਨਾ ਕਿਸੇ ਸ਼ੂਰਾ ਦੀ। ਮਲਕ ਭਾਈ ਮੈਨੂੰ ਸਿਰਫ ਇਹ ਮਸਲਾ ਹੋਇਆ ਇਹਨਾਂ ਤੋਂ ਕਿ ਦੇਖੋ ਕਿ ਆਪ ਮਰਸਈਆਂ ਨਾਲ ਬਹਿ ਕੇ ਰੋਟੀਆਂ ਖਾਂਦੇ ਰਹੇ ਨੇ, ਚਾਹਾਂ ਪੀਂਦੇ ਰਹੇ ਨੇ, ਲੱਸੀਆਂ ਪੀਂਦੇ ਰਹੇ ਨੇ, ਠੀਕ ਹੈ। ਤੇ ਇਹ ਠੀਕ ਨੇ। ਤੇ ਅਸੀਂ ਭੈਣ ਜੋ ਬਾਹਰ ਜਾਂਦੇ ਹਾਂ ਤੇ ਅਗਰ ਕੋਈ ਮਰਸਈ ਸਾਨੂੰ ਲੱਭ ਜਾਂਦਾ, ਠੀਕ ਹੈ, ਅਗਰ ਇਹ ਵੇਖ ਲੈਂਦੇ ਨੇ ਤੇ ਉਹ ਆ ਕੇ ਲਾਈਵਾਂ ਦੇ ਉੱਤੇ ਜਨਾਬ ਜੀ ਬੱਚਿਆਂ ਦੀਆਂ ਤਸਵੀਰਾਂ ਟੰਗ ਦਿੰਦੇ ਨੇ, ਬੀਬੀਆਂ ਦੀਆਂ ਤਸਵੀਰਾਂ ਟੰਗ ਦਿੰਦੇ ਨੇ। ਉਤੋਂ ਕਹਿੰਦੇ ਨੇ ਅਸੀਂ ਜਨਾਬ ਜੀ ਤਹਿਰੀਕ ਲਬੈਕ ਦੇ ਹਾਂ। ਮੈਂ ਇਸ ਗੱਲ ਤੋਂ ਕਹਿੰਦਾ ਤੁਹਾਡਾ ਤਹਿਰੀਕ ਲਬੈਕ ਨਾਲ ਤਲਕ ਕੋਈ ਨਹੀਂ। ਫਿਰ ਕਹਿੰਦੇ ਜਨਾਬ ਜੀ ਆਪ ਤਹਿਰੀਕ ਦਾ ਨਾਮ ਲੈ ਰਹੇ। ਉਹ ਭਾਈ ਤਹਿਰੀਕ ਨੂੰ ਗਾਣਾ ਕੌਣ ਪੇ ਪਵਾਉਂਦਾ? ਤੁਸੀਂ ਪੇ ਪਵਾਉਂਦੇ ਹੋ। ਮੈਂ ਤੇ ਅੱਗੇ ਵੀ ਕਿਹਾ ਤਹਿਰੀਕ ਲਬੈਕ ਕਹਿੰਦੀ ਨਹੀਂ ਹੈਗੀ। ਲਿਆਓ ਮੈਨੂੰ ਕੋਈ ਪੇਪਰ ਲਿਖ ਦਿਓ ਜਿਹੜਾ ਕੋਈ ਸ਼ੂਰਾ ਦਾ ਜਿਹੜਾ ਨਾ ਜਿਹਨੇ ਦਸਤਖਤ ਕੀਤੇ ਹੋਣ ਕਿ ਭਾਈ ਤੁਸੀਂ ਔਰਤਾਂ ਦੀਆਂ ਤਸਵੀਰਾਂ ਲਾਓ। ਸਾਧ ਹੁਸੈਨ ਰਿਜ਼ਵੀ ਸਾਹਿਬ ਦਾ ਪਿੱਛੇ ਬਿਆਨ ਆਇਆ ਸੀ, ਹਾਲਾਂਕਿ ਸਿਆਸਤ ਦੇ ਵਿੱਚ ਨੇ। ਇਮਰਾਨ ਖਾਨ ਦਾ ਜਦੋਂ ਮਸਲਾ ਹੋਇਆ ਸੀ ਨਾ PTI ਦੇ ਵਿੱਚ, ਹਾਲਾਂਕਿ ਸਿਆਸਤ ਖੁੱਲ੍ਹ ਕੇ ਕਰ ਸਕਦੇ ਸੀ। ਤੇ ਐਂਕਰ ਨੇ ਜਦੋਂ ਸਵਾਲ ਕੀਤਾ ਸੀ ਨਾ ਕਿ ਉਹ ਔਰਤਾਂ ਦੇ ਜਿਹੜਾ ਉਹ ਲੈ ਕੇ ਗਏ ਨੇ PTI ਵਾਲਿਆਂ ਨੂੰ, ਤੇ ਉਹਨਾਂ ਨੇ ਇੱਕ ਹੀ ਗੱਲ ਕੀਤੀ ਸੀ। ਉਹਨਾਂ ਕਿਹਾ ਬੰਦਿਆਂ ਦੀ ਗੱਲ ਹੁੰਦੀ ਹੈ, ਬੀਬੀਆਂ ਦੀ ਨਹੀਂ ਹੁੰਦੀ, ਠੀਕ ਹੈ। ਤੇਰੀ ਮੇਰੀ ਕੀ ਹੁੰਦੀ ਹੈ? ਧੀ ਤੇ ਚਲਿਆ ਧੀ ਹੁੰਦੀ ਹੈ। ਇਹ ਸਾਧ ਹੁਸੈਨ ਰਿਜ਼ਵੀ ਸਾਹਿਬ ਦਾ ਬਿਆਨ ਹੈ। ਉਹ ਲਾਹਨਤ ਤੁਹਾਡੇ ਉੱਤੇ ਬਗੈਰ ਤੋਂ ਤੁਸੀਂ ਇੱਕ ਪਾਸੇ ਆਪਣੇ ਆਪ ਨੂੰ ਤਹਿਰੀਕ ਦਾ ਕਹਿੰਦੇ ਹੋ, ਦੂਸਰੇ ਪਾਸੇ ਤੁਸੀਂ ਲੋਕਾਂ ਦੀਆਂ ਮਾਵਾਂ ਭੈਣਾਂ ਦੀਆਂ ਤਸਵੀਰਾਂ ਲਾ ਕੇ, ਬੱਚਿਆਂ ਦੀਆਂ ਤਸਵੀਰਾਂ ਲਾ ਕੇ। ਉਹ ਮਾਂ ਦੀ ਛੋਲੀ ਹੋਵੇ, ਮੈਂ ਜਰਮਨ ਦੇ ਵਿੱਚ ਭੇਜੋ ਕਿਸੇ ਨੂੰ ਫਿਰ, ਜਾਂ ਅਲੀ ਲੰਦਨ ਕੋ ਵੀ ਕਾਗਜ਼ ਨੇ, ਉਹਨੂੰ ਕਿਹਾ ਆਵੇ ਇੱਥੇ, ਉਹਨੂੰ ਕਿਹਾ ਆ ਜਾ ਮੇਰੇ ਕੋ ਆ ਕੇ ਮੈਨੂੰ ਮਿਲ ਲੈ। ਆਪਣੀ ਬੁੱਢੀ ਮੁਸਲਮਾਨ ਕਰੇ ਪਹਿਲੇ ਉਹ ਗੱਲਾਂ ਹੀ ਹੁੰਦੀਆਂ ਨੇ ਨਾ। ਮੈਂ ਤੇ ਅੱਜ ਤੱਕ ਕਦੇ ਨਹੀਂ ਕਿਸੇ ਨੂੰ ਆਖਿਆ। ਮੈਂ ਤੇ ਕਹਿੰਦਾ ਮੈਂ ਬੜਾ ਮਾੜਾ ਬੰਦਾ ਵਾਂ। ਮਰਜ਼ਈ ਮੈਨੂੰ ਅੱਛੇ ਤਰੀਕੇ ਨਾਲ ਜਾਣਦੇ ਨੇ ਮੈਂ ਬੜਾ ਮਾੜਾ ਬੰਦਾ ਵਾਂ। ਭੈਣ ਦੀ ਫੁੱਦੀ ਲੈਂਦੇ ਨੇ ਆ ਕੇ ਪੁੱਠੀ ਸਿੱਧੀ ਗੱਲ ਕਰੇ। ਬੰਦੇ ਦੇ ਪੁੱਤਰਾਂ ਹਰ ਕੰਮ ਕਰਨ ਦਿਓ। ਪਹਿਲੇ ਵੀ ਮਨਾ ਕੀਤਾ ਸੀ, 2 ਵਾਰੀ ਛੱਡਿਆ ਵੇ ਬਸ। ਤੇ ਡਾਕਟਰ ਰਵਾਨ ਮੈਂ ਤੇਰੇ ਇੱਥੇ ਲਾਈਵ ਦੇ ਉੱਤੇ ਬਹਿ ਕੇ ਕਹਿ ਰਿਹਾ, ਮੈਂ ਤੇਰੇ ਨਾਲ ਬੈਠਿਆਂ ਦਾ, ਮੈਂ ਤੈਨੂੰ ਗਾਲ ਨਹੀਂ ਕੱਢਣੀ। ਮੈਂ ਤੈਨੂੰ ਮੁਨਾਫਿਕ ਕਹਿਣਾ ਪਰ ਮੈਂ ਤੈਨੂੰ ਗਾਲ ਨਹੀਂ ਕੱਢਣੀ, ਠੀਕ ਹੈ, ਕਿਉਂਕਿ ਤੂੰ ਮੇਰੇ ਨਾਲ ਬੈਠਿਆਂ ਦਾ। ਮੈਂ ਉਹ ਬੰਦਾ ਵਾਂ ਕਿ ਮੈਂ ਜਿਹਦੇ ਨਾਲ ਬਹਿ ਜਾ ਜਾਂ ਜਿਹਦੇ ਨਾਲ ਬਹਿ ਕੇ ਖਾ ਲਾ ਨਾ। ਮੈਂ ਹਾਲਾਂਕਿ ਸਜਾਦ ਜਿਹੜਾ ਵੇ ਸਜਾਦ ਗੋਂਦਲ ਮੇਰਾ ਉਹਦਾ ਤਲਕ ਹੈ, ਮੈਂ ਉਹਦੇ ਨਾਲ ਬਹਿ ਕੇ ਖਾਧਾ। ਉਹਨੇ ਮੇਰੇ ਨਾਲ ਮਾਲਾਕੀਆ ਕੀਤੀ ਹੈ, ਮੈਂ ਹਾਲੇ ਤੱਕ ਉਹਨੂੰ ਗਾਲ ਨਹੀਂ ਕੱਢੀ। ਉਹ ਆਂਦਾ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਕਰਦਾ, ਕੋਈ ਜਵਾਬ ਨਹੀਂ ਦਿੰਦਾ, ਮੈਂ ਤੈਨੂੰ ਗਾਲ ਨਹੀਂ ਕੱਢਣੀ। ਪਰ ਰਾਤੀ ਤੂੰ ਗਾਲ ਕੱਢ ਰਹੇ ਹੈ ਤੇ ਮੈਂ ਤੈਨੂੰ ਸਿਰਫ ਇੰਨੀ ਚੀਜ਼ ਸਮਝਾਈਏ ਕਿ ਬੰਦੇ ਦਾ ਪੁੱਤਰ ਬਣ, ਚਿੱਟੀ ਦਾੜੀ ਦੀ ਹਿਜਾ ਖਾ, ਸਹੀ ਹੈ। ਹਾਂ ਤੇ ਜਿਹੜੀ ਯਾਰ ਜਿਹੜੇ ਮਲਕ ਭਾਈ ਗੱਲ ਅਸਲ ਚ ਜਿਹੜੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ ਉਹ ਭੁੱਲ ਜਾਂਦੇ ਨੇ ਉਹਨਾਂ ਦੀ ਆਪਣੀਆਂ ਨਹੀਂ ਹੈ, ਜਾਂ ਉਹਨਾਂ ਨੇ ਵੈਲਡ ਕਰਾ ਲਈਆਂ ਨੇ। ਤੇ ਜੇ ਵੈਲਡ ਕਰਾ ਲਈਆਂ ਨੇ ਤੇ ਫਿਰ ਗੱਲ ਯਾਦ ਰੱਖਣ, ਸਾਡੇ ਕੋਲ ਉਹ ਵਰਮੇ ਨੇ ਜਿਹੜੇ ਵੈਲਡਿੰਗ ਵੀ ਤੋੜ ਦਿੰਦੇ ਨੇ। ਅੱਛਾ ਵੇਖਿਆ ਜੇ ਨਾ ਯਾਰ, ਉਹ ਜਿਹੜੇ ਮਿਸ਼ਨ ਤੇ ਨਿਕਲੇ ਸਨ ਤੇ ਉਹਨਾਂ ਨੇ ਤੁਹਾਨੂੰ ਆਪਣੇ ਮਿਸ਼ਨ ਤੇ ਕਰ ਲਿਆ ਨੇ ਨਾ। ਤੁਸੀਂ ਹਟ ਗਏ ਹੋ ਨਾ ਮਿਰਜ਼ਾ ਸੀਨੀਅਰ ਤੇ ਮਿਰਜ਼ਾ ਜੂਨੀਅਰ ਦੀ ਮੰਜੀ ਠੋਕਣ ਤੇ ਤੁਸੀਂ ਛੱਡੋ। ਤੁਹਾਨੂੰ ਮੈਂ ਕਹਿਣਾ ਪਿਆ, ਮੈਂ ਨਾ ਇਹਨਾਂ ਦੀ ਪੂਰੀ ਟੀਮ ਨੂੰ ਦੇਖ ਚੁੱਕਿਆ ਵਾਂ, ਯਕੀਨ ਮੰਨੋ ਦੇਖ ਚੁੱਕਿਆ ਵਾਂ। ਦੇਖੋ ਮੇਰੇ ਨਾ ਯਕੀਨ ਜਾਨੋ ਮਲਕ ਕੋਈ ਪੁਰਾਣੇ ਤਜਰਬਾਤ ਨੇ ਤੇ ਬੰਦਿਆਂ ਨੂੰ ਅਸੀਂ ਸੁੰਘ ਲੈਂਦੇ ਹੁੰਦੇ ਆ
ਇਹ ਬੰਦੇ ਪਿੱਛੇ ਪਰਦਾ ਜਾਂ ਤੇ ਕਾਦੀਆਨੀ ਨੇ ਜਾਂ ਇਹਨਾਂ ਨੇ ਕੋਈ ਗ੍ਰੰਥਾਂ ਫੜੀਆਂ ਨੇ ਇਹਨਾਂ ਦੇ ਕੋਲੋਂ, ਠੀਕ ਹੈ। ਇਹ ਕੋਈ ਰੋਲੇ ਹੈ ਜ਼ਰੂਰ ਨੇ, ਨਹੀਂ ਤੇ ਪਤਾ ਕਿ ਫਿਤਰਤੀ ਇੱਕ ਚੀਜ਼ ਹੈ ਕਿ ਜਿਹੜਾ ਵੀ ਖਤਮੇ ਨਬੂਵਤ ਦੇ ਮਹਾਜ਼ ਤੇ ਕੰਮ ਕਰਦਾ ਹੈ ਨਾ, ਉਹ ਬੰਦੇ ਦੇ ਨਾਲ ਤੇ ਫਿਤਰਤੀ ਪਿਆਰ ਬੜਾ ਹੁੰਦਾ ਯਾਰ। ਇਹ ਵੇਖੋ ਮੂਸਾ ਵੇ, ਇਹਦੇ ਨਾਲ ਪਿਆਰ ਇੱਥੇ ਹੀ ਆ ਕੇ ਟਿਕਟਾਕ ਤੇ ਪਿਆ ਹੈ ਨਾ। ਹੁਣ ਸੋਚਣ ਵਾਲੀ ਗੱਲ ਹੈ, ਇਹ ਕੋਈ ਅਸੀਂ ਕੋਈ ਅਨੋਖਾ ਕੋਈ ਮਤਲਬ ਅਸੀਂ ਕੋਈ ਇਨਸਾਨ ਆ ਜਾਂ ਮਤਲਬ ਕੋਈ ਨਾ ਹੀ ਤੇ ਮੈਂ ਪੀਰ ਜੇ, ਨਾ ਹੀ ਕੋਈ ਮੇਰੀ ਕੋਈ ਤਨਜ਼ੀਮ ਹੈ, ਨਾ ਹੀ ਮੈਂ ਕੁਝ ਵੀ ਨਹੀਂ, ਮਤਲਬ ਇੱਕ ਸਾਦਾ ਜਿਹਾ ਤੁਹਾਡੇ ਵਰਗਾ ਹੀ ਇੱਕ ਟਿਕਟਾਕ ਕਰਾਂ ਤੇ ਆ ਕੇ ਉਹ ਸਾਨੂੰ ਇੰਨਾ ਪਿਆਰ ਮੁਹੱਬਤ ਦਾ ਇਜ਼ਹਾਰ ਆਖਰ ਕਿਉਂ? ਉਹਦੀ ਵਜ੍ਹਾ ਐ ਸੀ ਕਿ ਅਸੀਂ ਖਤਮੇ ਨਬੂਵਤ ਕਰਨੇ ਆ ਗੱਲ, ਅਸੀਂ ਲਿੱਤਰ ਫੇਰਨੇ ਆ ਮਿਰਜ਼ਾ ਸੀਨੀਅਰ ਤੇ ਮਿਰਜ਼ਾ ਜੂਨੀਅਰ ਨੂੰ। ਤੇ ਇਹ ਲੋਕੀ ਵੀ ਬੁਗਤ ਤੇ ਅਨਾਦ ਰੱਖਦੇ ਨੇ ਇਹਨਾਂ ਦੋ ਬੰਦਿਆਂ ਦੇ ਬਾਰੇ, ਤੇ ਉਹ ਫਿਰ ਮਤਲਬ ਸਾਡੇ ਨਾਲ ਵੀ ਪਿਆਰ ਕਰਦੇ। ਇਹ ਵੇ ਅਸਲ ਰੋਲਾ ਉਹ ਯਾਰ ਫਿਤਰਤੀ ਚੀਜ਼ਾਂ ਨੇ। ਤੇ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਈ, ਤੇ ਮੈਨੂੰ ਜਿਹੜੀ ਸਮਝ ਆਈ ਹੈ ਨਾ ਉਹ ਹੈ, ਮੈਂ ਇਹੋ ਹੀ ਤੁਹਾਨੂੰ ਮੈਂ ਦੱਸ ਛੜੀਏ ਕਿ ਲੋਕ ਜਾਂ ਤੇ ਪਿੱਛੇ ਪਰਦਾ ਕਾਦੀਆਨੀ ਨੇ ਤੇ ਜਾਂ ਇਹਨਾਂ ਕੋਲ ਭਾਜੀ ਪੈਸਾ ਲੈਂਦੇ ਲੁੰਦੇ ਜੇ, ਮੰਥਲੀਆਂ ਲੈਂਦੇ ਜੇ ਪਏ, ਕੁਝ ਰੋਲੇ ਚੱਲਦੇ ਜ਼ਰੂਰ ਨੇ ਪਏ। ਹਾਂਜੀ ਨਹੀਂ ਦੇਖੋ ਮੁਫਤੀ ਸਾਹਿਬ, ਮੈਨੂੰ ਇਹਨਾਂ ਨੇ ਕਿਹਾ ਸੀ ਜੀ ਮਲਕ ਨੇ 30,000 ਦੀ ਮਲਕ ਨੂੰ ਆਫਰ ਹੋਈ, ਤਾਂ ਕੈਸੀ ਗੱਲ ਹੈ ਕਿ ਭਾਈ ਦੁਨੀਆ ਦੇ ਵਿੱਚ ਵਾਹਦ ਉਹ ਬੰਦਾ ਹੋਵੇਗਾ ਕਿ ਜਿਹੜਾ 30,000 ਯੂਰੋ ਲੈ ਕੇ ਵੀ ਕਹਿ ਰਿਹਾ ਮੈਂ ਮਨਾਜ਼ਰਾ ਕਰਨਾ, ਤੇ ਜਿੰਨਾ ਟਕਾ ਨਹੀਂ ਲਿਆ ਉਹ ਕਹਿ ਰਹੇ ਨਹੀਂ ਕਰਨਾ। ਹੁਣ ਪੈਸੇ ਫੜੇ ਕਿੰਨੇ ਨੇ ਇਹ ਪਤਾ ਲੱਗਾ। ਇਹ ਹੋਈ ਨਾ, ਇਹ ਕਰਤੂਤਾਂ ਦੱਸ ਰਹੀਆਂ ਨੇ ਨਾ ਬਈ। ਇੱਧਰ ਵੇਖ ਮੁਫਤੀ ਬਸ਼ਰ ਨੂੰ ਕੋਈ ਕਹਿ ਦੇਵੇ ਕਿ ਭਾਈ ਇਹਨੇ ਜੀ ਕਾਦੀਆਨੀਆਂ ਦੀ ਕੋਈ ਬਾਜੀ ਕੱਢੀ ਹੈ ਤੇ ਭਾਈ ਉਹ ਫੈਸਲਾ ਆਪੇ ਹੀ ਹੋ ਜਾਏਗਾ, ਆਪੇ ਹੀ ਹੋ ਜਾਏਗਾ ਕਿ ਸਾਨੂੰ ਕਿੰਨੇ ਬਾਜੀ ਕਾਦੀਆਨੀਆਂ ਨੇ ਆਪਣੀ ਬਾਜੀ ਦੇਣੀ ਹੈ ਭਲਾ ਕਿ ਉਹਨਾਂ ਦੀ ਅਸੀਂ ਮੰਜੀ ਠੋਕਨੇ। ਹਾਂਜੀ ਇਹਦੇ ਬਈ ਭੁਗਤਾਨ ਲਾਓਗੇ ਨਾ ਤੁਸੀਂ ਮੇਰੇ ਤੇ ਨਾ ਭਾਈ, ਇੰਜ ਤੇ ਨਹੀਂ, ਕੋਈ ਨਹੀਂ ਯਕੀਨ ਜਾਨੋ ਤੇ ਕੋਈ ਨਹੀਂ ਜੇ ਸਾਨੂੰ ਨਹੀਂ ਜੇ ਕੋਈ ਬਾਜੀ ਦਿੰਦਾ ਹੈ। ਉਹਦੀ ਵਜ੍ਹਾ ਹੀ ਹੈ ਵੇ ਕਿ ਅਸੀਂ ਜਬ ਸ਼ੁਰੂ ਕਰ ਦਈਏ, ਅਸੀਂ ਹਜ਼ਰਤ ਮਸੀਹ ਸਾਹਿਬ ਦੀਆਂ ਕੋਈ ਤਰੀਫਾਂ ਇੱਥੇ ਪੁੱਲ ਬੰਨ ਦਈਏ ਤੇ ਮਿਰਜ਼ਾ ਮਸਰੂਰ ਦੀਆਂ ਤਰੀਫਾਂ ਦੇ ਪੁੱਲ ਬੰਨੀਏ, ਜਾਂ ਕੋਈ ਮਤਲਬ ਕਾਦੀਆਨੀਆਂ ਨਾਲ ਯਾਰੀਆਂ ਯੂਰੀਆਂ ਲਾਈਏ ਤੇ ਇਹਨਾਂ ਨੇ ਬਾਜੀਆਂ ਦੀ ਲਾਈਨ ਲਾ ਦੇਣੀ ਹੈ। ਉਹ ਬਾਜੀ ਨਾ ਦੇਣਾ ਇਸ ਚੀਜ਼ ਦੀ ਗਵਾਹੀ ਹੈ ਕਿ ਭਾਈ ਅਸੀਂ ਮੰਜੀ ਠੋਕ ਕੇ ਰੱਖੀ, ਅੱਲਾ ਖੈਰ ਕਰੇ। ਤੇ ਸਾਨੂੰ ਤੁਸੀਂ ਕਹੋ ਜੀ ਤੁਸੀਂ ਲੈ ਨੇ ਜੀ ਕਾਦੀਆਨੀਆਂ ਨਾਲ ਗੱਠ ਜੋੜ ਕੀਤਾ ਜਾਂ ਮਾਤ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਤੇ ਤੋਬਾ ਅਸਤਗਫੁਰ ਯਾਰ ਇਹਦੇ ਵਿੱਚ ਚਵਲ ਜੀ ਮਾਰ ਦਿਓ ਪਏ ਤੁਸੀਂ। ਨਹੀਂ ਨਾਲੇ ਵੇਖੋ ਸਵਾਲ ਮਿਰਜ਼ਈਆਂ ਦਾ ਮੁਫਤੀ ਸਾਹਿਬ ਬਣਦਾ ਕਿ ਹਾਂ ਭਾਈ ਅਸੀਂ ਤੈਨੂੰ ਕਿਦੋਂ ਆਫਰ ਦਿੱਤੀ ਹੈ। ਸਵਾਲ ਤਾਂ ਮਿਰਜ਼ਈਆਂ ਦਾ ਬਣਦਾ ਹੈ ਕਿਉਂਕਿ ਜਿਨ੍ਹਾਂ ਨੇ ਆਫਰ ਦਿੱਤੀ ਉਹ ਚੁੱਪ ਨੇ। ਰੋਲਾ ਪਾਇਆ ਜੀ ਅਸੀਂ ਜਨਾਬ ਜੀ ਉਹ ਜਿਹੜਾ ਨਾ ਉਹ ਖਤਮੇ ਨਬੂਵਤ ਦਾ ਕੰਮ ਕਰ, ਉਹ ਭਾਈ ਉਹ ਮਾਲਕਾਂ ਨੇ ਦੇਣਾ ਹੈ, ਉਹ ਅਜਰ ਉਸ ਮਾਲਕ ਦੀ ਜ਼ਾਤ ਨੇ ਦੇਣਾ ਵੇ। ਇਹ ਲਾਇਕ ਫਾਲੋਵਰ ਇਹ ਬੰਦੇ ਅੱਜ ਮੁਫਤੀ ਸਾਹਿਬ ਬੈਠੇ ਨੇ, ਅਲੀ ਭਾਈ ਬੈਠੇ ਨੇ, 4 ਜੀ ਮੇਰੇ ਕੋਲ ਅੱਜ ਬੈਠੇ ਨੇ। ਕਬਰ ਦੇ ਵਿੱਚ ਮੈਂ ਇਕੱਲਾ ਹੀ ਹੋਣਾ, ਸਹੀ ਹੈ, ਕਬਰ 'ਚ ਇਕੱਲਾ ਹੀ ਹੋਣਾ ਤੇ ਗੱਲ ਉਦੋਂ ਹੀ ਜਾ ਕੇ ਪਤਾ ਲੱਗਣੀ ਹੈ ਹਸ਼ਰ ਦੇ ਵਿੱਚ ਹੀ। ਹਸ਼ਰ ਕੋ ਹੋਗਾ ਇਹ मालूम कि जीता कौन और हारा कौन, हम सुए हशर चलेंगे शाही अबरार के साथ, काफिला होगा रवां काफिला सालार के साथ, ये तो तैबा की मोहब्बत का असर है वरना कौन रोता है लिपट के दरो दीवार के साथ। ਉਹ ਭਾਈ ਇਹ ਲਾਇਕ ਫਾਲੋਵਰ ਛੱਡ ਦਿਓ, ਸਾਡੇ ਕੋਲ 5 ਬੰਦੇ ਹਨ, ਸਾਡੇ ਕੋਲ 10 ਬੰਦੇ ਹਨ, ਸਾਨੂੰ ਕੋਈ ਨਹੀਂ। 6ਵੀਂ ਆਈਡੀ ਤੋਂ ਆ ਕੇ ਬੈਠਾ ਲੋਕੀ ਐਡੀ ਜਿਹੀ ਲਾਇਕ ਫਾਲੋਵਰ ਦੀ ਹੁੰਦੀ ਹੈ ਨਾ ਲੋਕਾਂ ਨੂੰ, ਕਸਮ ਖੁਦਾ ਦੀ ਇੱਕ ਵੀਡੀਓ ਉਹਨਾਂ ਦੀ ਜਿਹੜੀ ਹੈ ਨਾ ਕਮਿਊਨਿਟੀ ਗਾਈਡਲਾਈਨ ਦੇ ਵਿੱਚ ਜਾਏ ਉਹ ਆਪਣਾ ਕੰਟੈਂਟ ਚੇਂਜ ਕਰ ਲੈਂਦੇ ਨੇ ਜੋ ਲਾਇਕ ਫਾਲੋਵਰ ਚਾਹੀਦੇ। ਉਹ ਭਾਈ ਇਹ ਕੀ ਟਿਕਟਾਕ ਦਿੰਦੀ ਹੈ, ਸਾਨੂੰ ਕੋਈ ਪੈਸਾ ਦਿੰਦੀ ਹੈ। ਯਕੀਨ ਮੰਨਣਾ ਮੇਰੀਆਂ ਨਾ ਕਿੰਨੀਆਂ ਕਮਿਊਨਿਟੀ ਗਾਈਡਲਾਈਨ 'ਚ ਗਈਆਂ ਨੇ ਤੇ ਉਹ ਲਫ਼ਜ਼ ਜਦੋਂ ਮੈਂ ਕਾਦੀਆਨੀ ਪਾਉਂਦਾ ਜਾਂ ਇੰਝ ਦਾ ਕੋਈ ਪਾਉਂਦਾ ਨਾ ਤੇ ਉਹ ਨਾ ਉਹਦੇ 'ਚ ਸੁੱਟ ਦਿੰਦਾ ਤੇ ਅਸੀਂ ਵੀ ਪਹੁੰਚ ਹੋ ਕੇ ਅਸੀਂ ਵੀ ਉਹੀ ਗਲਤੀ ਜਾਣਬੁੱਝ ਕੇ ਕਰਨੇ ਆ। ਹਾਂਜੀ ਉਹ ਯਾਰ ਸਾਨੂੰ ਇਹਨਾਂ ਚੀਜ਼ਾਂ ਨਾਲ ਕੀ ਆ ਯਾਰ, ਕਰਵਾ ਲਿਆ ਕਦੀ ਕੋਈ ਅਸੀਂ ਕਦੀ। ਯਕੀਨ ਮੰਨਿਆ ਹੁਣ ਵੇਖਾ ਨਾ ਇਹੋ ਹੀ ਟਾਈਮ ਮੈਂ ਵੱਲਾ ਮੈਂ ਤੁਹਾਨੂੰ ਸਹੀ ਕਹਿਣਾ ਪਿਆ, ਮੇਰਾ ਜਿੰਨਾ ਫਾਲੋਵਰ ਸ਼ਿਪ ਹੋਵੇ ਨਾ YouTube 'ਤੇ, ਇਹੋ ਹੀ ਮੈਂ ਲਾਈਵ ਅਗਰ YouTube 'ਤੇ ਬੈਠਾ ਹੁੰਦਾ ਨਾ, ਮੈਂ ਤੁਹਾਨੂੰ ਸਹੀ ਕਹਿਣਾ ਵਾ, ਸ਼ੈਤਾਨ ਸਾਨੂੰ ਵੀ ਆ ਕੇ ਕਹਿੰਦਾ ਹੈ ਕਿ ਮੁਫਤੀ ਬਸ਼ਰ ਜਿਹੜਾ ਤੂੰ ਇੰਨਾ ਟਾਈਮ ਇੱਧਰ ਉੱਧਰ ਦੇਣਾ ਵਾ, ਤੈਨੂੰ ਲੱਭਦਾ ਟੱਟੂ ਵੀ ਨਹੀਂ ਹੈ ਤੇ ਤੂੰ ਭਲਾ ਉਹੀ ਤੂੰ ਮੋਨੀਟਾਈਜ਼ ਤੇਰੇ ਚੈਨਲ ਨੇ, ਤੂੰ ਭਲਾ ਉੱਥੇ ਟਾਈਮ ਦੇ ਤੇ ਕਿੰਨਾ ਤੂੰ ਕਮਾਈ ਕਰ ਲੈ। ਲੇਕਿਨ ਨਹੀਂ, ਅਸੀਂ ਭਾਈ ਅਸੀਂ ਆਜ਼ਾਦ ਲੋਕ ਹਾਂ, ਅਸੀਂ ਇਹਨਾਂ ਚੀਜ਼ਾਂ ਨੂੰ ਭਾਈ ਅਸੀਂ ਚੀਜ਼ਾਂ ਨੂੰ ਇਹਨਾਂ ਨੂੰ ਅਸੀਂ ਕੀ ਸਮਝਦੇ ਹਾਂ ਯਾਰ, ਪਾਗਲ ਹੋਏ ਹੋ ਤੁਸੀਂ
हाँ जी ਨਾ हाँ जी वल्लाहू खैरु राज़िकीन, अल्लाह बेहतर रिज़्क देने वाला है। सानू इन्हां चीज़ां ते तवज्जो नहीं साडी भाई, असीं कुछ होर स्टाइल दे लोग हां। हाँ जी बस हाँ जी है ना यार तुरिया ਜੀ ਠੀਕ ਹੈ। ਬਾਕੀ ਉਹ ਕਰਦੇ ਨੇ ਨਾ, ਕੁੱਤੇ ਭੌਂਕਦੇ ਰਹਿੰਦੇ ਨੇ, ਰਾਹਗੀਰ ਲੰਘ ਜਾਂਦੇ ਨੇ, ਉਹ ਕੁੱਤਿਆਂ ਨੂੰ ਵੱਟੇ ਨਹੀਂ ਮਾਰਦੇ। ਉਹ ਕੁੱਤਿਆਂ ਦਾ ਕੰਮ ਦਾ ਭੌਂਕਣਾ, ਰਾਹਗੀਰਾਂ ਦਾ ਕੰਮ ਦਾ ਲੰਘ ਜਾਣਾ। ਦੁਨੀਆ ਨਹੀਂ ਰੁਕਦੀ ਕੁੱਤਿਆਂ ਦੇ ਭੌਂਕਣੇ ਨਾਲ। ਤੇ ਅਸੀਂ ਚੱਲ ਕੰਮ ਕਰਨਾ ਤੇ ਕਰਦੇ ਰਹਿਣਾ। ਤੇ ਕੋਈ ਨਹੀਂ, ਸਟਾਰਟ ਕਰੋ, ਸੇਲਾ ਦਾ ਨਾਂ ਲਵੋ ਤੇ ਜ਼ਰਾ ਬੰਦੇ ਨੇ ਜਿਹੜੇ ਕੁੱਤੇ ਭੌਂਕਦੇ ਨੇ ਤੇ ਲੰਘ ਜਾਂਦੇ ਨੇ। ਸਾਡੇ ਮੇਰੇ ਵਰਗਾ ਜਿਹੜਾ ਨਾ ਸਿਰ 'ਚ ਡਾਂਗ ਵੀ ਮਾਰਦਾ, ਦੁਬਾਰਾ ਕੁੱਤਾ ਉੱਠੇ ਵੀ ਨਾ। ਹਾਂ ਮੇਰੇ ਵਰਗਾ ਨਾ ਡਾਂਗ ਵੀ ਮਾਰਦਾ। ਮੈਂ ਤੇ ਆਖਿਆ ਕਿ ਜਿਸ ਅਲੀ ਲੰਦਨ ਦੇ ਸਿਰ ਦੇ ਉੱਤੇ ਬਣੀ ਫਿਰਦੇ ਨੇ ਉਹਨੂੰ ਕਹੋ ਆ यार ओए ओए इनू काल नहीं यार, ए दसेगा भाई, ए दसेगा मिर्जा कादियानी ਨੂੰ ਜਿਹੜਾ 16 ਦਿਨ ਤੱਕ ਉਹਦੀ ਪਿਛਵਾੜੇ ਚੋਂ ਖੂਨ ਆਇਆ ਸੀ, ਉਹਦੀ ਵਜ੍ਹਾ ਦੱਸੇਗਾ ਭਾਈ, ਆਏਗਾ ਦੱਸੇਗਾ, ਇਹੋ ਹੀ ਦੱਸੇਗਾ ਅੱਜ। ਉਹ ਤੇ ਹੈ ਹੀ 375 ਫਾਲੋਅਰ ਨੇ ਉਹਨੇ ਕੀਤੇ ਇਸ ਨੂੰ ਆਪ ਨੇ ਫਾਲੋ ਕੀਤੇ ਆ ਹੈ ਨਾ। ਇਧਰ ਬੜੇ ਖੁਸ਼ ਹਜ਼ਾਰਾਂ ਦੇ ਨਾਲ ਖਾਨੇ ਬੜੇ ਖੁਸ਼ ਹੁੰਦੇ ਨੇ ਕਿ ਆਪਸ ਚ ਲੱਗੇ ਨੇ, ਚੱਲ ਠੀਕ ਹੈ ਹੁਣ ਅਸੀਂ ਦੰਦੀਆਂ ਦੁੱਦੀਆਂ ਕੱਢ ਲਈਏ। ਇਹਨਾਂ ਨੂੰ ਪਤਾ ਨਹੀਂ ਪਹੁੰਚੋ ਕਿ ਅਸੀਂ ਤੁਹਾਡੇ ਤੇ ਜਾਂ ਪੁੱਤਰ। ਹਾਂਜੀ ਨਹੀਂ ਵੇਖੋ ਮੁਫਤੀ ਸਾਹਿਬ ਕਹਿੰਦੇ ਨੇ ਸਾਡੀ ਲੱਖਾਂ ਹਜ਼ਾਰਾਂ ਦੀ ਤਾਦਾਦ ਹੈ ਤੇ ਸਾਲਿਆਂ ਦੇ ਫਾਲੋਅਰ 200 300 ਤੋਂ ਵੱਧ ਨਹੀਂ ਹੁੰਦੇ। ਆਹੋ ਉਹ ਨਾ ਮਿਰਜ਼ਾ ਮਸਰੂਰ ਹੈ ਨਾ, ਯਕੀਨ ਜਾਣਾ ਆਂਦੇ ਨੇ ਪੂਰੀ ਦੁਨੀਆ 'ਚ ਅਸੀਂ ਪਹੁੰਚ ਗਏ ਹਾਂ ਤੇ ਸਾਡੀ ਪਤਾ ਨਹੀਂ ਉਹ ਕੋਈ ਅਰਬਾਂ ਤੇ ਖਰਬਾਂ ਤੇ ਪਤਾ ਨਹੀਂ ਉਹ ਸਿਫਰ ਖਤਮ ਹੋ ਜਾਂਦੇ ਨੇ ਬਈ, ਜਿੰਨੀਆਂ ਤਾਦਾਦ ਦੱਸਦੇ ਨਹੀਂ। ਤੇ ਜਨਾਬ ਇੱਧਰ ਉਹ ਅਪਲੋਡ ਕਰਦੇ ਨਹੀਂ ਨਾ ਜੁਮੇ ਦਾ ਖੁਤਬਾ। ਹਾਂਜੀ ਇਹ ਹੁਣ ਵੀ ਇਹ ਦੇਖੋ ਜੁਮੇ ਦਾ ਖੁਤਬਾ ਤੇ 1 ਮਿੰਟ ਚਲੋ ਮੈਂ ਲਾਈਵ ਹੀ ਤੁਹਾਨੂੰ ਵਿਖਾਵਾਂ ਨਾ ਯਾਰ। ਲਾਈਵ ਹਰ ਚੀਜ਼ ਲਾਈਵ ਹੋਣੀ ਚਾਹੀਦੀ ਹੈ ਯਾਰ। ਹਾਂਜੀ ਲਾਈਵ सबूत। हेलो 57 बंदे बह के सुनते जे, पहले सुनिया जे, वेख्या जे, अभी तस्वीर वड्डी करिए करन लगा मैं। लाइव चलता जे पिया ओहदा जुमे दा खुतबा MTA लाइव। ते ए थल्ले मैं हाईलाइट करना वा बंदे 58 बंदे जे वाचिंग नजर आंदे जे। पूरी दुनिया 'ਚ ਪਹੁੰਚਣ ਵਾਲੀ ਜਿਹੜੀ ਕੌਮ ਹੈ ਨਾ 58 ਬੰਦੇ ਲੈ ਕੇ ਬੈਠੀ ਜੇ। ਵਹਿੰਦੇ ਹੋ ਇਹਨਾਂ ਦੇ MTA ਚੈਨਲ ਤੇ ਲਾਈਵ ਇਸ ਟਾਈਮ ਚੱਲਦਾ ਜੇ ਪਿਆ। ਲੋ ਇਹ ਤੇ ਕਰਤੂਤਾਂ ਨੇ ਇਹਨਾਂ ਦੀਆਂ ਯਬ 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 ਲਈ ਹੁੰਦੀ ਹੈ ਇਹਨਾਂ ਨੇ। ਇਹ ਪੂਰੀ ਦੁਨੀਆ 'ਚ ਪਹੁੰਚ ਗਏ ਹੈ। ਇੰਜ ਦੱਸਣਗੇ ਅਰਬਾਂ ਤੇ ਖਰਬਾਂ ਤੇ ਮਿਲੀਅਨ ਤੇ ਟ੍ਰਿਲੀਅਨ ਤੇ ਬਿਲੀਅਨ ਮਰਜ਼ਈ ਹੋ ਗਏ ਨੇ। ਤੇ ਜਦੋਂ ਲੱਭਣ ਟੁਰੀਏ ਅੱਛਾ ਇਹ ਜਿਹੜੇ 58 ਬੰਦੇ ਬੈਠੇ ਜੇ ਨਾ ਇਹ ਸਾਡੇ ਤੁਹਾਡੇ ਵਰਗੇ ਹੀ ਜੇ ਜਿਹੜੇ ਰਿਸਰਚ ਕਰਨਗੇ ਨੇ ਬਸ। ਇਹ ਤੇ ਹਿਸਾਬ ਇਹਦਾ ਹੈ ਜੀ। ਐਵੇਂ ਬਸ ਚੂੜੇ ਚ ਮਾਰ ਕਿੱਥੋਂ। ਐਨ ਜੀ ਮਿਰਜ਼ਾ ਜੂਨੀਅਰ ਜੇਲ੍ਹ ਮੇ ਵੀ ਉਹ ਮੇਰੇ 2 ਮਿਲੀਅਨ ਹੋ ਗਏ ਨੇ ਤੇ ਕੋਈ ਕੰਨ ਟੁੱਟਾ ਲੱਭਦਾ ਤੇ ਹੈ ਕੋਈ ਨਹੀਂ। ਸਾਨੂੰ ਸਾਹਮਣੇ ਤੇ ਆਓ ਕੋਈ ਬੰਦੇ ਦਾ ਪੁੱਤਰ ਕੋਈ ਸਾਡੇ ਨਾਲ ਗੱਲ ਵੀ ਤੇ ਕਰੇ ਨਾ, ਉਹ ਲੱਭਦਾ ਕੋਈ ਨਹੀਂ, ਐਵੇਂ ਮੂੰਹ ਚੁੱਕ ਕੇ ਬਸ। अच्छा यार मैनू इजाजत दिओ यार, तुसी बवो यार। टाइम काफी हो गया। ठीक है, अस्सलाम वालेकुम।